ਹੈਲੋ ਸਟੂਡੈਂਟਸ, ਗੁੱਡ ਮਾਰਨਿੰਗ। ਅੱਜ ਅਸੀਂ ਲੈਕਚਰ ਲਗਾਵਾਂਗੇ ਅੰਤਰਰਾਸ਼ਟਰੀ ਰਾਜਨੀਤੀ ਦੇ ਇੰਪੋਰਟੈਂਟ ਕੁਐਸਚਨ ਦਾ। ਫਸਟ ਕੁਐਸਚਨ ਜਿਹੜਾ ਇੰਪੋਰਟੈਂਟ ਕੰਟੈਂਟ ਦੇ ਹੈਗੇ ਨੇ, ਸਾਰੇ ਟੌਪਿਕਸ ਹੈਗੇ ਨੇ। ਨੰਬਰ 1 ਮੀਨਿੰਗ, ਨੇਚਰ ਐਂਡ ਸਕੋਪ ਆਫ ਇੰਟਰਨੈਸ਼ਨਲ ਪੋਲਿਟਿਕਸ। ਨੰਬਰ 2 realist and idealist approaches to international politics. Number 3 national powers, its elements. Number 4 system of balance of power and collective security. Number 5 United Nations, aims, objectives and principles. Number 6 है Cold War and post Cold War era of international politics. Number 7 bipolar, unipolar and nature of merging world order. Number 8 regional organizations SAARC and EU. Number 9 maintenance of world peace and United Nations. Number 10 new international economic order NIEU. फस्ट इकाई हैगी है जी अंतरराष्ट्रीय राजनीति का अर्थ दसना, ਉਹਦਾ ਸਰੂਪ और ਖੇਤਰ दसना। अंतरराष्ट्रीय राजनीति का मतलब ਹੁੰਦਾ ਵਾ ਕਿ ਆਪਣੇ ਦੇਸ਼ ਦੀ ਰਾਜਨੀਤੀ ਤੋਂ ਇਲਾਵਾ ਜਿਹੜੇ ਵਰਲਡ ਦੇ ਜਿੰਨੇ ਕੰਟਰੀਜ਼ ਨੇ, ਜਿੰਨੇ ਦੇਸ਼, ਜਿੰਨੇ ਰਾਜ ਨੇ, ਉਹਨਾਂ ਦੀ ਰਾਜਨੀਤੀ ਬਾਰੇ ਜਾਣਨਾ, ਉਹਨੂੰ ਕਹਿੰਦੇ ਅੰਤਰਰਾਸ਼ਟਰੀ ਰਾਜਨੀਤੀ। ਔਰ ਇਹਦਾ ਜਿਹੜਾ ਅਰਥ ਤੇ ਪਰਿਭਾਸ਼ਾ ਵਾ ਪੇਜ ਨੰਬਰ 4 ਕਹਿੰਦਾ ਕਿ ਜਿਹੜਾ ਰਾਜਨੀਤੀ ਜਿਹੜੀ ਇੱਕ ਸਮੂਹਿਕ ਗਤੀਵਿਧੀ, ਕਿਉਂਕਿ ਰਾਜਨੀਤੀ ਕੋਈ ਇੱਕ ਇਨਸਾਨ ਨਹੀਂ ਕਰ ਸਕਦਾ, ਇਹਦੇ ਵਿੱਚ ਇੱਕ ਇਹ ਸਮੂਹਿਕ ਆ, ਮਤਲਬ ਕਿ ਇਹ ਗਰੁੱਪਿਜ਼ਮ ਵਿੱਚ ਹੁੰਦੀ ਆ। ਔਰ ਜਿਸਦਾ ਸੰਬੰਧ ਸ਼ਕਤੀ ਲਈ ਸੰਘਰਸ਼ ਹੁੰਦਾ, ਔਰ ਯਾਨੀ ਕਿ ਹਰ ਕੋਈ ਰਾਜਨੀਤੀ ਵਿੱਚ ਆਪਣੀ ਵੱਧ ਤੋਂ ਵੱਧ ਸ਼ਕਤੀ ਜਿਹੜੀ ਉਹ ਬਣਾਉਣਾ ਚਾਹੁੰਦਾ, ਇਸ ਕਰਕੇ ਇਹਨੂੰ ਸ਼ਕਤੀ ਲਈ ਸੰਘਰਸ਼ ਵੀ ਕਿਹਾ ਜਾਂਦਾ। ਔਰ ਪ੍ਰਭਾਵ ਦਾ ਪ੍ਰਯੋਗ ਵੀ ਹੁੰਦਾ ਵਾ, ਯਾਨੀ ਕਿ ਜਿਹੜੇ ਲੀਡਰ ਨੇ ਜਾਂ ਜਿਹੜੇ ਹੈਗੇ ਨੇ ਸਾਡੇ ਮਤਲਬ ਜਿਹੜੇ ਕਿ ਰਾਜਨੀਤੀ ਵਿੱਚ ਸ਼ਾਮਲ ਲੋਕ ਨੇ, ਉਹ ਵੱਧ ਤੋਂ ਵੱਧ ਆਪਣੇ ਪ੍ਰਭਾਵ ਜਿਹੜਾ ਲੋਕਾਂ ਉੱਤੇ ਪਾਉਂਦੇ ਨੇ। ਜਿਹੜਾ ਡੇਵਿਡ ਈਸਟਨ ਸੀ, ਉਹਨੇ ਕਿਹਾ ਸੀ ਕਿ ਕੀਮਤਾਂ ਦੇ ਸੱਤਾਪੂਰਕ ਨਿਰਧਾਰਨ ਨੂੰ ਉਹਨੇ ਰਾਜਨੀਤੀ ਨਾਲ ਜੋੜਿਆ। ਔਰ ਆਪਣੀ ਸ਼ਕਤੀ ਲਈ ਤੇ ਜਿਹੜੇ ਰਾਜਨੀਤਿਕ ਨੇਤਾ ਨੇ ਆਪਣੀ ਸ਼ਕਤੀ ਲਈ ਤੇ ਜਿਹੜੀ ਸੰਘਰਸ਼ ਕਰਦੇ ਇਸ ਤੋਂ ਇਲਾਵਾ ਦੂਸਰਿਆਂ ਦੀ ਸ਼ਕਤੀ ਨੂੰ ਰੋਕਣਾ, ਔਰ ਜਿਹੜੇ ਮਸਲੇ ਹੁੰਦੇ, ਵਿਵਾਦ ਹੁੰਦੇ, ਉਹਨਾਂ ਨੂੰ ਹੱਲ ਕਰਨਾ, ਔਰ ਪਾਲਿਸੀਜ਼ ਬਣਾਉਣੀਆਂ, ਯਾਨੀ ਕਿ ਨੀਤੀ ਨਿਰਮਾਣ ਆਦਿ ਕਰਨਾ, ਇਹ ਸਾਰਾ ਕੁਝ ਜਿਹੜਾ ਰਾਜਨੀਤੀ ਦਾ ਭਾਗ ਆ। ਅਤੇ ਜਦੋਂ ਇਹ ਸਾਰੀਆਂ ਰਾਜਨੀਤਿਕ ਗਤੀਵਿਧੀਆਂ ਅੰਤਰਰਾਸ਼ਟਰੀ ਪੱਧਰ ਤੇ, ਯਾਨੀ ਕਿ ਇਕੱਲਾ ਆਪਣਾ ਦੇਸ਼ ਨਹੀਂ, ਸਾਰੇ ਪੱਧਰ ਤੇ ਸਾਰੇ ਵਰਲਡ ਵਿੱਚ ਵਾਪਰਦੀਆਂ ਹੈ, ਤੇ ਉਹਨੂੰ ਅਸੀਂ ਕਹਿੰਦੇ ਅੰਤਰਰਾਸ਼ਟਰੀ ਰਾਜਨੀਤੀ, ਜਿਹਦੇ ਵਿੱਚ ਕਿ ਆਪਣੀ ਸ਼ਕਤੀ ਲਈ ਸੰਘਰਸ਼ ਕਰਨਾ, ਕਿਸੇ ਦੀ ਸ਼ਕਤੀ ਨੂੰ ਰੋਕਣਾ, ਔਰ ਉਹਨਾਂ ਮਸਲਿਆਂ ਦੇ ਹੱਲ ਵੀ ਕਰਨਾ, ਔਰ ਪਾਲਿਸੀਜ਼ ਬਣਾਉਣਾ ਜਾਂ ਨੀਤੀ ਨਿਰਮਾਣ ਕਰਨਾ। ਕਹਿੰਦਾ ਅੱਜ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਵੀ ਜੇਕਰ ਸਾਡੇ ਦੇਸ਼ ਵਿੱਚ ਸ਼ਕਤੀ ਲਈ ਸੰਘਰਸ਼ ਚੱਲਦਾ, ਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਸਾਰੇ ਦੇਸ਼ ਜਿਹੜੇ ਨੇ ਆਪਣੀ ਆਪਣੀ ਸ਼ਕਤੀ ਇਕੱਠੀ ਕਰਨ ਵਿੱਚ ਲੱਗੇ ਹੋਏ ਆ, ਔਰ ਉਹ ਜਿਹੜੇ ਨੇ ਉਹਨਾਂ ਵਿੱਚ ਵੀ ਸਾਰਾ ਸ਼ਕਤੀ ਲਈ ਸੰਘਰਸ਼ ਚੱਲਦਾ ਆ ਰਿਹਾ। ਔਰ ਅੱਜ ਹਰ ਇੱਕ ਦੇਸ਼ ਜਿਹੜਾ, ਹਰ ਇੱਕ ਰਾਜ ਜਿਹੜਾ ਅੰਤਰਰਾਸ਼ਟਰੀ ਖੇਤਰ ਵਿੱਚ ਵੱਧ ਤੋਂ ਵੱਧ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਜਾਂ ਪ੍ਰਭਾਵ ਪ੍ਰਾਪਤ ਕਰਨਾ ਚਾਹੁੰਦਾ। ਉਹ ਕਹਿੰਦਾ ਇਸ ਕਰਕੇ ਉਹ ਕਈ ਪ੍ਰਕਾਰ ਦੇ ਇਸ ਤਰ੍ਹਾਂ ਦੇ ਦਾਅ ਪੇਚ ਖੇਡਦਾ ਹੈ, ਜਿਹਦੇ ਨਾਲ ਉਹ ਵੱਧ ਤੋਂ ਵੱਧ ਸ਼ਕਤੀ ਇਕੱਠੀ ਕਰਕੇ ਦੂਸਰੇ ਛੋਟੇ ਦੇਸ਼ਾਂ ਨੂੰ ਕੰਟਰੋਲ ਵਿੱਚ ਰੱਖਦਾ ਹੈ। ਕਹਿੰਦਾ ਅੱਜ ਰਾਜਾਂ ਦੇ ਵਿਚਕਾਰ ਜਿੰਨੇ ਵੀ ਵਰਲਡ ਵਿੱਚ ਕੰਟਰੀਜ਼ ਨੇ, ਦੇਸ਼ ਨੇ, ਉਹਨਾਂ ਦੇ ਵਿਚਕਾਰ ਆਰਥਿਕ, ਰਾਜਨੀਤਿਕ ਤੇ ਸੈਨਿਕ ਅਤੇ ਸੱਭਿਆਚਾਰਕ ਜਿਹੜੇ ਸੰਬੰਧ ਕਾਇਮ ਕੀਤੇ ਗਏ ਨੇ। ਔਰ ਜਿੱਥੇ ਜਦੋਂ ਇਹਨਾਂ ਸੰਬੰਧਾਂ ਵਿੱਚ ਕੋਈ ਸਮੱਸਿਆ ਪੈਦਾ ਹੁੰਦੀ ਜਾਂ ਕੋਈ ਵਿਵਾਦ ਪੈਦਾ ਹੁੰਦਾ ਹੈ, ਤੇ ਇਹਨਾਂ ਵਿਵਾਦਾਂ ਵਿੱਚੋਂ ਹੀ ਅੰਤਰਰਾਸ਼ਟਰੀ ਰਾਜਨੀਤੀ ਜਿਹੜੀ ਜਨਮ ਲੈਂਦੀ ਆ। ਕਹਿੰਦਾ ਹਰ ਰਾਜ ਨੂੰ ਵਿਵਾਦਾਂ ਨੂੰ ਆਪਣੇ ਜਿਹੜੇ ਉਹਦੇ ਜਿੰਨੇ ਵੀ ਵਿਵਾਦ ਹੁੰਦੇ ਦੂਸਰੇ ਦੇਸ਼ਾਂ ਨਾਲ, ਉਹਨਾਂ ਨੂੰ ਆਪਣੇ ਵਿਵਾਦ ਜਿਹੜੇ ਆਪਣੇ ਹਿੱਤਾਂ ਲਈ ਲੜਦਾ। ਹਮੇਸ਼ਾ ਕੋਈ ਵੀ ਦੇਸ਼ ਕਿਸੇ ਦੇ ਹਿੱਤਾਂ ਵਾਸਤੇ ਨਹੀਂ ਲੜਦਾ, ਆਪਣੇ ਹਿੱਤਾਂ ਦੇ ਹੱਲ ਜਿਹੜੇ ਚਾਹੁੰਦਾ ਵਾ। ਇਹਨਾਂ ਵਿਵਾਦਾਂ ਦੇ ਹੱਲ ਲਈ ਅਨੇਕਾਂ ਅੰਤਰਰਾਸ਼ਟਰੀ ਸੰਗਠਨਾਂ ਦਾ ਵੀ ਨਿਰਮਾਣ ਕੀਤਾ ਗਿਆ, ਜਿਵੇਂ UN। ਉੱਥੇ ਜਿੰਨੇ ਵੀ ਅੰਤਰਰਾਸ਼ਟਰੀ ਮਸਲੇ ਹੁੰਦੇ ਆ ਜਾਂ ਜਿੰਨੀਆਂ ਪ੍ਰੋਬਲਮਸ ਹੁੰਦੀਆਂ, ਉਹਨਾਂ ਦਾ ਹੱਲ ਕੀਤਾ ਜਾਂਦਾ। ਔਰ ਇਹ ਕਹਿੰਦੇ ਜਿੰਨੇ ਵੀ ਅੰਤਰਰਾਸ਼ਟਰੀ ਸੰਗਠਨ ਤਿਆਰ ਕੀਤੇ ਆ, ਇਹ ਰਾਜਨੀਤੀ ਵਿੱਚ ਬਹੁਤ ਹੀ ਜ਼ਿਆਦਾ ਕਿਰਿਆਸ਼ੀਲ ਭੂਮਿਕਾ ਨਿਭਾਉਂਦੇ ਆ। ਔਰ ਅੰਤਰਰਾਸ਼ਟਰੀ ਰਾਜਨੀਤੀ ਦਾ ਸਕਾਰਾਤਮਕ ਪਹਿਲੂ ਇਹ ਵੀ ਆ ਕਿ ਵਿਵਾਦਾਂ ਵਿੱਚੋਂ ਆਮ ਸਹਿਮਤੀ ਪੈਦਾ ਕੀਤੀ ਜਾਂਦੀ ਹੈ, ਤਾਂ ਕਿ ਉਹਨਾਂ ਦੇ ਵਿਵਾਦਾਂ ਨੂੰ ਹੱਲ ਕਰਕੇ ਸੰਸਾਰ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਸ਼ਾਂਤੀ ਦੀ ਸਥਾਪਨਾ ਕੀਤੀ ਜਾ ਸਕੇ। ਜੇਕਰ ਇਹਦੀ ਪਰਿਭਾਸ਼ਾ ਪੁੱਛਦੇ ਆ, ਰਾਜਨੀਤੀ ਦੀ ਪਰਿਭਾਸ਼ਾ ਉੱਪਰ ਵਾਲਾ ਅਰਥ ਸੀ, ਔਰ ਪਰਿਭਾਸ਼ਾ ਨੀਚੇ ਹਰ ਇੱਕ ਵਿਦਵਾਨ ਨੇ ਆਪਣੇ ਆਪਣੇ ਤਰੀਕੇ ਨਾਲ ਦਿੱਤੀ ਆ। ਔਰ ਇਹਦੇ ਵਿੱਚ H.J. ਮਾਰਗ ਇੱਥੋਂ ਦੀ ਹੈਗੀ ਆ ਕਿ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਰਾਜਨੀਤਿਕ ਸੰਬੰਧਾਂ ਦਾ ਵਿਸ਼ਲੇਸ਼ਣ,
ਅਤੇ ਰਾਸ਼ਟਰਾਂ ਵਿਚਕਾਰ ਸ਼ਾਂਤੀ ਦੀਆਂ ਸਮੱਸਿਆਵਾਂ ਸ਼ਾਮਲ ਹਨ, ਕਿਉਂਕਿ ਜਿਹੜੇ ਰਾਸ਼ਟਰ ਨੇ ਉਹ ਚਾਹੁੰਦੇ ਆ ਕਿ ਉਹ ਸ਼ਾਂਤੀ ਜਿਹੜੀ ਉਹਨੂੰ ਬਣਾ ਕੇ ਰੱਖਣ, ਤੇ ਸ਼ਾਂਤੀ ਨੂੰ ਬਣਾਉਣ ਵਾਸਤੇ ਉਹਨਾਂ ਨੂੰ ਬਹੁਤ ਸਾਰੇ ਵਿਵਾਦਾਂ ਦਾ ਹੱਲ ਕਰਨਾ ਪੈਂਦਾ ਹੈ। ਔਰ ਇਹ ਅੰਤਰਰਾਸ਼ਟਰੀ ਰਾਜਨੀਤੀ ਰਾਸ਼ਟਰਾਂ ਵਿਚਕਾਰ ਸ਼ਕਤੀ ਅਤੇ ਉਸ ਦੇ ਪ੍ਰਯੋਗ ਲਈ ਸੰਘਰਸ਼ ਹੈ। ਕਹਿੰਦਾ ਕਿ ਜਿਹੜਾ ਚਾਰਲਸ ਸ਼ਲੀਚਰ ਹੈ ਉਹਨੇ ਕਿਹਾ ਸੀ ਸਾਰੇ ਅੰਤਰਰਾਸ਼ਟਰੀ ਸਬੰਧ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਸ਼ਾਮਲ ਹਨ, ਭਾਵੇਂ ਕਿ ਅੰਤਰਰਾਜੀ ਸਬੰਧ ਰਾਜਨੀਤਿਕ ਨਹੀਂ ਹੁੰਦੇ, ਪਰ ਚਾਰਲਸ ਸ਼ਲੀਚਰ ਦੁਆਰਾ ਰਾਜਾਂ ਵਿੱਚ ਪਾਏ ਜਾਣ ਵਾਲੇ ਸਬੰਧ, ਭਾਵੇਂ ਉਹ ਰਾਜਨੀਤਿਕ ਜਾਂ ਗੈਰ ਰਾਜਨੀਤਿਕ, ਨੂੰ ਅੰਤਰਰਾਸ਼ਟਰੀ ਰਾਜਨੀਤੀ ਦਾ ਹੀ ਨਾਂ ਦਿੱਤਾ ਗਿਆ ਹੈ। ਬਸ ਦੋ ਆਪਾਂ ਪਰਿਭਾਸ਼ਾ ਕਰਾਂਗੇ। ਪਰਿਭਾਸ਼ਾ ਵੈਸੇ ਕਾਫੀ ਦਿੱਤੀਆਂ ਨੇ। ਨੈਕਸਟ ਹੁਣ ਇਹਦਾ ਕੁਐਸਚਨ ਹੁੰਦਾ 10 ਮਾਰਕਸ ਦਾ ਕਿ ਅੰਤਰਰਾਸ਼ਟਰੀ ਰਾਜਨੀਤੀ ਦਾ ਅਰਥ, ਜਾਂ ਫਿਰ ਉਹਨਾਂ ਨੇ ਸਰੂਪ ਪੁੱਛਣਾ ਤੇ ਜਾਂ ਫਿਰ ਉਹਨਾਂ ਸਕੋਪ ਪੁੱਛਣਾ, ਯਾਨੀ ਕਿ ਜਾਂ ਤੇ ਨੇਚਰ ਪੁੱਛਣਗੇ ਜਾਂ ਸਕੋਪ ਪੁੱਛਦੇ, ਖੇਤਰ ਪੁੱਛਦੇ। ਸਭ ਤੋਂ ਪਹਿਲੇ ਅਸੀਂ ਇਹਦਾ ਜਿਹੜਾ ਵਾ ਸਰੂਪ ਪੜਾਂਗੇ, ਯਾਨੀ ਕਿ ਨੇਚਰ ਕੀ ਹੈ ਇਹਦੀ। ਕਹਿੰਦਾ ਇੱਕ ਵਿਦਵਾਨ ਸੀ ਮੈਕਸ ਵੇਬਰ, ਉਹਨੇ ਕਿਹਾ ਸੀ ਕਿ ਰਾਜਨੀਤਿਕ ਸ਼ਕਤੀ ਲਈ ਸੰਘਰਸ਼ ਹੈ ਤੇ ਜਾਂ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਇੱਕ ਕਲਾ ਵਾ ਜਿਹੜੇ ਸੱਤਾ ਵਿੱਚ ਹਨ। ਔਰ ਵੱਖ-ਵੱਖ ਰਾਜਾਂ ਵਿੱਚ ਸੰਘਰਸ਼ ਅਤੇ ਰਾਜਾਂ ਅੰਦਰ ਪਾਏ ਜਾਣ ਵਾਲੇ ਵੱਖ-ਵੱਖ ਸੰਗਠਨ ਸਮੂਹਾਂ ਵਿੱਚ ਸੰਘਰਸ਼ ਹੀ ਰਾਜਨੀਤੀ ਦੇ ਖੇਤਰ ਵਿੱਚ ਆਉਂਦਾ ਹੈ, ਕਿਉਂਕਿ ਬਹੁਤ ਸਾਰੇ ਵਰਲਡ ਦੇ ਦੇਸ਼ ਨੇ ਜਿਹੜੇ ਕਿ ਦੂਸਰੇ ਦੇਸ਼ਾਂ ਦੇ ਜਿਹੜੇ ਰਾਜਨੀਤਿਕ ਮੈਂਬਰ ਹੈ ਨਾ, ਜਾਂ ਰਾਜਨੀਤਿਕ ਆਗੂ ਕਹਿ ਸਕਦੇ ਆਪਾਂ, ਉਹਨਾਂ ਉੱਤੇ ਆਪਣਾ ਪ੍ਰਭਾਵ ਪਾਉਂਦੇ। ਨੰਬਰ 1 ਇਹਨਾਂ ਦੇ ਜਿਹੜੇ ਹੈਗੀ ਆ ਸਰੂਪ। ਸਭ ਤੋਂ ਪਹਿਲਾਂ ਪ੍ਰਭੂ ਸੱਤਾ ਸੰਪੰਨ ਰਾਜ ਇਸ ਦੇ ਮੁੱਖ ਕਾਰਜਕਰਤਾ ਹਨ। ਕਹਿੰਦਾ ਜਿਹੜੇ ਦੇਸ਼ ਆਜ਼ਾਦ ਹੈ ਨਾ, ਯਾਨੀ ਕਿ ਪ੍ਰਭੂ ਸੱਤਾ ਸੰਪੰਨ ਉਹ ਕੰਟਰੀਜ਼ ਹੁੰਦੀਆਂ ਜਿਨ੍ਹਾਂ ਦੇ ਕੋਲ ਆਜ਼ਾਦੀ ਹੁੰਦੀ ਆ ਔਰ ਆਪਣੀ ਪ੍ਰਭੂ ਸੱਤਾ ਹੁੰਦੀ ਆ। ਕਹਿੰਦਾ ਕਿ ਰਾਜਨੀਤਿਕ ਸਮੂਹ ਦੁਆਰਾ ਕੀਤੀ ਗਈ ਗਤੀਵਿਧੀ ਹੈ। ਇਸ ਕਰਕੇ ਰਾਸ਼ਟਰ ਪੱਧਰ ਤੇ ਵੱਖ-ਵੱਖ ਜਿੰਨੀਆਂ ਵੀ ਸਮੂਹਿਕ ਰਾਜਨੀਤੀਆਂ ਗਤੀਵਿਧੀਆਂ ਨੇ, ਉਹਨਾਂ ਦੇ ਕਾਰਜਕਰਤਾ ਕੌਣ ਹੁੰਦੇ ਨੇ, ਜਿਹੜੇ ਕਿ ਖੁਦ ਪ੍ਰਭੂ ਸੱਤਾਧਾਰੀ ਹੁੰਦੇ ਨੇ, ਜਿਹੜੇ ਖੁਦ ਦੇਸ਼ ਗੁਲਾਮ ਹੁੰਦੇ ਨੇ, ਉਹ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ। ਔਰ ਕਹਿੰਦਾ ਕਿ ਅੰਤਰਰਾਸ਼ਟਰੀ ਰਾਜਨੀਤੀ ਜਿਹੜੀ ਪ੍ਰਭੂ ਸੱਤਾ ਸੰਪੰਨ ਵਿਚਕਾਰ ਅੰਤਕ੍ਰਿਆਵਾਂ ਹਨ, ਯਾਨੀ ਕਿ ਜਿੰਨੇ ਵੀ ਇੰਡੀਪੈਂਡੈਂਟ ਕੰਟਰੀਜ਼ ਨੇ, ਜਿੰਨੇ ਵੀ ਆਜ਼ਾਦ ਦੇਸ਼ ਨੇ, ਉਹਨਾਂ ਦੇ ਵਿੱਚ ਜੋ ਲੈਣ ਦੇਣ ਹੁੰਦਾ ਵਾ, ਜੋ ਸਮਝੌਤੇ ਹੁੰਦੇ ਆ ਜਾਂ ਵਿਵਾਦਾਂ ਦੇ ਹੱਲ ਹੁੰਦੇ ਆ, ਉਹਨੂੰ ਅਸੀਂ ਅੰਤਰਰਾਸ਼ਟਰੀ ਰਾਜਨੀਤੀ ਕਹਿ ਸਕਦੇ ਹਾਂ। ਕਹਿੰਦਾ ਇਹਨਾਂ ਵਿਵਾਦਾਂ ਦੇ ਹੱਲ ਵਾਸਤੇ ਬਹੁਤ ਸਾਰੇ ਅੰਤਰਰਾਸ਼ਟਰੀ ਸੰਗਠਨ ਬਣੇ, ਜਿਵੇਂ UNO, ਯੂਰਪੀਅਨ ਸੰਘ, ਆਸੀਅਨ, ਸਾਰਕ, ਓਪੇਕ ਆਦਿ। ਨੈਕਸਟ ਹੈਗਾ ਰਾਸ਼ਟਰੀ ਹਿੱਤਾਂ ਦੀ ਰਾਖੀ ਉਦੇਸ਼, ਹਿੱਤਾਂ ਦੀ ਰਾਖੀ ਤੇ ਰਾਖੀ ਉਦੇਸ਼ ਹੈ। ਹੁਣ ਸਾਰੇ ਅੰਤਰਰਾਸ਼ਟਰੀ ਰਾਜਨੀਤੀ, ਅੰਤਰਰਾਸ਼ਟਰੀ ਜਿਹੜੇ ਦੇਸ਼ ਨੇ, ਜਾਣੀ ਕਿ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਕੰਟਰੀਜ਼ ਨੇ, ਉਹ ਸਾਰਿਆਂ ਨੂੰ ਹੁੰਦਾ ਕਿ ਅਸੀਂ ਆਪਣੇ ਹਿੱਤਾਂ ਦੀ ਰਾਖੀ ਕਰੀਏ। ਉਹਨਾਂ ਦਾ ਪਹਿਲਾ ਉਦੇਸ਼ ਇਹੀ ਹੁੰਦਾ ਕਿ ਸਾਡੇ ਹਿੱਤਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਕਹਿੰਦਾ ਕਿ ਅੰਤਰਰਾਸ਼ਟਰੀ ਰਾਜਨੀਤੀ ਦਾ ਮੁੱਖ ਉਦੇਸ਼ ਕਿ ਵੱਖ-ਵੱਖ ਰਾਜਾਂ ਦੁਆਰਾ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਅਤੇ ਉਹਨਾਂ ਦਾ ਵਿਕਾਸ ਕਰਨਾ ਹੁੰਦਾ ਵਾ। ਇਸ ਕਰਕੇ ਜੋ ਵੀ ਉਹ ਆਪਸ ਵਿੱਚ ਕਿਰਿਆਵਾਂ ਕਰਦੇ ਆ, ਉਹਨਾਂ ਦਾ ਮੁੱਖ ਉਦੇਸ਼ ਉਹੀ ਹੁੰਦਾ ਕਿ ਉਹਨਾਂ ਦੇ ਹਿੱਤਾਂ ਦੀ ਪੂਰਤੀ ਹੋ ਜਾਵੇ। ਕਹਿੰਦਾ ਕਿ ਕਈ ਵਾਰੀ ਕੀ ਹੁੰਦਾ ਕਿ ਸ਼ਕਤੀਸ਼ਾਲੀ ਰਾਸ਼ਟਰ ਜਿਹੜੇ ਨੇ, ਸ਼ਕਤੀਸ਼ਾਲੀ ਜਿਹੜੇ ਦੇਸ਼ ਨੇ, ਉਹ ਕਮਜ਼ੋਰ ਦੇਸ਼ਾਂ ਦੀ ਸਹਾਇਤਾ ਰਾਹੀਂ ਉਹਨਾਂ ਦੇ ਵਿਕਾਸ ਵਿੱਚ ਦਿਲਚਸਪੀ ਲੈ ਰਹੇ ਨੇ, ਕਿ ਜਿਸ ਤਰ੍ਹਾਂ ਅਮਰੀਕਾ ਬਹੁਤ ਸਾਰੇ ਦੇਸ਼ਾਂ ਨੂੰ ਕਰਜ਼ੇ ਦੇ ਕੇ ਉਹਨਾਂ ਦਾ ਵਿਕਾਸ ਕਰ ਰਿਹਾ ਹੈ। ਇਸ ਤਰ੍ਹਾਂ ਕਹਿੰਦਾ ਉਹ ਆਪਣੀ ਪੂਰੀ ਦਿਲਚਸਪੀ ਵਿਖਾਉਂਦੇ ਨੇ। ਨੈਕਸਟ ਹੋ ਗਿਆ ਨੰਬਰ 3 ਅੰਤਰਰਾਸ਼ਟਰੀ ਰਾਜਨੀਤੀ ਸ਼ਕਤੀ ਲਈ ਸੰਘਰਸ਼। ਇਹ ਵੀ ਇਹਦੇ ਸਰੂਪ ਹੈ ਇੱਕ, ਕਿ ਜਿਹੜਾ ਅੰਤਰਰਾਸ਼ਟਰੀ ਰਾਜਨੀਤੀ ਹੈ ਨਾ, ਉਹ ਸਾਰੇ ਰਾਜ ਜਿਹੜੇ ਵਰਲਡ ਦੇ ਸਾਰੇ ਰਾਜ ਜਿੰਨੇ ਦੇਸ਼ ਨੇ, ਉਹ ਆਪਣੇ ਵਾਸਤੇ ਵੱਧ ਤੋਂ ਵੱਧ ਸ਼ਕਤੀ ਇਕੱਠੀ ਕਰਦੇ। ਜੇਕਰ ਅਮਰੀਕਾ ਜੇ ਪ੍ਰਭੂਤਵ ਕੰਟਰੀ ਜਾਂ ਪ੍ਰਭੂਤਵ ਦੇਸ਼ ਹੈ, ਤੇ ਇਟ ਮੀਨਸ ਕਿ ਉਹਦੇ ਕੋਲ ਸ਼ਕਤੀ ਬਹੁਤ ਜ਼ਿਆਦਾ, ਇਸੇ ਕਰਕੇ ਸਾਰੇ ਦੇਸ਼ ਉਹਦੀ ਗੱਲ ਵਿੱਚ ਹੁੰਗਾਰਾ ਭਰਦੇ ਜਾਂ ਉਹਨੂੰ ਸਹੀ ਕਹਿੰਦੇ ਆ। ਔਰ ਉਹਦਾ ਜਿਹੜਾ ਇੱਕ ਅਮਰੀਕਾ ਹੀ ਦੇਸ਼ ਹੈ ਜਿਹੜਾ ਸਾਰਿਆਂ ਵਿੱਚ ਜ਼ਿਆਦਾ ਅਮੀਰ ਆ। ਕਹਿੰਦਾ ਕਿ ਫਿਰ ਵੀ ਅਮਰੀਕਾ ਆਪਣੀ ਸ਼ਕਤੀ ਜਿਹੜੀ ਇਕੱਠੀ ਕਰਨ ਵਿੱਚ ਲੱਗਾ ਹੋਇਆ। ਇਸ ਤੋਂ ਇਲਾਵਾ ਹੋਰ ਵੀ ਕਈ ਕੰਟਰੀਜ਼ ਨੇ, ਜਿਸ ਤਰ੍ਹਾਂ ਭਾਰਤ ਵੀ ਵੱਧ ਤੋਂ ਵੱਧ ਸ਼ਕਤੀ ਇਕੱਠੀ ਕਰਨਾ ਚਾਹੁੰਦਾ ਵਾ। ਸਾਰਿਆਂ ਦਾ ਮੇਨ ਮਕਸਦ ਹੁੰਦਾ ਵਾ ਸ਼ਕਤੀ ਲਈ ਸੰਘਰਸ਼ ਕਰਨਾ, ਕਿ ਵੱਧ ਤੋਂ ਵੱਧ ਉਹਨਾਂ ਕੋਲ ਸ਼ਕਤੀ ਹੋਵੇ। ਕਹਿੰਦਾ ਅੰਤਰਰਾਸ਼ਟਰੀ ਰਾਜਨੀਤੀ ਬਾਕੀ ਸਾਰੀ ਰਾਜਨੀਤੀ ਦੀ ਤਰ੍ਹਾਂ ਹੀ ਸ਼ਕਤੀ ਲਈ ਸੰਘਰਸ਼ ਆ, ਔਰ ਇਹਨਾਂ ਦਾ ਜਿਹੜਾ ਆਖਰੀ ਉਦੇਸ਼ ਇਹੀ ਹੁੰਦਾ ਵਾ, ਇਹਨਾਂ ਦਾ ਤਤਕਾਲੀਨ ਉਦੇਸ਼ ਜਿਹੜਾ ਵਾ, ਕਹਿੰਦਾ ਭਾਵੇਂ ਇਹਨਾਂ ਦਾ ਕੋਈ ਵੀ ਉਦੇਸ਼ ਹੋਵੇ, ਬਟ ਜਿਹੜਾ ਅੱਜ ਦਾ ਉਦੇਸ਼ ਹੈ ਉਹ ਹੈਗਾ ਵਾ ਕਿ ਸ਼ਕਤੀ ਪ੍ਰਾਪਤ ਕਰਨਾ, ਵੱਧ ਤੋਂ ਵੱਧ ਸ਼ਕਤੀ ਪ੍ਰਾਪਤ ਕਰਨਾ ਔਰ ਦੂਸਰਿਆਂ ਦੀ ਸ਼ਕਤੀ ਨੂੰ ਰੋਕਣਾ। ਨੰਬਰ 4 ਅੰਤਰਰਾਸ਼ਟਰੀ ਰਾਜਨੀਤੀ ਵਿੱਚ ਸ਼ਕਤੀ ਸਾਧਨ ਤੇ ਉਦੇਸ਼ ਦੋਵੇਂ। ਕਹਿੰਦਾ ਜਿਹੜੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਹੈ ਨਾ, ਉਹ ਸ਼ਕਤੀ ਸਾਧਨ ਵੀ ਆ ਔਰ ਉਦੇਸ਼ ਵੀ ਆ। ਇੱਕ ਪਾਸੇ ਤਾਂ ਜਿਹੜੇ ਵੱਖ-ਵੱਖ ਦੇਸ਼ ਨੇ ਉਹਨਾਂ ਵਿਚਕਾਰ ਸ਼ਕਤੀ ਲਈ ਸੰਘਰਸ਼ ਚੱਲਦਾ ਹੈ, ਔਰ ਵੱਧ ਤੋਂ ਵੱਧ ਉਹ ਸ਼ਕਤੀ ਪ੍ਰਾਪਤ ਕਰਨਾ ਚਾਹੁੰਦੇ ਆ, ਔਰ ਉਹਨਾਂ ਦਾ ਪ੍ਰਸਾਰ ਵੀ ਕਰਨਾ ਚਾਹੁੰਦੇ, ਔਰ ਉਹਨੂੰ ਆਪਣੀ ਸ਼ਕਤੀ ਨੂੰ ਬਣਾ ਕੇ ਰੱਖਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਆ।
ਬਟ ਅੰਤਰਰਾਸ਼ਟਰੀ ਰਾਜਨੀਤਿਕ ਸ਼ਕਤੀ ਦੀ ਪ੍ਰਾਪਤੀ ਇੱਕ ਉਦੇਸ਼ ਬਣ ਜਾਂਦਾ, ਇਹ ਉਹਨਾਂ ਦਾ ਉਦੇਸ਼ ਆ। ਅਨੇਕਾਂ ਵਿਦਵਾਨਾਂ ਨੇ ਇਸ ਤੱਥ ਨੂੰ ਵੀ ਸਵੀਕਾਰ ਕੀਤਾ ਕਿ ਜਿੱਥੇ ਅੰਤਰਰਾਸ਼ਟਰੀ ਪੱਧਰ ਤੇ ਰਾਜਨੀਤੀ ਦੀ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਤੇ ਰਾਜਨੀਤਿਕ ਸ਼ਕਤੀ ਦੇ ਆਲੇ ਦੁਆਲੇ ਘੁੰਮਦੀ ਹੈ। ਯਾਨੀ ਕਿ ਉਦੇਸ਼ ਵੀ ਉਹਨਾਂ ਦਾ ਇਹੀ ਆ ਕਿ ਸ਼ਕਤੀ ਪ੍ਰਾਪਤ ਕਰਨਾ, ਔਰ ਜਿਹੜੀ ਸ਼ਕਤੀ ਆ ਉਹ ਉਹਨਾਂ ਦੀ ਰਾਜਨੀਤੀ ਦੇ ਆਲੇ ਦੁਆਲੇ ਘੁੰਮਦੀ ਆ। ਇਸ ਕਰਕੇ ਸ਼ਕਤੀ ਇੱਕ ਸਾਧਨ ਵੀ ਆ, ਕਿਉਂਕਿ ਸਾਧਨ ਕਿਸ ਤਰ੍ਹਾਂ, ਸ਼ਕਤੀ ਨੂੰ ਆਪਣਾ ਸਾਧਨ ਬਣਾ ਕੇ ਜਿਹੜੇ ਵੱਡੇ ਦੇਸ਼ ਨੇ ਛੋਟੇ ਦੇਸ਼ਾਂ ਕੋਲੋਂ ਆਪਣੀਆਂ ਗੱਲਾਂ ਜਿਹੜੀਆਂ ਉਹ ਮਨਵਾ ਲੈਂਦੇ ਨੇ। ਨੈਕਸਟ ਹੈਗਾ ਵਾ ਨੰਬਰ 5, ਵਿਵਾਦ ਅੰਤਰਰਾਸ਼ਟਰੀ ਰਾਜਨੀਤੀ ਦੀ ਸ਼ਰਤ ਹਨ। ਕਹਿੰਦਾ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇਹ ਤੇ ਪੱਕਾ ਹੈ ਵੀ ਵਿਵਾਦ ਹੋਣੇ ਹੋਣੇ, ਹਰ ਇੱਕ ਦੇਸ਼ ਨੂੰ ਦੂਸਰੇ ਦੇਸ਼ਾਂ ਨਾਲ ਕੋਈ ਨਾ ਕੋਈ ਮਸਲਾ ਰਹਿੰਦਾ ਹੀ ਰਹਿੰਦਾ। ਇਸ ਕਰਕੇ ਇਹਨਾਂ ਦੇ ਵਿੱਚ ਵਿਵਾਦ ਹੋਣਾ ਜ਼ਰੂਰੀ ਸ਼ਰਤ ਹੈ, ਕਿ ਆਪਾਂ ਕਹਿ ਨਹੀਂ ਸਕਦੇ ਕਦੀ ਕਿਸੇ ਦੇਸ਼ਾਂ ਦੇ ਵਿਚਕਾਰ ਵਿਵਾਦ ਨਹੀਂ ਹੋਣਗੇ। ਕਿਸੇ ਨਾ ਕਿਸੇ ਹਰ ਇੱਕ ਦੇਸ਼ ਵਿੱਚ ਕੋਈ ਨਾ ਕੋਈ ਵਿਵਾਦ ਚੱਲਦਾ ਹੀ ਰਹਿੰਦਾ। ਜਿਵੇਂ ਪਾਕਿਸਤਾਨ ਭਾਰਤ ਦੇ ਵਿਵਾਦ ਹੋ ਗਏ, ਜਾਂ ਭਾਰਤ ਦੇ ਕਿਸੇ ਹੋਰ ਕੰਟਰੀ ਨਾਲ ਵਿਵਾਦ ਹੋ ਗਏ, ਇਸ ਤਰ੍ਹਾਂ ਕਹਿੰਦਾ ਇਹਨਾਂ ਵਿੱਚ ਵਿਵਾਦ ਪਾਇਆ ਜਾਂਦਾ। ਨੈਕਸਟ ਆ ਗਿਆ ਨੰਬਰ 6, ਇਹਦਾ ਸਰੂਪ ਹੈਗਾ ਅੰਤਰਰਾਸ਼ਟਰੀ ਰਾਜਨੀਤੀ ਵੱਖ-ਵੱਖ ਰਾਜਾਂ ਵਿਚਕਾਰ ਵਿਵਾਦਾਂ ਨੂੰ ਹੱਲ ਕਰਨ ਦੀ ਪ੍ਰਕਿਰਿਆ। ਹਾਂ, ਜੇਕਰ ਕਹਿੰਦਾ ਇਹਨਾਂ ਦੇ ਵਿੱਚ ਵਿਵਾਦ ਪਾਏ ਜਾਂਦੇ ਆ ਤੇ ਜਿਹੜੀ ਅੰਤਰਰਾਸ਼ਟਰੀ ਰਾਜਨੀਤੀ ਨਾ ਉਹਦੇ ਵਿੱਚ ਇਹਨਾਂ ਵਿਵਾਦਾਂ ਨੂੰ ਹੱਲ ਕਰਨ ਦੇ ਤਰੀਕੇ ਵੀ ਪਾਏ ਜਾਂਦੇ ਆ, ਹੱਲ ਵੀ ਕਰਦੀ ਹੈ ਅੰਤਰਰਾਸ਼ਟਰੀ ਰਾਜਨੀਤੀ। ਜੇਕਰ ਦੇਸ਼ਾਂ ਦੇ ਵਿੱਚ ਆਪਸੀ ਪ੍ਰਕਿਰਿਆ ਨਹੀਂ ਹੋਊਗੀ ਤੇ ਉਹ ਫਿਰ ਹੱਲ ਵੀ ਨਹੀਂ ਪੇਸ਼ ਕਰਨਗੇ। ਵਿਵਾਦਾਂ ਦੇ ਹੱਲ ਵੀ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਹੁੰਦੇ, ਜਿਵੇਂ ਕਿ ਬਹੁਤ ਸਾਰੇ ਦੇਸ਼ਾਂ ਦੇ ਝਗੜੇ ਜਿਹੜੇ ਸੰਯੁਕਤ ਰਾਜ ਅਮਰੀਕਾ ਵੱਲੋਂ ਜਿਹੜੇ ਬਣਾਇਆ ਗਿਆ UN ਨੂੰ ਆ, ਉਹਦੇ ਵਿੱਚ ਹੱਲ ਕੀਤੇ ਜਾਂਦੇ ਆ। ਜਿਵੇਂ ਕਹਿੰਦਾ ਕਿ ਭਾਰਤ ਅਤੇ ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼, ਸੰਯੁਕਤ ਰਾਜ ਅਮਰੀਕਾ ਤੇ ਚੀਨ ਆਦਿ ਰਾਸ਼ਟਰਾਂ ਵਿਚਕਾਰ ਬਹੁਤ ਸਾਰੇ ਮੁੱਦਿਆਂ ਤੇ ਸਹਿਮਤੀ ਨਹੀਂ ਹੁੰਦੀ, ਪਰੰਤੂ ਫਿਰ ਵੀ ਉਹ ਉਹਨਾਂ ਵਿਵਾਦਾਂ ਨੂੰ ਹੱਲ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਮੁੱਦਿਆਂ ਦਾ ਹੱਲ ਜਿਹੜਾ ਹੋ ਜੇ। ਨੈਕਸਟ ਹੈਗਾ ਵਾ, ਇਹਦੇ ਵਿੱਚ ਕਾਫੀ ਪੁਆਇੰਟ ਨੇ, 15 ਨੇ, ਆਪਾਂ ਕੋਈ ਵੀ 10 ਕਰਾਂਗੇ। ਅੰਤਰਰਾਸ਼ਟਰੀ ਰਾਜਨੀਤੀ ਨਿਰੰਤਰ ਪ੍ਰਕਿਰਿਆ। ਕਹਿੰਦਾ ਅੰਤਰਰਾਸ਼ਟਰੀ ਰਾਜਨੀਤੀ ਜਿਹੜੀ ਕਦੀ ਖਲੋਂਦੀ ਨਹੀਂ ਹੈ, ਇੱਕ ਜਗ੍ਹਾ ਤੇ ਸਥਿਰ ਨਹੀਂ ਰਹਿੰਦੀ, ਇਹ ਚੱਲਦੀ ਰਹਿੰਦੀ ਹੈ। ਯਾਨੀ ਕਿ ਉਹਨਾਂ ਦੇ ਵਿੱਚ ਕਿਰਿਆ ਪ੍ਰਤੀਕਿਰਿਆਵਾਂ ਚੱਲਦੀਆਂ ਹੀ ਰਹਿੰਦੀਆਂ ਦੇਸ਼ਾਂ ਦੇ ਵਿੱਚ। ਨੈਕਸਟ ਅਸੀਂ ਕਰਾਂਗੇ ਵਿਵਹਾਰਵਾਦੀ ਅਧਿਐਨ। ਕਹਿੰਦਾ ਕਿ ਅੰਤਰਰਾਸ਼ਟਰੀ ਰਾਜਨੀਤੀ ਵੱਖ-ਵੱਖ ਰਾਸ਼ਟਰਾਂ ਦੇ ਵਿਚਕਾਰ ਰਾਜਨੀਤੀ ਦਾ ਅਧਿਐਨ ਆ, ਯਾਨੀ ਕਿ ਵਿਵਹਾਰ ਵਿੱਚ ਵੀ ਹੁੰਦੀ, ਇਕੱਲੀ ਇਹਨੂੰ ਲਿਖਿਆ ਨਹੀਂ ਗਿਆ, ਇਹ ਵਿਵਹਾਰਵਾਦੀ ਦ੍ਰਿਸ਼ਟੀਕੋਣ ਵੀ ਇਹਦੇ ਵਿੱਚ ਅਪਣਾਏ ਜਾਂਦੇ ਆ। ਔਰ ਵੱਖ-ਵੱਖ ਰਾਸ਼ਟਰਾਂ ਵਿਚਕਾਰ ਹੋਣ ਵਾਲੀਆਂ ਜਿੰਨੀਆਂ ਵੀ ਕਿਰਿਆਵਾਂ ਪ੍ਰਤੀਕਿਰਿਆਵਾਂ ਨੇ ਉਹ ਰਾਜਨੀਤੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੇ, ਸਗੋਂ ਇਹਨਾਂ ਦੇ ਨਾਲ ਨਾਲ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਨਸਲੀ ਆਦਿ ਅਨੇਕਾਂ ਅਜਿਹੇ ਤੱਤ ਨੇ ਜਿਹੜੇ ਇਹਨਾਂ ਤੇ ਪ੍ਰਭਾਵ ਪਾਉਂਦੇ ਵੀ ਆ। ਨੈਕਸਟ ਅਸੀਂ ਇਹਦੇ ਵਿੱਚ ਪੁਆਇੰਟ ਕਰਾਂਗੇ ਅੰਤਰਰਾਸ਼ਟਰੀ ਰਾਜਨੀਤੀ ਵਿਕਾਸਕਾਰੀ ਸਰੂਪ, ਕਿ ਜਿਹੜਾ ਅੰਤਰਰਾਸ਼ਟਰੀ ਰਾਜਨੀਤੀ ਆ ਇਹਦਾ ਹਮੇਸ਼ਾ ਹੀ ਵਿਕਾਸ ਹੁੰਦਾ ਵਾ, ਕਦੀ ਵੀ ਇੱਕ ਜਗ੍ਹਾ ਤੇ ਨਹੀਂ ਰਹਿੰਦੀ। ਜਿਸ ਤਰ੍ਹਾਂ ਸਮਾਜ ਦਾ, ਹਰ ਇੱਕ ਦੇਸ਼ ਦੀ ਰਾਜਨੀਤੀ ਦਾ ਜਾਂ ਸਮਾਜ ਦਾ ਵਿਕਾਸ ਹੁੰਦਾ, ਉਸੇ ਤਰ੍ਹਾਂ ਵੱਖ-ਵੱਖ ਦੇਸ਼ਾਂ ਦੀ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਵੀ ਵਿਕਾਸ ਹੁੰਦਾ। ਨੈਕਸਟ ਆਪਾਂ ਕਰਾਂਗੇ ਅੰਤਰਰਾਸ਼ਟਰੀ ਰਾਜਨੀਤੀ ਦਾ ਵਿਸ਼ਵ ਵਿਆਪੀ ਸਰੂਪ। ਕਹਿੰਦਾ ਅੰਤਰਰਾਸ਼ਟਰੀ ਰਾਜਨੀਤੀ ਜਿਹੜੀ ਆ ਉਹ ਅੰਤਰਰਾਸ਼ਟਰੀ ਰਾਜਨੀਤੀ ਦੋ ਰੂਪਾਂ ਵਿੱਚ ਦੋ ਧਰੂਵੀ ਅਰਥ ਵਿਵਸਥਾ, ਯਾਨੀ ਕਿ ਵਿਸ਼ਵੀਕਰਨ ਦਾ ਦੋ ਧਰੂਵੀ ਇਸ ਕਰਕੇ ਕਿ ਅੰਤਰਰਾਸ਼ਟਰੀ ਰਾਜਨੀਤੀ ਜਿਹੜੀ ਦੋ ਧਰੂਵਾਂ ਦੀ ਰਾਜਨੀਤੀ ਬਣ ਕੇ ਰਹਿ ਗਈ ਆ। ਜਿਵੇਂ ਕਿ ਇੱਕ ਧਰੁਵ ਜਿਹੜਾ ਵਾ ਉਹ USA ਦਾ ਵਾ। ਪਹਿਲੋਂ ਦੋ ਧਰੂਵੀ ਸੀਗੀ ਅੰਤਰਰਾਸ਼ਟਰੀ ਰਾਜਨੀਤੀ, ਜਿਵੇਂ ਕਿ ਇੱਕ ਗੁੱਟ ਜਿਹੜਾ ਸੀ ਰੂਸ ਸੀਗਾ, ਦੂਸਰਾ ਗੁੱਟ ਜਿਹੜਾ ਸੀ ਉਹ ਸੰਯੁਕਤ ਰਾਜ ਅਮਰੀਕਾ ਸੀ। ਬਟ ਹੁਣ ਕਹਿੰਦਾ ਇੱਕ ਧਰੂਵੀ ਰਾਜਨੀਤੀ ਅੰਤਰਰਾਸ਼ਟਰੀ ਰਾਜਨੀਤੀ ਹੋ ਗਈ, ਔਰ ਹੌਲੀ ਹੌਲੀ ਇੱਕ ਧਰੂਵੀ ਤੋਂ ਬਦਲ ਕੇ ਹੁਣ ਬਹੁ ਧਰੂਵੀ ਹੋ ਗਈ। ਹੁਣ ਕਹਿੰਦਾ ਵਿਸ਼ਵ ਵਿੱਚ ਸ਼ਕਤੀ ਦੇ ਬਹੁਤ ਸਾਰੇ ਕੇਂਦਰ ਨੇ, ਸ਼ਕਤੀ ਕੇਵਲ ਇੱਕ ਰਾਜ ਕੋਲ ਨਹੀਂ ਆ, ਬਹੁਤ ਸਾਰੇ ਰਾਜਾਂ ਕੋਲ ਆਪਣੀ ਆਪਣੀ ਸ਼ਕਤੀ ਆ। ਇਸ ਕਰਕੇ ਇਹ ਰਾਜਨੀਤੀ ਜਿਹੜੀ ਵਿਸ਼ਵ ਵਿਆਪੀ ਰੂਪ ਬਦਲ ਚੁੱਕੀ ਆ। ਬਸ ਇੰਨੇ ਪੁਆਇੰਟ ਬਹੁਤ ਨੇ। ਨੈਕਸਟ ਆ ਜਾਓ, ਇਹਦਾ ਅਸੀਂ ਹੁਣ ਕਰਾਂਗੇ ਖੇਤਰ ਜਾਂ ਵਿਸ਼ਾ ਵਸਤੂ, ਪੇਜ ਨੰਬਰ 13 ਤੇ। ਕਹਿੰਦਾ ਕਿ ਇਹਦਾ ਖੇਤਰ ਹੁੰਦਾ ਵਾ ਕਿ ਏਰੀਆ, ਕਿੱਥੋਂ ਤੱਕ ਇਹ ਫੈਲੀ ਹੋਈ ਆ। ਅੰਤਰਰਾਸ਼ਟਰੀ ਰਾਜਨੀਤੀ ਇੱਕ ਨਵਾਂ ਵਿਸ਼ਾ ਹੋਣ ਕਰਕੇ ਇਹਦਾ ਖੇਤਰ ਦੇ ਵਿਸ਼ਾ ਵਸਤੂ ਕਹਿੰਦਾ ਪੂਰੀ ਤਰ੍ਹਾਂ ਹੀ ਨਿਸ਼ਚਿਤ ਨਹੀਂ ਕਰ ਸਕੇ, ਬਟ ਫਿਰ ਵੀ ਇਹਦਾ ਜਿਹੜਾ ਖੇਤਰ ਆ ਬਹੁਤ ਵੱਡਾ ਵਾ, ਕਿਉਂਕਿ ਇਹਦਾ ਮਤਲਬ ਹੀ ਇਹ ਕਿ ਰਾਸ਼ਟਰਾਂ ਵਿਚਕਾਰ ਸ਼ਕਤੀ ਲਈ ਸੰਘਰਸ਼, ਜਿਉਂ ਉਹ ਸ਼ਕਤੀ ਇਕੱਠੀ ਕਰਨਗੇ ਤਿਉਂ ਇਹਦਾ ਖੇਤਰ ਜਿਹੜਾ ਵੱਧਦਾ ਜਾਏਗਾ। ਇਹਦੇ ਹੁਣ ਖੇਤਰ ਵਿੱਚ 5 ਪੁਆਇੰਟ ਸ਼ਾਮਲ ਕੀਤੇ ਆ ਕਿ ਰਾਜ ਪ੍ਰਣਾਲੀ ਦਾ ਸਰੂਪ ਅਤੇ ਸੰਚਾਲਨ। ਦੂਸਰਾ ਹੈਗਾ ਵਾ ਰਾਜ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ,
ਔਰ ਵੱਡੀਆਂ ਸ਼ਕਤੀਆਂ ਦੀ ਅੰਤਰਰਾਸ਼ਟਰੀ ਸਥਿਤੀ ਅਤੇ ਉਹਨਾਂ ਦੀ ਵਿਦੇਸ਼ ਨੀਤੀ। ਨੰਬਰ 4 ਆਧੁਨਿਕ ਰਾਸ਼ਟਰੀ ਸੰਬੰਧਾਂ ਦਾ ਇਤਿਹਾਸ ਅਤੇ ਵਧੇਰੇ। ਨੰਬਰ 5 ਵਧੇਰੇ ਸਥਿਰ ਵਿਸ਼ਵ ਵਿਵਸਥਾ ਦਾ ਨਿਰਮਾਣ। ਪਹਿਲਾ ਪੁਆਇੰਟ ਆਪਾਂ ਕਰਾਂਗੇ। ਨੈਕਸਟ ਅੰਤਰਰਾਸ਼ਟਰੀ ਰਾਜਨੀਤੀ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਸੰਗਠਨ। ਰਾਸ਼ਟਰੀ ਸ਼ਕਤੀ ਦੇ ਤੱਤ। ਰਾਸ਼ਟਰੀ ਸ਼ਕਤੀ ਦੇ ਵਿਕਾਸ ਲਈ ਪ੍ਰਯੋਗ ਕੀਤੇ ਜਾਣ ਵਾਲੇ ਯੰਤਰ। ਰਾਸ਼ਟਰੀ ਸ਼ਕਤੀ ਦੀਆਂ ਸੀਮਾਵਾਂ ਅਤੇ ਕੰਟਰੋਲ। ਪ੍ਰਮੁੱਖ ਸ਼ਕਤੀ ਦੀਆਂ ਵਿਦੇਸ਼ ਨੀਤੀਆਂ ਅਤੇ ਅੰਤਰਰਾਸ਼ਟਰੀ ਸੰਬੰਧਾਂ ਦਾ ਇਤਿਹਾਸ। ਸਭ ਤੋਂ ਪਹਿਲੇ ਇਹਦੇ ਹੈਗੇ ਆ ਵਿਸ਼ੇ ਰਾਜ ਪ੍ਰਣਾਲੀਆਂ ਦਾ ਅਧਿਐਨ। ਨੰਬਰ 14 ਤੇ ਕਿ ਇਹਦੇ ਵਿੱਚ ਅੰਤਰਰਾਸ਼ਟਰੀ ਰਾਜਨੀਤੀ ਜਿਹੜੀ ਆ ਉਹਦੇ ਵਿੱਚ ਰਾਜਾਂ ਦੇ ਵੱਖ-ਵੱਖ ਆਪਸੀ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਕਿ ਕਿਹੜੇ ਰਾਜ ਦੇ ਕਿਹੜੇ ਰਾਜ ਨਾਲ ਚੰਗੇ ਸੰਬੰਧ, ਯਾਨੀ ਕਿ ਕਿਹੜੇ ਦੇਸ਼ ਦੇ ਕਿਹੜੇ ਦੇਸ਼ ਨਾਲ ਚੰਗੇ ਸੰਬੰਧ ਨੇ। ਔਰ ਇਹ ਤੋਂ ਇਲਾਵਾ ਲੋਕ ਜਿਹੜੇ ਨੇ ਉਹ ਪ੍ਰਭੂ ਸੱਤਾ ਸੰਪੰਨ ਰਾਜਾਂ ਦੇ ਰਾਹੀਂ ਹੀ ਆਪਣੇ ਹਿੱਤਾਂ ਦੀ ਪੂਰਤੀ ਲਈ ਯਤਨ ਕਰਦੇ ਹਨ ਔਰ ਵੱਖ-ਵੱਖ ਰਾਜਾਂ ਦੇ ਹਿੱਤਾਂ ਵਿੱਚ ਵਿਵਾਦ ਪਾਏ ਜਾਂਦੇ ਨੇ। ਕਹਿੰਦਾ ਅੰਤਰਰਾਸ਼ਟਰੀ ਰਾਜਨੀਤੀ ਵੱਖ-ਵੱਖ ਰਾਜਾਂ ਦੇ ਹਿੱਤਾਂ ਵਿਚਕਾਰ ਪਾਏ ਜਾਣੇ ਵਿਵਾਦਾਂ ਦੀ ਵੀ ਉਪਜ ਆ। ਔਰ ਕਹਿੰਦਾ ਅੰਤਰਰਾਸ਼ਟਰੀ ਖੇਤਰ ਵਿੱਚ ਹਰ ਰਾਜ ਦੀ ਵੱਖ-ਵੱਖ ਮਹੱਤਤਾ ਹੈ। ਕੁਝ ਰਾਜ ਜਿਹੜੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਅਮੀਰ ਨੇ, ਕੁਝ ਗਰੀਬ ਨੇ, ਕੁਝ ਜਿਹੜੇ ਨਾ ਅਮੀਰ ਹੈ ਤੇ ਨਾ ਗਰੀਬ ਹੈ। ਨੈਕਸਟ ਆ ਜੋ ਰਾਜਾਂ ਵਿਚਕਾਰ ਸੰਬੰਧਾਂ ਦਾ ਅਧਿਐਨ। ਕਹਿੰਦਾ ਜਿਹੜੇ ਰਾਜਾਂ ਦੇ ਵਿਚਕਾਰ ਸੰਬੰਧ ਪਾਏ ਜਾਂਦੇ ਨਾ ਕਿ ਕਿਹੜੇ ਦੇਸ਼ ਦੇ ਕਿਹੜੇ ਦੇਸ਼ ਨਾਲ ਚੰਗੇ ਸੰਬੰਧ, ਜਿਸ ਤਰ੍ਹਾਂ ਸਾਡੇ ਪਾਕਿਸਤਾਨ ਨਾਲ ਵਧੀਆ ਸੰਬੰਧ ਨਹੀਂ ਆ, ਚੀਨ ਨਾਲ ਇੰਨੇ ਵਧੀਆ ਸੰਬੰਧ ਨਹੀਂ ਆ, ਬਟ ਰੂਸ ਨਾਲ ਵਧੀਆ ਸੰਬੰਧ, ਉਹ ਸਾਡਾ ਮਿੱਤਰ ਦੇਸ਼ ਆ। ਇਹ ਕਹਿੰਦਾ ਚੀਜ਼ਾਂ ਦਾ ਅਧਿਐਨ ਵੀ ਆਪਾਂ ਇਹਦੇ ਵਿੱਚ ਕਰਦੇ ਹਾਂ, ਉਹਦੇ ਖੇਤਰ ਵਿੱਚ ਆਉਂਦਾ। ਰਾਸ਼ਟਰੀ ਹਿੱਤਾਂ ਦਾ ਅਧਿਐਨ ਕਹਿੰਦਾ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਹਰੇਕ ਰਾਸ਼ਟਰ ਜਿਹੜਾ ਆਪਣੇ ਹਿੱਤਾਂ ਵਾਸਤੇ ਸ਼ਕਤੀ ਲਈ ਸੰਘਰਸ਼ ਕਰਦਾ, ਉਹ ਆਪਣੇ ਹਿੱਤਾਂ ਦੀ ਪੂਰਤੀ ਲਈ ਵਾਦ ਵਿਵਾਦ ਵੀ ਹੁੰਦੇ ਔਰ ਇਹਨਾਂ ਵਿਵਾਦਾਂ ਦਾ ਹੱਲ ਵੀ ਉਹ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਕਰਦਾ। ਨੈਕਸਟ ਆ ਗਿਆ ਰਾਸ਼ਟਰੀ ਸ਼ਕਤੀ ਦਾ ਅਧਿਐਨ। ਕਹਿੰਦਾ ਕਿ ਸ਼ਕਤੀ ਆਪਣੇ ਸਾਧਨ ਦੇ ਅਨੁਕੂਲ ਕਿਸੇ ਰਾਸ਼ਟਰ ਦੀ ਦੂਜੇ ਰਾਸ਼ਟਰ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਦਾ ਨਾਮ ਆ, ਕਿਉਂਕਿ ਕੋਈ ਰਾਸ਼ਟਰ ਕੋਲ ਜਿੰਨੀ ਸ਼ਕਤੀ ਜ਼ਿਆਦਾ ਉਹ ਓਨਾ ਹੀ ਦੂਸਰੇ ਦੇਸ਼ ਨੂੰ ਪ੍ਰਭਾਵਿਤ ਕਰੂਗਾ। ਜੇਕਰ ਕੋਈ ਰਾਸ਼ਟਰ ਅਜਿਹਾ ਨਹੀਂ ਕਰ ਸਕਦਾ, ਚਾਹੇ ਉਹ ਕਿੰਨਾ ਵੀ ਵੱਡਾ ਜਾਂ ਅਮੀਰ ਹੋਵੇ ਜਾਂ ਮਹਾਨ ਕਿਉਂ ਨਾ ਹੋਵੇ, ਉਹ ਸ਼ਕਤੀਸ਼ਾਲੀ ਨਹੀਂ ਮੰਨਿਆ ਜਾਂਦਾ। ਇਸ ਕਰਕੇ ਸ਼ਕਤੀ ਦਾ ਅਧਿਐਨ ਵੀ ਇਹਦੇ ਵਿੱਚ ਕੀਤਾ ਜਾਂਦਾ ਵਾ। ਨੈਕਸਟ ਹੈਗਾ ਵਾ ਅੰਤਰਰਾਸ਼ਟਰੀ ਕਾਨੂੰਨ ਦਾ ਅਧਿਐਨ। ਹੁਣ ਜਿੰਨੇ ਵੀ ਇੱਕ ਤੇ ਕਾਨੂੰਨ ਹੁੰਦੇ ਸਾਡੇ ਆਪਣੇ ਦੇਸ਼ ਦੇ, ਇੱਕ ਹੁੰਦੇ ਅੰਤਰਰਾਸ਼ਟਰੀ, ਦੂਸਰੇ ਦੇਸ਼ਾਂ ਦੇ ਕਾਨੂੰਨਾਂ ਬਾਰੇ ਵੀ ਅਧਿਐਨ ਕੀਤਾ ਜਾਂਦਾ। ਕਹਿੰਦਾ ਕਿ ਅੰਤਰਰਾਸ਼ਟਰੀ ਕਾਨੂੰਨ ਜਿਹੜੇ ਨੇ ਉਹ ਆਪਸੀ ਸੰਬੰਧਾਂ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਬਣੇ ਹੋਏ ਨੇ। ਅੰਤਰਰਾਸ਼ਟਰੀ ਕਾਨੂੰਨਾਂ ਦਾ ਅਧਿਐਨ ਜਿਹੜਾ ਵਾ ਉਹਨਾਂ ਦਾ ਨਿਰਮਾਣ ਵਾਸਤੇ ਅੰਤਰਰਾਸ਼ਟਰੀ ਸੰਗਠਨਾਂ ਦਾ ਨਿਰਮਾਣ ਕੀਤਾ ਗਿਆ ਵਾ ਔਰ ਅੰਤਰਰਾਸ਼ਟਰੀ ਸੰਮੇਲਨ ਹੁੰਦੇ ਨੇ, ਅੰਤਰਰਾਸ਼ਟਰੀ ਸੰਧੀਆਂ ਵੀ ਹੁੰਦੀਆਂ ਨੇ ਔਰ ਜਿਹੜੇ ਦੇਸ਼ ਪ੍ਰਭੂ ਸੱਤਾ ਸੰਪੰਨ ਹੁੰਦੇ ਨੇ ਪਰ ਉਹ ਇਹਨਾਂ ਕਾਨੂੰਨਾਂ ਨੂੰ ਮੰਨਣ ਲਈ ਪਾਬੰਦ ਨਹੀਂ ਹੁੰਦੇ। ਇਸ ਕਰਕੇ ਕਹਿੰਦਾ ਕਿ ਅੰਤਰਰਾਸ਼ਟਰੀ ਰਾਜਨੀਤੀ ਤੇ ਅੰਤਰਰਾਸ਼ਟਰੀ ਸੰਬੰਧਾਂ 'ਚ ਇਹਨਾਂ ਕਾਨੂੰਨਾਂ ਦੀ ਵਿਸ਼ੇਸ਼ ਮਹੱਤਤਾ ਹੈ। ਜੇਕਰ ਅੰਤਰਰਾਸ਼ਟਰੀ ਕਾਨੂੰਨ ਨਹੀਂ ਹੋਣਗੇ ਤਾਂ ਅੰਤਰਰਾਸ਼ਟਰੀ ਜੀਵਨ ਵਿੱਚ ਅਰਾਜਕਤਾ ਫੈਲ ਜਾਏਗੀ। ਜੇਕਰ ਅੰਤਰਰਾਸ਼ਟਰੀ ਕਾਨੂੰਨ ਨਹੀਂ ਹੋਣਗੇ ਤੇ ਦੇਸ਼ ਜਿਹੜੇ ਇੱਕ ਦੂਜੇ ਉੱਤੇ ਹਮਲੇ ਕਰ ਕਰਕੇ ਪੁਰਾਣੇ ਸਮੇਂ ਵਾਂਗੂ ਯੁੱਧ ਕਰੀ ਜਾਣਗੇ। ਇਸ ਕਰਕੇ ਇਹਨਾਂ ਕਾਨੂੰਨਾਂ ਨੂੰ ਕਹਿੰਦਾ ਮੰਨਣਾ, ਪਰ ਜਿਹੜੇ ਵੱਡੇ ਸ਼ਕਤੀਸ਼ਾਲੀ ਅਮੀਰ ਦੇਸ਼ ਨੇ ਉਹ ਭਾਵੇਂ ਨਹੀਂ ਮੰਨਦੇ ਕਈ ਵਾਰੀ। ਕਹਿੰਦਾ ਅੰਤਰਰਾਸ਼ਟਰੀ ਕਾਨੂੰਨ ਜਿਹੜੇ ਆ ਉਹ ਯੁੱਧ ਅਤੇ ਸ਼ਾਂਤੀ ਸਮੇਂ ਵੱਖ-ਵੱਖ ਰਾਸ਼ਟਰਾਂ ਦੇ ਵਿਵਹਾਰ ਤੇ ਗਤੀਵਿਧੀਆਂ ਨੂੰ ਕੰਟਰੋਲ ਕਰਦੇ ਨੇ। ਵਿਦੇਸ਼ ਨੀਤੀ ਦਾ ਅਧਿਐਨ। ਅੰਤਰਰਾਸ਼ਟਰੀ ਰਾਜਨੀਤੀ ਵਿੱਚ ਅਸੀਂ ਵਿਦੇਸ਼ ਨੀਤੀ ਦਾ ਅਧਿਐਨ ਕਰਦੇ ਹਾਂ, ਜਿਵੇਂ ਕਿ ਹਰ ਇੱਕ ਰਾਸ਼ਟਰ ਜਿਹੜਾ ਇੱਕ ਦੂਜੇ ਨਾਲ ਉਹਨਾਂ ਦੀ ਵਿਦੇਸ਼ ਨੀਤੀ ਵਧੀਆ ਹੈ ਕਿ ਕਿਸ ਤਰ੍ਹਾਂ ਦੀ ਆ, ਕੀ ਉਹਨਾਂ ਦੇ ਵਿੱਚ ਆਯਾਤ ਨਿਰਯਾਤ ਹੋ ਰਿਹਾ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਹਿੰਦਾ ਅਸੀਂ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਪੜ੍ਹਦੇ ਹਾਂ। ਨੈਕਸਟ ਹੈ ਅੰਤਰਰਾਸ਼ਟਰੀ ਸੰਗਠਨਾਂ ਦਾ ਅਧਿਐਨ। ਵੱਖ-ਵੱਖ ਰਾਸ਼ਟਰਾਂ ਦੇ ਵਿਚਕਾਰ ਆਪਸੀ ਸੰਬੰਧਾਂ ਦੇ ਵਿਵਾਦਾਂ ਦਾ ਹੱਲ ਕਰਨ ਵਾਸਤੇ ਕਹਿੰਦਾ ਕਿ ਬਹੁਤ ਸਾਰੇ ਅੰਤਰਰਾਸ਼ਟਰੀ ਸੰਗਠਨ ਬਣੇ ਨੇ, ਜਿਵੇਂ UNO, ਏਸ਼ੀਅਨ, IMF, OPEC, UNESCO ਨਾਮ, ਇਹ ਸਾਰੇ ਜਿਹੜੇ ਨਾਟੋ, ਇਹ ਸਾਰੇ ਜਿਹੜੇ ਨੇ ਅੰਤਰਰਾਸ਼ਟਰੀ ਸੰਗਠਨ ਨੇ ਜਿੱਥੇ ਵਿਵਾਦਾਂ ਦਾ ਹੱਲ ਪਾਇਆ ਜਾਂਦਾ ਹੈ। ਵਿਵਾਦ ਪ੍ਰਬੰਧ ਅਤੇ ਵਿਵਾਦ ਹੱਲ ਦਾ ਅਧਿਐਨ। ਕਹਿੰਦਾ ਇਹਦੇ ਵਿੱਚ ਵਿਵਾਦ ਜਿਹੜੇ ਨੇ ਉਹ ਵੇਖੇ ਵੀ ਜਾਂਦੇ ਆ, ਕਿਹੜੇ ਕਿਹੜੇ ਦੇਸ਼ਾਂ ਵਿੱਚ ਕਿਹੜੇ ਕਿਹੜੇ ਵਿਵਾਦ ਨੇ ਔਰ ਇਹਨਾਂ ਵਿਵਾਦਾਂ ਦਾ ਹੱਲ ਵੀ ਕੱਢਿਆ ਜਾਂਦਾ। ਕਹਿੰਦਾ ਅੰਤਰਰਾਸ਼ਟਰੀ ਰਾਜਨੀਤੀ ਉਹ ਧੁਰੀ ਆ ਜਿਹਦੇ ਆਲੇ ਦੁਆਲੇ ਸਾਰੇ ਰਾਸ਼ਟਰ ਜਿਹੜੇ ਨੇ ਉਹ ਘੁੰਮਦੇ, ਸਾਰੇ ਰਾਸ਼ਟਰਾਂ ਦੀ ਰਾਜਨੀਤੀ ਜਿਹੜੀ ਉਹ ਘੁੰਮਦੀ ਹੈ।
ਕਹਿੰਦਾ ਜਿੱਥੇ ਹਿੱਤ ਹੋਣਗੇ, ਜਿੱਥੇ ਆਪਣੇ ਹੱਕ ਹੋਣਗੇ, ਉੱਥੇ ਵਿਵਾਦ ਵੀ ਹੋਣਗੇ, ਔਰ ਜਿੱਥੇ ਵਿਵਾਦ ਹੋਣਗੇ ਉੱਥੇ ਰਾਜਨੀਤੀ ਵੀ ਹੋਵੇਗੀ। ਇਸ ਕਰਕੇ ਕਹਿੰਦਾ ਕਿ ਇਸ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਦੇਸ਼ ਜਿਹੜੇ ਨੇ, ਇੱਕ ਦੂਸਰੇ ਦੇਸ਼, ਮੰਨ ਲਓ ਦੋ ਦੇਸ਼ ਆਪਸ ਵਿੱਚ ਉਹਨਾਂ ਦਾ ਮਸਲਾ ਚੱਲ ਰਿਹਾ ਕੋਈ, ਤੇ ਜਿਹੜਾ ਤੀਸਰਾ ਦੇਸ਼ ਉਹ ਵਿਚੋਲੇ ਦੇ ਤੌਰ ਤੇ ਉਹਨਾਂ ਦੀ ਸੁਲਹ ਸਫਾਈ ਕਰਾਉਣ ਦੀ ਕੋਸ਼ਿਸ਼ ਕਰਦਾ। ਯੁੱਧ ਅਤੇ ਸ਼ਾਂਤੀ ਦਾ ਅਧਿਐਨ, ਕਹਿੰਦਾ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਜਿਹੜੇ ਆ ਵਿਵਾਦ ਲਗਭਗ ਉਨੇ ਹੀ ਪੁਰਾਣੇ ਹਨ ਜਿੰਨੇ ਕਿ ਅੰਤਰਰਾਸ਼ਟਰੀ ਰਾਜਾਂ ਦਾ ਇਤਿਹਾਸ ਹੈ। ਇਸ ਕਰਕੇ ਕਹਿੰਦਾ ਇਹਦੇ ਵਿੱਚ ਯੁੱਧ ਅਤੇ ਸ਼ਾਂਤੀ ਦਾ ਅਧਿਐਨ ਵੀ ਕੀਤਾ ਜਾਂਦਾ ਹੈ, ਕਿਉਂਕਿ 20ਵੀਂ ਸਦੀ ਵਿੱਚ ਸੰਸਾਰ ਨੂੰ ਬਹੁਤ ਜ਼ਿਆਦਾ ਯੁੱਧਾਂ ਦਾ ਸੰਤਾਪ ਭੋਗਣਾ ਪਿਆ, ਜਿਵੇਂ ਭਾਰਤ ਪਾਕਿਸਤਾਨ, ਈਰਾਨ ਇਰਾਕ, ਭਾਰਤ ਚੀਨ ਵੀਅਤਨਾਮ ਯੁੱਧ। ਇਹਨ ਕਹਿੰਦਾ ਇਸ ਕਰਕੇ ਹੁਣ ਇਸ ਤਰ੍ਹਾਂ ਦਾ ਵੀ ਇਹਨਾਂ ਯੁੱਧਾਂ ਦਾ ਅਧਿਐਨ ਵੀ ਕੀਤਾ ਜਾਂਦਾ ਤੇ ਆਉਣ ਵਾਲੇ ਸਮੇਂ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਕਿਹੜੇ ਕਿਹੜੇ ਯਤਨ ਕੀਤੇ ਜਾਂਦੇ ਆ ਉਹਨਾਂ ਦਾ ਅਧਿਐਨ ਵੀ ਕੀਤਾ ਜਾਂਦਾ। ਬਾਕੀ ਪੁਆਇੰਟ ਮੈਂ ਇਕੱਲੇ ਪੜਾਂਗੀ। ਪਹਿਲੀ ਗੱਲ ਵਿਚਾਰਧਾਰਾਵਾਂ ਦਾ ਅਧਿਐਨ, ਕਿ ਕਿਹੜੇ ਦੇਸ਼ ਵਿੱਚ ਕਿਹੜੀ ਵਿਚਾਰਧਾਰਾ ਚੱਲਦੀ ਆ। ਰਾਸ਼ਟਰਵਾਦ, ਬਸਤੀਵਾਦ, ਸਾਮਰਾਜਵਾਦ ਦਾ ਅਧਿਐਨ, ਨੀਤੀ ਨਿਰਮਾਣ ਦਾ ਅਧਿਐਨ, ਰਾਸ਼ਟਰੀ ਚਿੱਤਰ ਦਾ ਅਧਿਐਨ, ਨਿਸ਼ਸਤੀਕਰਨ ਦਾ ਅਧਿਐਨ। ਨੈਕਸਟ ਹੈਗਾ ਵਾਤਾਵਰਣ ਦੀ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ ਦਾ ਅਧਿਐਨ, ਮਨੁੱਖੀ ਅਧਿਕਾਰਾਂ ਨਾਲ ਜੁੜੇ ਹੋਏ ਮੁੱਦਿਆਂ ਦਾ ਅਧਿਐਨ, ਆਰਥਿਕ ਤੱਤਾਂ ਦੀ ਭੂਮਿਕਾ ਦਾ ਅਧਿਐਨ, ਜਨ ਅੰਕੜਾ ਤੱਤਾਂ ਦਾ ਅਧਿਐਨ, ਵਿਸ਼ੇਸ਼ ਖੇਤਰਾਂ ਦਾ ਅਧਿਐਨ, ਅੱਤਕਵਾਦੀ ਦੀ ਸਮੱਸਿਆ ਦਾ ਅਧਿਐਨ, ਬਹੁਰਾਸ਼ਟਰੀ ਨਿਯਮਾਂ ਦਾ ਅਧਿਐਨ, ਔਰ ਪਰਮਾਣੂ ਸ਼ਕਤੀ ਦੇ ਵਿਕਾਸ ਅਤੇ ਪ੍ਰਭਾਵ ਦਾ ਅਧਿਐਨ। ਇਹ ਸੀਗਾ ਇਹਦਾ ਖੇਤਰ। ਕਾਫੀ ਵੱਡਾ 23 ਪੁਆਇੰਟ ਹੈ, ਆਪਾਂ ਕੋਈ 10 ਕਰ ਸਕਦੇ ਹਾਂ। ਹੁਣ ਜੇਕਰ ਕੁਐਸਚਨ ਇਹ ਵੀ ਆ ਜਾਂਦਾ ਕਈ ਵਾਰੀ ਕਿ ਅੰਤਰਰਾਸ਼ਟਰੀ ਰਾਜਨੀਤੀ ਦੇ ਅਧਿਐਨ ਦੀ ਮਹੱਤਤਾ ਦੱਸੋ, ਕਿ ਆਪਾਂ ਮੰਨ ਲਓ ਅੰਤਰਰਾਸ਼ਟਰੀ ਰਾਜਨੀਤੀ ਦਾ ਅਧਿਐਨ ਕਰਦੇ ਉਹਦੀ ਕੀ ਮਹੱਤਤਾ। ਕਹਿੰਦਾ ਕਿ ਅੰਤਰਰਾਸ਼ਟਰੀ ਰਾਜਨੀਤੀ ਇੱਕ ਨਵਾਂ ਵਿਸ਼ਾ, ਕਿਉਂਕਿ ਪੁਰਾਣੇ ਸਮੇਂ ਵਿੱਚ ਦੇਸ਼ਾਂ ਨੂੰ ਸਿਰਫ ਆਪਣੀ ਆਪਣੀ ਰਾਜਨੀਤੀ ਦਾ ਮਤਲਬ ਹੁੰਦਾ, ਦੂਜੇ ਦੇਸ਼ਾਂ ਨਾਲ ਕਦੀ ਵੀ ਉਹਨਾਂ ਨੇ ਇੰਟਰਫੇਅਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਦ ਕਿ ਹੁਣ ਇੱਕ ਸਾਰੇ ਦੇਸ਼ਾਂ ਨੂੰ ਇੱਕ ਦੂਜੇ ਦੀ ਰਾਜਨੀਤੀ ਦਾ ਪਤਾ ਔਰ ਆਪਣੇ ਸੰਬੰਧਾਂ ਦਾ ਵੀ ਪਤਾ, ਸੰਬੰਧ ਕਾਇਮ ਹੋਏ ਤੇ ਉਹਨਾਂ ਨਾਲ ਅੰਤਰਰਾਸ਼ਟਰੀ ਰਾਜਨੀਤੀ ਵੀ ਕਾਇਮ ਹੋਏ। ਇਸ ਕਰਕੇ ਇਹਦੀ ਮਹੱਤਤਾ ਪਹਿਲੀ ਹੈਗੀ ਹੈ ਨੰਬਰ 1, ਵਿਅਕਤੀ ਦੇ ਗਿਆਨ ਵਿੱਚ ਵਾਧਾ ਕਰਦਾ। ਕਹਿੰਦਾ ਜੇਕਰ ਅਸੀਂ ਅੰਤਰਰਾਸ਼ਟਰੀ ਰਾਜਨੀਤੀ ਦਾ ਅਧਿਐਨ ਕਰਦੇ, ਉਹਨੂੰ ਪੜ੍ਹਦੇ ਹਾਂ, ਤੇ ਸਾਨੂੰ ਇਹ ਪਤਾ ਲੱਗਦਾ ਵਾ ਕਿ ਅੰਤਰਰਾਸ਼ਟਰੀ ਸਾਰੇ ਦੇਸ਼ਾਂ ਵਿੱਚ ਕੀ ਹੋ ਰਿਹਾ, ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਵਾ, ਜਾਂ ਸਾਰੇ ਦੇਸ਼ਾਂ ਵਿੱਚ ਸ਼ਕਤੀਸ਼ਾਲੀ ਦੇਸ਼ ਕਿਹੜਾ ਵਾ। ਇਸ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਜਿਹੜੇ ਨੇ ਗਿਆਨ 'ਚ ਵਾਧਾ ਕਰਦੀਆਂ। ਨੰਬਰ 2, ਸੰਸਾਰ ਸਮੱਸਿਆਵਾਂ ਨੂੰ ਸਮਝਣ ਦੇ ਯੋਗ ਬਣਾਉਂਦਾ ਹੈ। ਕਹਿੰਦਾ ਸੰਸਾਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਔਰ ਦਿਨ ਪ੍ਰਤੀ ਦਿਨ ਸਾਰੀਆਂ ਸਮੱਸਿਆਵਾਂ ਵਿੱਚ ਗਿਣਤੀ ਵਿੱਚ ਵਾਧਾ ਹੋ ਰਿਹਾ। ਘਾਤਕ ਤੇ ਖਤਰਨਾਕ ਹਥਿਆਰਾਂ ਦਾ ਦਿਨ ਪ੍ਰਤੀ ਦਿਨ ਪ੍ਰਸਾਰ ਹੋ ਰਿਹਾ। ਵੱਖ-ਵੱਖ ਦੇਸ਼ ਪਰਮਾਣੂ ਹਥਿਆਰਾਂ ਦੇ ਵਿੱਚ ਵੀ ਲੱਗੇ ਹੋਏ ਆ ਔਰ ਅਨੇਕਾਂ ਦੇਸ਼ ਪਰਮਾਣੂ ਤਕਨੀਕ ਪ੍ਰਾਪਤ ਵੀ ਕਰਨਾ ਚਾਹੁੰਦੇ ਆ। ਕਹਿੰਦਾ ਅੱਤਵਾਦ ਵੀ ਵੱਧ ਰਿਹਾ। ਇਸ ਕਰਕੇ ਕਹਿੰਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਸੰਬੰਧਿਤ ਮਾਮਲੇ ਵੀ ਦਿਨ ਪ੍ਰਤੀ ਦਿਨ ਵੱਧ ਰਹੇ ਨੇ। ਵਾਤਾਵਰਨ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ, ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ ਦੀਆਂ ਸਮੱਸਿਆਵਾਂ ਵੀ ਹੋ ਰਹੀਆਂ ਨੇ। ਅਮੀਰ ਦੇਸ਼ਾਂ ਲਈ ਇਹ ਵੰਗਾਰ ਆ ਔਰ ਅੰਤਰਰਾਸ਼ਟਰੀ ਰਾਜਨੀਤੀ ਵਿਅਕਤੀ ਦਾ ਇਹਨਾਂ ਚੀਜ਼ਾਂ ਵੱਲ ਧਿਆਨ ਖਿੱਚ ਕੇ ਲੈ ਕੇ ਜਾਂਦੀ ਹੈ। ਉਸ ਤਰ੍ਹਾਂ ਇਨਸਾਨ ਨੂੰ ਕਦੀ ਨਹੀਂ ਪਤਾ ਲੱਗ ਸਕਦਾ ਕਿ ਕਿਹੜੇ ਕਿਹੜੇ ਦੇਸ਼ ਵਿੱਚ ਭੁੱਖਮਰੀ ਹੈ ਤੇ ਕਿਹੜੇ ਵਿੱਚ ਬੇਰੁਜ਼ਗਾਰੀ ਹੈ। ਨੰਬਰ 3, ਸੰਸਾਰ ਸ਼ਾਂਤੀ ਦੀ ਇਕਸੁਰਤਾ ਕਾਇਮ ਕਰਨ ਵਿੱਚ ਸਹਾਈ। ਕਹਿੰਦਾ ਜੇਕਰ ਅਸੀਂ ਅੰਤਰਰਾਸ਼ਟਰੀ ਰਾਜਨੀਤੀ ਦੇ ਥਰੂ ਸਾਰੇ ਦੇਸ਼ਾਂ ਦੇ ਬਾਰੇ ਮਸਲਿਆਂ ਨੂੰ ਵੇਖਾਂਗੇ, ਕਿਹੜੇ ਕਿਹੜੇ ਮਸਲੇ ਆ, ਜਾਂ ਉਹਨਾਂ ਦਾ ਪਤਾ ਹੋਊਗਾ ਇੱਕ ਦੂਜੇ ਦੇ ਜਿਹੜੇ ਰਾਜਨੀਤੀ ਵਿੱਚ ਸ਼ਾਮਲ ਜਿਹੜੇ ਵਿਅਕਤੀ ਨੇ, ਤਾਂ ਉਹ ਫਿਰ ਉਹਨਾਂ ਦਾ ਹੱਲ ਤੇ ਉਹਦੇ ਵਿੱਚ ਸ਼ਾਂਤੀ ਲਿਆਉਣ ਦੀ ਤੇ ਇਕਜੁੱਟ ਹੋ ਕੇ ਵਿਵਾਦਾਂ ਦਾ ਹੱਲ ਕਰਨ ਦੀ ਵਿੱਚ ਸਹਾਈ ਹੋਣਗੇ। ਕਹਿੰਦਾ ਰਾਸ਼ਟਰਾਂ ਦੇ ਵਿਵਹਾਰ ਨੂੰ ਸਮਝਣ ਦੇ ਯੋਗ ਬਣਾਉਂਦਾ। ਕਹਿੰਦਾ ਅੰਤਰਰਾਸ਼ਟਰੀ ਰਾਜਨੀਤੀ ਉਹ ਵਿਸ਼ਾ ਵਸਤੂ ਜਿਸ ਵਿੱਚ ਸਾਨੂੰ ਵੱਖ-ਵੱਖ ਰਾਸ਼ਟਰਾਂ ਦੇ ਵਿਵਹਾਰ ਦਾ ਪਤਾ ਲੱਗਦਾ ਕਿ ਕਿਹੜਾ ਰਾਸ਼ਟਰ ਜਿਵੇਂ ਕਿ ਅੱਤਵਾਦੀਆਂ ਨੂੰ ਸਪੋਰਟ ਕਰ ਰਿਹਾ, ਕਿਹੜਾ ਜਿਹੜਾ ਰਾਸ਼ਟਰ ਹੈ ਉਹ ਅੱਤਵਾਦੀਆਂ ਦਾ ਖਾਤਮਾ ਕਰ ਰਿਹਾ। ਇਸ ਤਰ੍ਹਾਂ ਕਹਿੰਦਾ ਹਰੇਕ ਮਤਲਬ ਰਾਸ਼ਟਰ ਦਾ ਆਪਣਾ ਆਪਣਾ ਵਿਵਹਾਰ ਹੈ। ਨੈਕਸਟ ਪੁਆਇੰਟ ਹੈਗਾ ਵਾ ਰਾਸ਼ਟਰਵਾਦ ਅਤੇ ਅੰਤਰਰਾਸ਼ਟਰਵਾਦ ਵਿਚਕਾਰ ਇਕਸੁਰਤਾ। ਕਹਿੰਦਾ ਜਿਹੜੇ ਰਾਸ਼ਟਰਵਾਦ ਹੁੰਦਾ, ਜਿਹੜੇ ਆਪਣਾ ਹੀ ਦੇਸ਼ ਹੁੰਦਾ ਇਕੱਲਾ ਰਾਜ, ਔਰ ਅੰਤਰਰਾਸ਼ਟਰਵਾਦ ਸਾਰੇ ਅੰਤਰਰਾਸ਼ਟਰ ਵਿੱਚ ਇਕਸੁਰ ਹੋ ਕੇ ਇਕਸੁਰਤਾ ਕਾਇਮ ਕਰਦੀ ਹੈ ਅੰਤਰਰਾਸ਼ਟਰੀ ਰਾਜਨੀਤੀ, ਯਾਨੀ ਕਿ ਉਹਨਾਂ ਨੂੰ ਇੱਕ ਕਰਦੀ ਹੈ। ਰਾਸ਼ਟਰਵਾਦ ਕਹਿੰਦਾ ਇੱਕ ਅਜਿਹਾ ਗੁਣ ਆ ਜਿਹਦੇ ਵਿੱਚ ਵਿਅਕਤੀ ਆਪਣੇ ਦੇਸ਼ ਭਗਤੀ ਅਤੇ ਦੇਸ਼ ਪ੍ਰੇਮ ਦੀ ਭਾਵਨਾ ਕਰਦਾ ਹੁੰਦੀ ਆ। ਰਾਸ਼ਟਰਵਾਦ ਕੱਟੜਤਾ ਦਾ ਰੂਪ ਧਾਰਨ ਕਰ ਲੈਂਦਾ ਤਾਂ ਇੱਕ ਬੁਰਾਈ ਬਣ ਜਾਂਦੀ ਹੈ।
ਇਸ ਨਾਲ ਵਿਅਕਤੀ ਦਾ ਸੋਚਣ ਜਿਹੜੀ ਆ ਉਹ ਸੌੜੀ ਹੋ ਜਾਂਦੀ, ਔਖੀ ਹੋ ਜਾਂਦੀ ਆ। ਦੂਜੇ ਰਾਸ਼ਟਰ ਲੋਕਾਂ ਨਾਲ ਘ੍ਰਿਣਾ ਕਰਨ ਲੱਗ ਪੈਂਦੇ ਹਨ, ਪਰੰਤੂ ਅੰਤਰਰਾਸ਼ਟਰੀ ਰਾਜਨੀਤੀ ਅਧਿਐਨ ਵਿਅਕਤੀ ਜੇਕਰ ਅਸੀਂ ਅੰਤਰਰਾਸ਼ਟਰੀ ਰਾਜਨੀਤੀ ਅਧਿਐਨ ਕਰਾਂਗੇ ਤਾਂ ਸਾਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ। ਸਾਨੂੰ ਪਤਾ ਲੱਗ ਜਾਊਗਾ ਕਿ ਸੰਸਾਰ ਦੇ ਕਿਸ ਤਰ੍ਹਾਂ ਦੇ ਸੰਬੰਧ ਨੇ। ਨਿਆਂ ਤੇ ਆਧਾਰਿਤ ਸੰਸਾਰ ਦੀ ਸਥਾਪਨਾ ਵਿੱਚ ਸਹਾਈ ਕਹਿੰਦਾ ਕਿ ਇਹ ਜਿਹੜੀ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਦੇ ਮੁਤਾਬਕ ਕਹਿੰਦਾ ਵਰਤਮਾਨ ਸੰਸਾਰ ਵਿੱਚ ਬਹੁਤ ਸਾਰੀਆਂ ਅਸਮਾਨਤਾਵਾਂ ਪਾਈਆਂ ਜਾਂਦੀਆਂ ਨੇ। ਜਿੱਥੇ ਸ਼ਕਤੀਸ਼ਾਲੀ ਦੇਸ਼ ਨੇ ਉੱਥੇ ਅਮੀਰ ਰਾਸ਼ਟਰ ਨੂੰ ਗਰੀਬ, ਅਵਿਕਸਿਤ ਅਤੇ ਕਮਜ਼ੋਰ ਰਾਸ਼ਟਰਾਂ ਦਾ ਸ਼ੋਸ਼ਣ ਕਰਨ ਦਾ ਮੌਕਾ ਮਿਲ ਜਾਂਦਾ ਹੈ। ਵਧੀਆ ਸੰਸਾਰ ਦੇ ਨਿਰਮਾਣ ਲਈ ਸੰਸਾਰ ਵਿੱਚ ਇਹ ਅਸਮਾਨਤਾਵਾਂ ਖਤਮ ਕੀਤੇ ਜਾਣ ਦੀ ਵੀ ਜ਼ਰੂਰਤ ਹੈ। ਵਿਵਹਾਰਿਕ ਉਪਯੋਗਤਾ ਕਹਿੰਦਾ ਕਿ ਅੰਤਰਰਾਸ਼ਟਰੀ ਰਾਜਨੀਤੀ ਦੀ ਵਿਵਹਾਰਿਕ ਉਪਯੋਗਤਾ ਹੈ। ਇਹਦੇ ਵਿੱਚ ਸਿਆਸਤਦਾਨਾਂ, ਅਧਿਕਾਰੀਆਂ, ਰਾਜਨੀਤੀਵਾਨਾਂ, ਅੰਤਰਰਾਸ਼ਟਰੀ ਵਕੀਲਾਂ, ਸੈਨਿਕ ਅਧਿਕਾਰੀਆਂ ਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਰਾਂ ਨੂੰ ਅੰਤਰਰਾਸ਼ਟਰੀ ਸਮੱਸਿਆਵਾਂ, ਅੰਤਰਰਾਸ਼ਟਰੀ ਕਾਨੂੰਨ, ਅੰਤਰਰਾਸ਼ਟਰੀ ਸੰਸਥਾਵਾਂ ਆਦਿ ਦਾ ਵਿਵਹਾਰਿਕ ਗਿਆਨ ਪ੍ਰਾਪਤ ਹੁੰਦਾ। ਨੈਕਸਟ ਆ ਜਾਓ, ਮਨੁੱਖਤਾ ਦੇ ਬਚਾਓ ਲਈ ਜ਼ਰੂਰੀ ਕਹਿੰਦਾ ਅੱਜ ਵੱਖ-ਵੱਖ ਸੰਗਠਨ ਜਿਹੜੇ ਕਾਇਮ ਕੀਤੇ ਗਏ ਜਿੱਥੇ ਕਿ ਵਿਵਾਦਾਂ ਦਾ ਹੱਲ ਹੁੰਦਾ ਵਾ, ਉਹ ਮਨੁੱਖ ਵਾਸਤੇ ਬਹੁਤ ਜ਼ਰੂਰੀ ਆ। ਕਿਉਂਕਿ ਜੇਕਰ ਉਹ ਨਹੀਂ ਹੋਣਗੇ, ਦੇਸ਼ਾਂ ਦਾ ਆਪਸ ਵਿੱਚ ਸੁਲਹ ਸਫਾਈ ਨਹੀਂ ਹੋਊਗੀ ਤਾਂ ਯੁੱਧ ਦਾ ਖਤਰਾ ਬਣਿਆ ਰਹੇਗਾ, ਜਿਹੜਾ ਕਿ ਮਨੁੱਖਤਾ ਲਈ ਘਾਤਕ ਹੈ। ਇਹ ਸੀਗੀ ਸਾਡੀ ਫਸਟ ਇਕਾਈ, ਇੰਪੋਰਟੈਂਟ ਕੁਐਸਚਨ ਸੀਗੇ। ਨੈਕਸਟ ਆ ਜਾਓ ਤੁਸੀਂ ਪੇਜ ਨੰਬਰ ਇਕਾਈ 2 ਯਾਨੀ ਕਿ ਚੈਪਟਰ 2। ਇਹਦੇ ਵਿੱਚ 24 ਪੇਜ ਤੇ ਹੈਗਾ ਕਿ ਆਪਾਂ ਜੇਕਰ ਕੁਐਸਚਨ ਆ ਜਾਏ ਕਿ ਅੰਤਰਰਾਸ਼ਟਰੀ ਰਾਜਨੀਤੀ ਦੇ ਯਥਾਰਥਵਾਦੀ ਤੇ ਆਦਰਸ਼ਵਾਦੀ ਦ੍ਰਿਸ਼ਟੀਕੋਣ ਲਿਖੋ। ਯਥਾਰਥਵਾਦੀ ਦ੍ਰਿਸ਼ਟੀਕੋਣ ਹੁੰਦਾ ਜਿਹੜਾ ਹੁਣ ਚੱਲ ਰਿਹਾ ਜਿਸ ਤਰ੍ਹਾਂ ਦੀ ਅੰਤਰਰਾਸ਼ਟਰੀ ਰਾਜਨੀਤੀ, ਔਰ ਆਦਰਸ਼ਵਾਦੀ ਹੁੰਦਾ ਜਿਹੜਾ ਅਸੀਂ ਥੋੜੀ ਜਿਹੀ ਕਲਪਨਾ ਕਰਕੇ ਕਿ ਇਸ ਤਰ੍ਹਾਂ ਦਾ ਰਾਜਨੀਤੀ ਹੋਣੀ ਚਾਹੀਦੀ ਹੈ। ਪਹਿਲਾਂ ਆਪਾਂ ਥੋੜੀ ਜਿਹੀ ਡੈਫੀਨੇਸ਼ਨ ਲਵਾਂਗੇ ਕਿ ਯਥਾਰਥਵਾਦੀ ਦ੍ਰਿਸ਼ਟੀਕੋਣ ਤੋਂ ਕੀ ਭਾਵ ਆ। ਕਹਿੰਦਾ ਕਿ ਜਿਹੜਾ ਯਥਾਰਥਵਾਦੀ ਦੇ ਅਨੁਸਾਰ ਵਿਅਕਤੀ ਦੇ ਇਸ ਵਿਸ਼ਵਾਸ ਦੀ ਉਪਜ ਆ ਕਿ ਦੂਜੇ ਸਦਾ ਲਈ ਉਸਨੂੰ ਖਤਮ ਕਰਨ ਲਈ ਯਤਨਸ਼ੀਲ ਹੈ। ਹੁਣ ਯਥਾਰਥਵਾਦੀ ਇਹ ਕੀ ਸੋਚਦੇ ਆ ਕਿ ਦੂਸਰੇ ਜਿਹੜੇ ਨੇ ਲੋਕ ਜਾਂ ਦੂਸਰੇ ਦੇਸ਼ ਉਹਨੂੰ ਖਤਮ ਕਰਨਾ ਚਾਹੁੰਦੇ ਆ, ਕਹਿੰਦੇ ਇਸ ਲਈ ਉਸਨੂੰ ਆਪਣੀ ਰਾਖੀ ਲਈ ਦੂਜਿਆਂ ਨੂੰ ਖਤਮ ਕਰਨ ਲਈ ਸਦਾ ਤਿਆਰ ਰਹਿਣਾ ਚਾਹੀਦਾ। ਇਹ ਯਥਾਰਥਵਾਦੀਆਂ ਦੀ ਸੋਚ ਆ ਕਿ ਦੂਸਰੇ ਦੇਸ਼ ਜਾਂ ਦੂਸਰੇ ਲੋਕ ਉਹਨੂੰ ਖਤਮ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਨੇ, ਇਸ ਕਰਕੇ ਉਹਨੂੰ ਵੀ ਹਮੇਸ਼ਾ ਆਪਣੀ ਰਾਖੀ ਵਾਸਤੇ ਦੂਜਿਆਂ ਨੂੰ ਖਤਮ ਕਰਨ ਲਈ ਤਿਆਰ ਰਹਿਣਾ ਚਾਹੀਦਾ। ਔਰ ਯਥਾਰਥਵਾਦੀਆਂ ਦਾ ਜਿਹੜਾ ਦ੍ਰਿਸ਼ਟੀਕੋਣ ਜਿਹੜਾ ਨਜ਼ਰੀਆ ਉਹ ਕਹਿੰਦੇ ਆ ਕਿ ਸ਼ਰੀਕਾਚਾਰੀ ਝਗੜੇ ਅਤੇ ਸ਼ਕਤੀ ਲਈ ਸੰਘਰਸ਼ ਵੱਖ-ਵੱਖ ਰਾਜਾਂ ਵਿਚਕਾਰ ਨਿਰੰਤਰ ਚੱਲਦਾ। ਇਹਨਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਜਾਂ ਸਰਕਾਰ ਦੁਆਰਾ ਕੰਟਰੋਲ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਕੂਟਨੀਤੀ ਦਾ ਮੁੱਖ ਉਦੇਸ਼ ਰਾਸ਼ਟਰਾਂ ਵਿਚਕਾਰ ਨਿਰੰਤਰ ਚੱਲਦੇ ਰਹਿਣ ਵਾਲੇ ਸ਼ਕਤੀ ਲਈ ਸੰਘਰਸ਼ ਨੂੰ ਰੋਕਣਾ ਹੈ। ਔਰ ਇਹਦੇ ਵਾਸਤੇ ਕਹਿੰਦਾ ਕਿ ਉਹ ਯੁੱਧ ਨੂੰ ਵੀ ਜ਼ਰੂਰੀ ਸਮਝ ਲੈਂਦੇ। ਹੁਣ ਇਹਦੇ ਵਿੱਚ ਜਿਹੜੇ ਸਮਰਥਕ ਸੀਗੇ ਉਹਨਾਂ ਦੇ ਨਾਮ ਦੇ ਉੱਤੇ ਇਹਨਾਂ ਨੇ ਜਿਵੇਂ ਮੈਕਸ ਵੇਬਰ, ਨਿਕੋਲਸ ਜੇ, ਸਪਾਈਕਮੈਨ, ਰਿਨਹੋਲਡ, ਇਸ ਤਰ੍ਹਾਂ ਦੇ 2-4 ਵਿਦਵਾਨ ਨੇ ਜਿਨ੍ਹਾਂ ਨੇ ਇਹਦਾ ਸਮਰਥਨ ਕੀਤਾ। ਔਰ ਯਥਾਰਥਵਾਦੀ ਦਾ ਜਿਹੜੀਆਂ ਬੇਸਿਕ ਧਾਰਨਾਵਾਂ ਨੇ ਯਾਨੀ ਕਿ ਮੂਲ ਧਾਰਨਾਵਾਂ ਨੇ ਉਹਦੀਆਂ ਇਹ ਨੇ ਕਿ ਮਨੁੱਖ ਸੁਭਾਅ ਤੋਂ ਸਵਾਰਥੀ ਆ। ਉਹਨਾਂ ਦੇ ਮੁਤਾਬਕ ਜੇ ਮਨੁੱਖ ਸੁਭਾਅ ਤੋਂ ਸਵਾਰਥੀ ਆ ਤੇ ਇਟ ਮੀਨਸ ਕਿ ਸਾਰੇ ਦੇਸ਼ ਵੀ ਸਵਾਰਥੀ ਆ। ਸ਼ਕਤੀ ਦੀ ਲਾਲਸਾ ਉਹਨਾਂ ਦਾ ਦੂਸਰਾ ਦ੍ਰਿਸ਼ਟੀਕੋਣ ਇਹ ਆ ਕਿ ਹਰੇਕ ਰਾਜਨੀਤੀ ਵਿੱਚ ਜਿਹੜੇ ਦੇਸ਼ ਨੇ ਉਹਨਾਂ ਨੂੰ ਵੱਧ ਤੋਂ ਵੱਧ ਸ਼ਕਤੀ ਇਕੱਠੀ ਕਰਨ ਦਾ ਲਾਲਚ ਹੁੰਦਾ ਹੈ, ਔਰ ਇਹ ਲਾਲਚ ਕਦੀ ਖਤਮ ਨਹੀਂ ਹੁੰਦਾ। ਇੱਕ ਰਾਸ਼ਟਰ ਦੂਸਰੇ ਰਾਸ਼ਟਰ ਉੱਤੇ ਆਪਣੀ ਸਰਦਾਰੀ ਕਾਇਮ ਕਰਨਾ ਚਾਹੁੰਦਾ, ਔਰ ਇਹ ਜੇਕਰ ਉਹ ਸ਼ਕਤੀਸ਼ਾਲੀ ਹੋਊਗਾ ਤੇ ਫਿਰ ਹੀ ਉਹ ਸਰਦਾਰੀ ਕਾਇਮ ਕਰੂਗਾ। ਨੰਬਰ 3 ਅੰਤਰਰਾਸ਼ਟਰੀ ਰਾਜਨੀਤੀ ਸ਼ਕਤੀ ਲਈ ਸੰਘਰਸ਼। ਕਹਿੰਦਾ ਅੰਤਰਰਾਸ਼ਟਰੀ ਰਾਜਨੀਤੀ ਜਿਹੜੀ ਉਹ ਸਿਰਫ ਸ਼ਕਤੀ ਲਈ ਸੰਘਰਸ਼ ਹੈ। ਆਤਮ ਸੁਰੱਖਿਆ ਨੂੰ ਪਹਿਲ। ਅੰਤਰਰਾਸ਼ਟਰੀ ਰਾਜਨੀਤੀ ਵਿੱਚ ਹਰ ਕੋਈ ਰਾਜ ਆਪਣੇ ਆਪ ਨੂੰ ਪਹਿਲਾਂ ਸੁਰੱਖਿਅਤ ਕਰਦਾ ਹੈ। ਨੰਬਰ 5 ਦੂਜੇ ਰਾਸ਼ਟਰਾਂ ਤੇ ਵਿਸ਼ਵਾਸ ਨਾ ਕਰਨਾ। ਕਹਿੰਦਾ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਜਿਹੜੇ ਦੂਸਰੇ ਰਾਸ਼ਟਰ ਹਨ ਉਹਨਾਂ ਤੇ ਵਿਸ਼ਵਾਸ ਕੋਈ ਦੇਸ਼ ਵੀ ਨਹੀਂ ਕਰਦਾ। ਸੈਨਿਕ ਯੋਗਤਾਵਾਂ ਦੀ ਪ੍ਰਾਪਤੀ। ਕਹਿੰਦਾ ਕਿ ਹਮੇਸ਼ਾ ਹੀ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਭਾਵੇਂ ਕਿ ਉਹਨਾਂ ਦੇ ਸੰਬੰਧ ਵਧੀਆ ਨੇ ਫਿਰ ਵੀ ਹਰ ਕੋਈ ਆਪਣੀਆਂ ਸੈਨਿਕ ਯੋਗਤਾਵਾਂ ਤੇ ਹਥਿਆਰਾਂ ਨਾਲ ਲੈਸ ਨੇ ਸਾਰੇ ਦੇਸ਼। ਕਹਿੰਦਾ ਸ਼ਕਤੀ ਸੰਤੁਲਨ ਕੂਟਨੀਤੀ ਦੇ ਸੰਧੀਆਂ ਦਾ ਵਿਸ਼ੇਸ਼ ਮਹੱਤਵ। ਕਹਿੰਦਾ ਅੰਤਰਰਾਸ਼ਟਰੀ ਰਾਜਨੀਤੀ ਯਥਾਰਥਵਾਦੀਆਂ ਦੇ ਅਨੁਸਾਰ ਕਿ ਇਹੋ ਜਿਹੀਆਂ ਕੂਟਨੀਤੀਆਂ ਬਣਾਉਂਦੇ ਨੇ ਕਿ ਜਿਹਦੇ ਇਹੋ ਜਿਹੀਆਂ ਸੰਧੀਆਂ ਕਰਦੇ ਨੇ ਜਿਹਦੇ ਨਾਲ ਸ਼ਕਤੀ ਸੰਤੁਲਨ ਹੁੰਦਾ। ਦੂਜੇ ਰਾਸ਼ਟਰਾਂ ਸੰਬੰਧਾਂ ਦਾ ਵਿਕਾਸ ਹੈ। ਦੂਜੇ ਰਾਸ਼ਟਰਾਂ ਨਾਲ ਵੱਧ ਤੋਂ ਵੱਧ ਸੰਬੰਧ ਬਣਾਉਂਦੇ ਨੇ। ਰਾਸ਼ਟਰੀ ਹਿੱਤ ਬਦਲਦੇ ਰਹਿੰਦੇ ਨੇ। ਕਹਿੰਦਾ ਹਰ ਇੱਕ ਦੇਸ਼ ਦੇ ਆਪਣੇ ਆਪਣੇ ਰਾਸ਼ਟਰੀ ਹਿੱਤ ਜਿਹੜੇ ਉਹ ਬਦਲਦੇ ਰਹਿੰਦੇ। ਹੁਣ ਇਹਨਾਂ ਦੀਆਂ ਅਸੀਂ ਕਰਾਂਗੇ
ਸਰੂਪ ਕੁਐਸਚਨ ਇਵੇਂ ਆਉਣਾ ਕਿ ਯਥਾਰਥਵਾਦੀ ਦ੍ਰਿਸ਼ਟੀਕੋਣ ਤੋਂ ਕੀ ਭਾਵ ਹੈ, ਇਹਦਾ ਵਿਸ਼ੇਸ਼ਤਾਵਾਂ ਜਾਂ ਸਰੂਪ ਸੇਮ ਹੀ ਆ ਵੀ ਇਹਦੇ ਸਰੂਪ ਦੱਸੋ। ਤੇ ਕਈ ਵਾਰੀ ਕੁਐਸਚਨ ਇਵੇਂ ਵੀ ਹੁੰਦਾ ਕਿ ਯਥਾਰਥਵਾਦੀ ਦ੍ਰਿਸ਼ਟੀਕੋਣ ਔਰ ਆਦਰਸ਼ਵਾਦੀ ਦ੍ਰਿਸ਼ਟੀਕੋਣ ਵਿੱਚ ਅੰਤਰ ਦੱਸੋ। ਆਪਾਂ ਇਹਦੇ ਸਰੂਪ ਵਿਸ਼ੇਸ਼ਤਾਵਾਂ ਪੜਾਂਗੇ, ਇਸ ਤੋਂ ਬਾਅਦ ਆਦਰਸ਼ਵਾਦੀਆਂ ਦੀਆਂ ਪੜਾਂਗੇ। ਦੋਨਾਂ ਵਿੱਚ ਅੰਤਰ ਹੋ ਜਾਣਾ, ਦੋਨਾਂ ਵਿੱਚ ਅੰਤਰ ਕਰਕੇ ਆਪਾਂ ਇਹਦਾ ਲਿਖ ਸਕਦੇ ਹਾਂ। ਔਰ ਕਈ ਵਾਰੀ ਕੁਐਸਚਨ ਇਵੇਂ ਵੀ ਆਉਂਦਾ ਕਿ ਯਥਾਰਥਵਾਦੀਆਂ ਦੇ ਦ੍ਰਿਸ਼ਟੀਕੋਣ ਦੀ ਆਲੋਚਨਾ ਕਰੋ। ਜਿਹੜੀ ਅਸੀਂ ਯਥਾਰਥਵਾਦੀਆਂ ਦੇ ਦ੍ਰਿਸ਼ਟੀਕੋਣ ਪੜ੍ਹਨੇ ਆ ਉਹਦੀ ਅਸੀਂ ਆਪਣੇ ਤਰੀਕੇ ਨਾਲ ਆਲੋਚਨਾ ਵੀ ਲਿਖ ਸਕਦੇ ਹਾਂ। ਸਭ ਤੋਂ ਪਹਿਲੇ ਅਸੀਂ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਕਰਾਂਗੇ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਦੋਨੋਂ ਵੀ, ਯਥਾਰਥਵਾਦੀ ਦ੍ਰਿਸ਼ਟੀਕੋਣ ਔਰ ਆਦਰਸ਼ਵਾਦੀ ਦ੍ਰਿਸ਼ਟੀਕੋਣ। ਪਹਿਲਾ ਹੈਗਾ ਯਥਾਰਥਵਾਦੀ ਤੇ ਆਧਾਰਿਤ। ਕਹਿੰਦਾ ਇਹਦਾ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਯਥਾਰਥਵਾਦ ਤੇ ਆਧਾਰਿਤ ਹੈ, ਕਿਉਂਕਿ ਯਥਾਰਥਵਾਦੀ ਜਿਹੜੇ ਨੇ ਉਹ ਜਿਹੜੇ ਨੇ ਉਹ ਰਾਸ਼ਟਰਾਂ ਦੀ ਕੂਟਨੀਤੀ ਤੇ ਯੁੱਧ ਨੂੰ ਜ਼ਰੂਰੀ ਸਮਝਦੇ। ਸ਼ਰੀਕਾਚਾਰੀ ਵਿਵਾਦ ਸ਼ਕਤੀ ਸੰਘਰਸ਼ ਕੁਦਰਤੀ ਹਨ। ਕਹਿੰਦਾ ਦੂਸਰੀ ਵਿਸ਼ੇਸ਼ਤਾ ਯਥਾਰਥਵਾਦੀਆਂ ਦੇ ਦ੍ਰਿਸ਼ਟੀਕੋਣ ਦੀ ਇਹ ਆ ਕਿ ਇਹ ਸ਼ਰੀਕਾਚਾਰੀ, ਕਿ ਹਰ ਇੱਕ ਦੇਸ਼ ਦਾ ਦੂਸਰੇ ਦੇਸ਼ ਨਾਲ ਸ਼ਰੀਕਾ ਹੁੰਦਾ ਹੈ। ਉਹਨਾਂ ਦੇ ਵਿੱਚ ਬਹੁਤ ਸਾਰੀਆਂ ਵਿਵਾਦ ਪਾਏ ਜਾਂਦੇ ਆ ਔਰ ਸਾਰੇ ਦੇਸ਼ ਆਪਣੀ ਆਪਣੀ ਸ਼ਕਤੀ ਇਕੱਠੀ ਕਰਨ ਤੇ ਲੱਗੇ ਆ। ਕੂਟਨੀਤੀ ਦੀ ਮਹੱਤਤਾ, ਕਹਿੰਦਾ ਕਿ ਉਹਨਾਂ ਦੇ ਯਥਾਰਥਵਾਦੀਆਂ ਦੀ ਤੀਸਰੀ ਵਿਸ਼ੇਸ਼ਤਾ ਇਹ ਕਹਿੰਦੇ ਆ ਕਿ ਜਿਹੜੀ ਅੰਤਰਰਾਸ਼ਟਰੀ ਰਾਜਨੀਤੀ ਉਹਦੇ ਵਿੱਚ ਕੂਟਨੀਤੀ ਬਹੁਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਪਾਲਿਸੀਜ਼ ਬਣਾਈਆਂ ਜਾਂਦੀਆਂ ਜਿਹੜੀਆਂ ਕਿ ਸ਼ਕਤੀਸ਼ਾਲੀ ਦੇਸ਼ ਆਪਣੇ ਹੱਕ ਵਿੱਚ ਜ਼ਿਆਦਾ ਬਣਾਉਂਦੇ ਨੇ। ਵਿਚਾਰਧਾਰਾਵਾਂ ਵਿੱਚ ਵਿਸ਼ੇਸ਼ ਮਹੱਤਵ ਨਹੀਂ। ਕਹਿੰਦਾ ਕਿ ਇਹਨਾਂ ਦੇ ਮੁਤਾਬਕ ਕਿਸੇ ਵੀ ਦੇਸ਼ ਦੀ ਵਿਚਾਰਧਾਰਾ ਇੱਕ ਦੂਜੇ ਨਾਲ ਨਹੀਂ ਮਿਲਦੀ, ਕਿਉਂਕਿ ਕੁਝ ਦੇਸ਼ਾਂ ਵਿੱਚ ਲੋਕਤੰਤਰੀ ਵਿਚਾਰਧਾਰਾ, ਕਿਸੇ ਵਿੱਚ ਉਦਾਰਵਾਦੀ ਵਿਚਾਰਧਾਰਾ, ਕਿਸੇ ਵਿੱਚ ਜਿਹੜੀ ਆ ਉਹ ਹੈਗੀ ਆ ਰਾਜਤੰਤਰੀ ਵਿਚਾਰਧਾਰਾ। ਇਸ ਕਰਕੇ ਇਹਨਾਂ ਦੀਆਂ ਵਿਚਾਰਧਾਰਾਵਾਂ ਜਿਹੜੀਆਂ ਆਪਸ 'ਚ ਨਹੀਂ ਮਿਲਦੀਆਂ। ਵਾਸਤਵਿਕਤਾ ਤੇ ਨੈਤਿਕਤਾ ਵਿਚਕਾਰ ਗੂੜੇ ਸੰਬੰਧ। ਕਹਿੰਦਾ ਕਿ ਇਹਨਾਂ ਦੇ ਨੈਤਿਕਤਾ ਤੇ ਵਾਸਤਵਿਕਤਾ ਵਿੱਚ ਗੂੜੇ ਸੰਬੰਧ ਨੇ। ਕਹਿੰਦਾ ਕਿ ਜਿਹੜੇ ਨਤੀਜੇ ਨੂੰ ਮੁੱਖ ਰੱਖ ਕੇ ਕੰਮ ਕਰਨ ਦੀ ਨੈਤਿਕਤਾ ਦੀ ਪਰਖ ਕਰਦੇ ਨੇ ਔਰ ਇਹ ਜਿਨ੍ਹਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ, ਸਿਰਫ ਇਹ ਪਰਖ ਹੀ ਕਰਦੇ ਨੇ ਜਿਹੜੇ ਵਿਵਾਦਾਂ ਨੂੰ ਅਮਲੀ ਰੂਪ ਜਿਹੜਾ ਨਹੀਂ ਦਿੱਤਾ ਜਾਂਦਾ। ਦੇਸ਼ ਜਿਹੜੇ ਨੇ ਆਪਣੇ ਹਿੱਤਾਂ ਦੀ ਰਾਖੀ ਵਾਸਤੇ ਬਹੁਤ ਜ਼ਿਆਦਾ ਝੂਠ ਵੀ ਬੋਲਦੇ ਆ। ਨੰਬਰ 6 ਤਰਕ ਤੇ ਆਧਾਰਿਤ। ਕਹਿੰਦਾ ਯਥਾਰਥਵਾਦੀ ਹਨੇਰੇ ਵਿੱਚ ਤੀਰ ਨਹੀਂ ਚਲਾਉਂਦਾ। ਇਹਨਾਂ ਨੇ ਇੱਕ ਤਰਕ ਕੱਢਿਆ, ਇਹਨਾਂ ਤਰਕ ਕੱਢ ਕੇ ਆਪਣਾ ਦ੍ਰਿਸ਼ਟੀਕੋਣ ਦਿੱਤਾ ਵਾ ਕਿ ਜਿਹੜਾ ਕੋਈ ਵੀ ਵਾਦ ਜਿਹੜਾ ਤਰਕਹੀਣ ਅਧਿਐਨ ਦਾ ਨਹੀਂ, ਸਗੋਂ ਤਰਕ ਤੇ ਆਧਾਰਿਤ ਵਿਸ਼ੇਸ਼ਣ ਪਿੱਛੋਂ ਹੀ ਸਥਾਪਿਤ ਕੀਤਾ ਜਾਂਦਾ ਹੈ। ਰਾਸ਼ਟਰੀ ਹਿੱਤਾਂ ਦੀ ਮਹੱਤਤਾ। ਕਹਿੰਦਾ ਕਿ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਰਾਸ਼ਟਰੀ ਹਿੱਤਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ, ਕਿਉਂਕਿ ਰਾਸ਼ਟਰੀ ਹਰ ਕੋਈ ਜਿਹੜਾ ਵਾ ਉਹ ਆਪਣੇ ਜਿਹੜੇ ਰਾਸ਼ਟਰੀ ਹਿੱਤ ਆ ਨਾ, ਅੰਤਰਰਾਸ਼ਟਰੀ ਰਾਜਨੀਤੀ ਦੀ ਪੂੰਜੀ ਆ। ਜਿੰਨੀ ਦੇਰ ਉਹਨਾਂ ਦੇ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਹੁੰਦੀ ਰਹਿੰਦੀ ਆ, ਉਨੀ ਦੇਰ ਉਹ ਦੇਸ਼ਾਂ ਦੇ ਸੰਬੰਧ ਵੀ ਵਧੀਆ ਰਹਿੰਦੇ ਆ। ਮਨੁੱਖ ਦੇ ਵਾਸਤਵਿਕ ਸੁਭਾਅ ਦਾ ਅਧਿਐਨ। ਕਹਿੰਦਾ ਯਥਾਰਥਵਾਦੀ ਜਿਹੜੇ ਨੇ ਮਨੁੱਖ ਦਾ ਜਿਹੜਾ ਸੁਭਾਅ ਆ ਉਹਨੂੰ ਉਹਦਾ ਅਧਿਐਨ ਮੰਨਦੇ ਨੇ। ਉਹਦੇ ਮੁਤਾਬਕ ਜਿਹੜਾ ਮਨੁੱਖ ਸ਼ੁਰੂ ਤੋਂ ਹੀ ਜੰਗਲੀ ਅਤੇ ਲੜਾਕੂ ਸੀਗਾ, ਸਵਾਰਥੀ ਸੀਗਾ। ਉਹ ਆਪਣੇ ਹਿੱਤਾਂ ਦੀ ਹਮੇਸ਼ਾ ਪੂਰਤੀ ਕਰਦਾ ਸੀ ਔਰ ਜਦੋਂ ਤੱਕ ਵਿਅਕਤੀ ਦੇ ਸਵਾਰਥੀ ਹਿੱਤਾਂ ਦੀ ਪੂਰਤੀ ਹੁੰਦੀ ਰਹਿੰਦੀ ਆ, ਉਨੀ ਦੇਰ ਤੱਕ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਰਹਿੰਦਾ। ਔਰ ਜਦੋਂ ਹੀ ਉਸਦੇ ਸਵਾਰਥੀ ਹਿੱਤਾਂ ਦੀ ਪੂਰਤੀ ਹੋ ਜਾਂਦੀ ਆ ਤੇ ਉਹ ਆਪਣਾ ਦ੍ਰਿਸ਼ਟੀਕੋਣ ਜਿਹੜਾ ਉਹ ਚੇਂਜ ਕਰ ਲੈਂਦਾ। ਨੈਤਿਕ ਸਿਧਾਂਤਾਂ ਤੇ ਰਾਸ਼ਟਰੀ ਹਿੱਤਾਂ ਨੂੰ ਪਹਿਲ। ਕਹਿੰਦਾ ਕਿ ਜਿੰਨੇ ਵੀ ਨੈਤਿਕ ਮੋਰਲ ਵੈਲਿਊਜ਼ ਨੇ ਉਹਦੇ ਉੱਤੇ ਰਾਸ਼ਟਰੀ ਹਿੱਤਾਂ ਨੂੰ ਜ਼ਿਆਦਾ ਪਹਿਲ ਦਿੱਤੀ ਜਾਂਦੀ ਹੈ। ਅੰਤਰਰਾਸ਼ਟਰੀ ਸੰਬੰਧਾਂ ਦੇ ਅਧਿਐਨ ਤੇ ਜ਼ੋਰ। ਕਹਿੰਦਾ ਅੰਤਰਰਾਸ਼ਟਰੀ ਸੰਬੰਧਾਂ ਦਾ ਅਧਿਐਨ ਤੇ ਜ਼ੋਰ ਦਿੰਦੇ ਕਿ ਵੱਧ ਤੋਂ ਵੱਧ ਅੰਤਰਰਾਸ਼ਟਰੀ ਸੰਬੰਧਾਂ ਬਾਰੇ ਪੜ੍ਹੋ। ਇਹ ਸਾਰਾ ਕੁਛ ਯਥਾਰਥਵਾਦੀਆਂ ਦਾ ਕਹਿਣ ਦਾ ਭਾਵ। ਹੁਣ ਜੇਕਰ ਇਹਨਾਂ ਦੇ ਸਿਧਾਂਤ ਪੁੱਛੋ, ਸਿਰਫ ਆਪਾਂ ਨਾਮ ਲਿਖਾਂਗੇ। ਮਨੁੱਖੀ ਸੁਭਾਅ, ਵਸਤੂਨਿਸ਼ਟ ਕਾਨੂੰਨ, ਮਨੁੱਖੀ ਸੰਬੰਧਾਂ ਦੇ ਤੱਥ, ਰਾਸ਼ਟਰੀ ਸ਼ਕਤੀ ਦੇ ਰੂਪ 'ਚ ਪਰਿਭਾਸ਼ਿਤ ਰਾਸ਼ਟਰੀ ਹਿੱਤ। ਰਾਸ਼ਟਰੀ ਹਿੱਤਾਂ ਨੂੰ ਰਾਸ਼ਟਰੀ ਸ਼ਕਤੀ ਦੁਆਰਾ ਹੀ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਮੰਤਵਾਂ ਨੂੰ ਘੱਟ ਮਹੱਤਤਾ, ਵਿਚਾਰਧਾਰਾ ਨੂੰ ਘੱਟ ਮਹੱਤਤਾ। ਰਾਸ਼ਟਰੀ ਹਿੱਤ ਅਤੇ ਰਾਸ਼ਟਰੀ ਸ਼ਕਤੀ ਵਿਦੇਸ਼ ਨੀਤੀ ਦੇ ਨਿਰਧਾਰਕ ਤੱਤ ਹੁੰਦੇ ਹਨ। ਹਿੱਤਾਂ ਵਿੱਚ ਪਰਿਵਰਤਨਸ਼ੀਲਤਾ, ਰਾਸ਼ਟਰੀ ਹਿੱਤਾਂ ਅਤੇ ਰਾਸ਼ਟਰੀ ਸ਼ਕਤੀ ਦਾ ਨਿਰੰਤਰ ਮੁਲਾਂਕਣ। ਇਹ ਸਾਰੇ ਇਹਨਾਂ ਦੇ ਹੈਗੇ ਸਿਧਾਂਤ। 5 ਜਾਂ 7 ਕਰਨੇ। ਨੈਕਸਟ ਜੇਕਰ ਇਹਦੀ ਆਲੋਚਨਾ ਲਿਖੀ ਜਾਵੇ ਤੇ ਆਪਾਂ ਇਹਨਾਂ ਦੇ ਪੁਆਇੰਟ ਤੋਂ ਹੀ ਸਮਝ ਆ ਜਾਂਦੀ। ਪਹਿਲੀ ਆਲੋਚਨਾ ਹੈਗੀ ਸ਼ਕਤੀ ਦੇ ਵਧੇਰੇ ਜ਼ੋਰ। ਜਿਹੜੇ ਆਦਰਸ਼ਵਾਦੀ ਆ ਉਹਨਾਂ ਦੀ ਆਲੋਚਨਾ ਕੀਤੀ। ਉਹ ਕਹਿੰਦੇ ਕਿ ਜਿਹੜੇ ਯਥਾਰਥਵਾਦੀ ਆ ਉਹਨਾਂ ਨੇ ਸ਼ਕਤੀ ਤੇ ਜ਼ਿਆਦਾ ਜ਼ੋਰ ਦੇ ਦਿੱਤਾ। ਨੰਬਰ 2, ਉਹਨਾਂ ਨੇ ਇਹਦੀ ਇਹ ਆਲੋਚਨਾ ਕੀਤੀ ਹੈ ਕਿ ਨਾ ਤਾਂ ਪੂਰੀ ਤਰ੍ਹਾਂ ਅਨੁਭਵਵਾਦੀ ਤੇ ਨਾ ਹੀ ਪੂਰੀ ਤਰ੍ਹਾਂ ਤਰਕ ਸੰਗਤ। ਨੰਬਰ 3, ਕਦਰਾਂ ਕੀਮਤਾਂ ਦੀ ਮਹੱਤਤਾ ਨੂੰ ਅੱਖੀਂ ਓਹਲੇ ਕੀਤਾ। ਨੰਬਰ 4, ਅਣਵਿਗਿਆਨਿਕ ਦ੍ਰਿਸ਼ਟੀਕੋਣ। ਨੰਬਰ 5,
ਰਾਸ਼ਟਰੀ ਸ਼ਕਤੀ ਅਤੇ ਰਾਸ਼ਟਰੀ ਹਿੱਤਾਂ ਨੂੰ ਮਾਪਿਆ ਨਹੀਂ ਜਾ ਸਕਦਾ। ਨੰਬਰ 6 ਯੁੱਧ ਦਾ ਸਮਰਥਨ। ਕਹਿੰਦਾ ਆਦਰਸ਼ਵਾਦੀ ਇਹਨਾਂ ਦੀ ਆਲੋਚਨਾ ਕਰਦੇ ਹੋਏ ਕਹਿੰਦੇ ਕਿ ਯਥਾਰਥਵਾਦੀ ਤੇ ਹਮੇਸ਼ਾ ਯੁੱਧ ਹੀ ਚਾਹੁੰਦੇ ਆ। ਨੰਬਰ 7 ਨੈਤਿਕਤਾ ਦੀ ਮਹੱਤਤਾ ਨੂੰ ਅੱਖਿਓਂ ਉੱਲੇਖ ਕੀਤਾ ਗਿਆ। ਇਹ ਦੁਬਾਰਾ ਪੁਆਇੰਟ ਨਾ ਦਿੱਤਾ। ਨੈਤਿਕਤਾ ਤੇ ਰਾਸ਼ਟਰੀ ਹਿੱਤਾਂ ਵਿਚਕਾਰ ਇਕਸੁਰਤਾ ਕਾਇਮ ਕਰਨ ਦੀ ਲੋੜ, ਵਿਵੇਕ ਨੂੰ ਵਧੇਰੇ ਮਹੱਤਤਾ, ਯਥਾਰਥਵਾਦ ਆਦਰਸ਼ਵਾਦ ਦਾ ਮਿਸ਼ਰਣ, ਰਾਜਨੀਤੀ ਖੁਦ ਮੁਖਤਿਆਰ ਨਹੀਂ ਆ, ਇਕਸਾਰਤਾ ਦੀ ਕਮੀ। ਇਹ ਸਾਰੇ ਇਹਨਾਂ ਦੀ ਆਲੋਚਨਾ ਦੇ ਪੁਆਇੰਟ ਆ। ਨੈਕਸਟ ਆ ਜੋ ਕੁਐਸਚਨ ਆਪਾਂ ਆਦਰਸ਼ਵਾਦੀਆਂ ਦਾ ਕਰਾਂਗੇ। ਆਦਰਸ਼ਵਾਦੀਆਂ ਦਾ ਹੁਣ ਦ੍ਰਿਸ਼ਟੀਕੋਣ ਕੀ ਹੈ। ਯਥਾਰਥਵਾਦੀ ਤੇ ਕਹਿੰਦੇ ਕਿ ਮਨੁੱਖ ਭੈੜਾ ਵਾ, ਜੰਗਲੀ ਆ, ਲੜਾਕੂ ਆ, ਇਸ ਕਰਕੇ ਉਹ ਆਪਣੇ ਬਾਰੇ ਹਮੇਸ਼ਾ ਸੋਚਦਾ, ਸਵਾਰਥੀ ਆ। ਪਰ ਆਦਰਸ਼ਵਾਦੀ ਇਸ ਤਰ੍ਹਾਂ ਨਹੀਂ ਕਹਿੰਦੇ। ਉਹਨਾਂ ਦੇ ਮੁਤਾਬਕ ਮਨੁੱਖ ਜਿਹੜਾ ਵਾ ਉਹ ਸੁਭਾਅ ਤੋਂ ਹੀ ਚੰਗਾ ਵਾ ਔਰ ਉਹ ਲਾਲਚੀ ਵੀ ਨਹੀਂ ਆ। ਹਾਲਾਤ ਉਹਨੂੰ ਲਾਲਚੀ ਬਣਾ ਦਿੰਦੇ ਨੇ ਔਰ ਉਹ ਝਗੜਾਲੂ ਵੀ ਨਹੀਂ, ਉਹ ਸ਼ਾਂਤੀ ਪਸੰਦ ਆ ਔਰ ਇਸ ਕਰਕੇ ਉਹਨੇ ਮਤਲਬ ਕਿ ਆਪਣੇ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਜਿਹੜੇ ਆਪਣੇ ਆਪਣੇ ਹਿੱਤਾਂ ਦੀ ਪੂਰਤੀ ਵਾਸਤੇ ਵਿਵਾਦਾਂ ਦਾ ਹੱਲ ਪੇਸ਼ ਕਰਨ ਵਾਸਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਹਿੱਸਾ ਪਾਉਂਦਾ ਹੈ। ਕਹਿੰਦਾ ਜਿਹੜੇ ਆਦਰਸ਼ਵਾਦੀ ਨਾ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਸਥਾਵਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਇਹਨਾਂ ਦਾ ਵਿਕਾਸ ਕੀਤੇ ਜਾਣ ਦੇ ਹੱਕ ਵਿੱਚ ਆ। ਕਿਉਂਕਿ ਯਥਾਰਥਵਾਦੀ ਕਹਿੰਦੇ ਕਿ ਅੰਤਰਰਾਸ਼ਟਰੀ ਸੰਗਠਨ ਜਿਹੜੇ ਆ ਉਹ ਉਹਨਾਂ ਦੇਸ਼ਾਂ ਨੇ ਆਪਣੇ ਸਵਾਰਥ ਵਾਸਤੇ ਬਣਾਏ, ਜਦਕਿ ਆਦਰਸ਼ਵਾਦੀ ਕਹਿੰਦੇ ਬਿਲਕੁਲ ਗਲਤ ਆ। ਕਿਉਂਕਿ ਕੋਈ ਵੀ ਦੇਸ਼ ਨਹੀਂ ਯੁੱਧ ਕਰਨਾ ਚਾਹੁੰਦਾ, ਸਾਰੇ ਦੇਸ਼ ਸ਼ਾਂਤੀ ਚਾਹੁੰਦੇ ਆ, ਇਸ ਕਰਕੇ ਉਹਨਾਂ ਨੇ ਇਹ ਬਣਾਏ ਹੋਏ ਆ। ਉਹਨਾਂ ਦੀ ਮੂਲ ਧਾਰਨਾਵਾਂ ਹੈਗੀਆਂ ਨੇ ਕਿ ਮਨੁੱਖ ਬੁਨਿਆਦੀ ਤੌਰ ਤੇ ਚੰਗੇ ਸੁਭਾਅ ਦਾ ਹੈ, ਉਹ ਇੱਕ ਦੂਜੇ ਦੀ ਸਹਾਇਤਾ ਤੇ ਪਰਉਪਕਾਰੀ ਵੀ। ਕਹਿੰਦਾ ਜੇਕਰ ਮਨੁੱਖ ਮਾੜਾ ਹੈ ਤੇ ਉਹ ਚੰਗਾ ਵੀ ਆ, ਉਹ ਲੋਕਾਂ ਦੀ ਸਹਾਇਤਾ ਵੀ ਕਰਦਾ ਤੇ ਪਰਉਪਕਾਰੀ ਵੀ ਆ। ਨੰਬਰ 2 ਪੇਜ ਨੰਬਰ ਹੈਗਾ ਜੀ 39। ਨੰਬਰ 2 ਮਨੁੱਖਾਂ ਦੀ ਦੂਜਿਆਂ ਦੀ ਭਲਾਈ ਕਰਨ ਦੀ ਬੁਨਿਆਦੀ ਭਾਵਨਾ ਵਿਕਾਸ ਨੂੰ ਸੰਭਵ ਬਣਾਉਂਦੀ ਹੈ। ਨੰਬਰ 3 ਬੁਰਾ ਮਨੁੱਖ ਵਿਵਹਾਰ ਬੁਰੇ ਵਾਤਾਵਰਨ ਤੇ ਬੁਰੀਆਂ ਸੰਸਥਾਵਾਂ ਦੀ ਉਪਜ ਹੈ। ਕਹਿੰਦਾ ਮਨੁੱਖ ਜਿਹੜਾ ਸ਼ੁਰੂ ਤੋਂ ਬੁਰਾ ਨਹੀਂ ਹੁੰਦਾ, ਜਿਹੜੇ ਹਾਲਾਤ ਨੂੰ ਬੁਰਿਆ ਬਣਾਉਂਦੇ, ਵਿਅਕਤੀ ਨੂੰ ਗਲਤ ਕੰਮ ਕਰਨ ਅਤੇ ਯੁੱਧ ਕਰਨ ਦੀ ਉਤਸ਼ਾਹਿਤ ਕਰਦਾ ਬੁਰਾ ਮਾਹੌਲ। ਨੰਬਰ 4 ਯੁੱਧ ਅੰਤਰਰਾਸ਼ਟਰੀ ਪ੍ਰਣਾਲੀ ਦੀ ਸਭ ਤੋਂ ਘਟੀਆ ਵਿਸ਼ੇਸ਼ਤਾ। ਨੰਬਰ 5 ਯੁੱਗ ਅਟਲ ਨਹੀਂ ਹੈ, ਜਿਹੜੇ ਅੰਤਰਰਾਸ਼ਟਰੀ ਪ੍ਰਬੰਧ ਇਸ ਨੂੰ ਉਤਸ਼ਾਹਿਤ ਕਰਦੇ ਹਨ, ਉਸ ਨੂੰ ਖਤਮ ਕਰਕੇ ਯੁੱਧ ਨੂੰ ਖਤਮ ਕੀਤਾ ਜਾ ਸਕਦਾ। ਨੰਬਰ 6 ਯੁੱਧ ਅੰਤਰਰਾਸ਼ਟਰੀ ਸਮੱਸਿਆ ਹੈ ਤੇ ਇਸ ਦੇ ਖਾਤਮੇ ਲਈ ਰਾਸ਼ਟਰ ਨਹੀਂ ਸਗੋਂ ਵਿਸ਼ਵ ਵਿਆਪੀ ਯਤਨਾਂ ਦੀ ਲੋੜ ਹੈ। ਨੰਬਰ 7 ਕਹਿੰਦਾ ਯੁੱਧ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ ਦੇ ਖਾਤਮੇ ਲਈ ਅੰਤਰਰਾਸ਼ਟਰੀ ਭਾਈਚਾਰੇ ਦਾ ਪੁਨਰਗਠਨ ਹੋਣਾ ਚਾਹੀਦਾ। ਨੰਬਰ 8 ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਨੂੰ ਯਕੀਨੀ ਬਣਾਏ ਜਾਣ ਅਤੇ ਅੰਤਰਰਾਸ਼ਟਰੀ ਜੀਵਨ ਵਿੱਚੋਂ ਯੁੱਧ, ਭੁੱਖ ਅਤੇ ਹੋਰ ਦੂਜੀਆਂ ਬੁਰਾਈਆਂ ਦੇ ਖਾਤਮੇ ਲਈ ਅਜਿਹੀਆਂ ਅੰਤਰਰਾਸ਼ਟਰੀ ਸੰਸਥਾਵਾਂ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਜੋ ਕਿ ਅੰਤਰਰਾਸ਼ਟਰੀ ਸ਼ਾਂਤੀ, ਅੰਤਰਰਾਸ਼ਟਰੀ ਕਾਨੂੰਨ ਅਤੇ ਅੰਤਰਰਾਸ਼ਟਰੀ ਵਿਵਸਥਾ ਦੀ ਸਥਾਪਨਾ ਲਈ ਵਚਨਬੱਧ ਹੋਣ। ਹੁਣ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਕੀ, ਬਿਲਕੁਲ ਯਥਾਰਥਵਾਦੀਆਂ ਦੇ ਉਲਟ ਆ ਇਹਨਾਂ ਦੀਆਂ ਵਿਸ਼ੇਸ਼ਤਾਵਾਂ। ਉਹਨੇ ਕਿਹਾ ਸੀ ਕਿ ਮਨੁੱਖ ਝਗੜਾਲੂ ਹੈ, ਇਹਨਾਂ ਨੇ ਕਿਹਾ ਸੀ ਕਿ ਮਨੁੱਖ ਜਿਹੜਾ ਸੁਭਾਅ ਤੋਂ ਚੰਗਾ ਹੈ ਕਿਉਂਕਿ ਉਹ ਸੁਭਾਅ ਤੋਂ ਦਇਆਵਾਨ ਆ ਔਰ ਉਹ ਜਿਹੜਾ ਸੁਭਾਅ ਦਾ ਚੰਗਾ, ਦੂਜਿਆਂ ਦੀ ਹੈਲਪਫੁਲ ਆ, ਉਹ ਦੂਜਿਆਂ ਵਾਸਤੇ ਉਹਦੇ ਵਿੱਚ ਦਇਆ ਹੈ, ਪ੍ਰੇਮ ਆ, ਹਮਦਰਦੀ ਆ, ਪਰਉਪਕਾਰੀ ਆ ਉਹ, ਔਰ ਜਿਹੜੀ ਉਹਦੇ ਵਿੱਚ ਹਮੇਸ਼ਾ ਹੀ ਦੂਜੇ ਵਿਅਕਤੀਆਂ ਦੀ ਭਲਾਈ ਕਰਨ ਦਾ ਭਾਵਨਾ ਰਹਿੰਦੀ ਆ। ਬਟ ਉਹਨੂੰ ਜਿਹੜਾ ਹਾਲਾਤ ਜਿਹੜੇ ਉਹ ਬੁਰਿਆਂ ਬਣਾਉਂਦੇ ਆ। ਨੰਬਰ 2 ਯੁੱਧਾਂ ਦਾ ਵਿਰੋਧ। ਕਹਿੰਦਾ ਆਦਰਸ਼ਵਾਦੀ ਹਮੇਸ਼ਾ ਯੁੱਧਾਂ ਦਾ ਵਿਰੋਧ ਕਰਦੇ ਆ। ਉਹਨਾਂ ਦੇ ਮੁਤਾਬਕ ਜੇਕਰ ਮਨੁੱਖ ਦਾ ਨਾਸ਼ ਹੁੰਦਾ ਤੇ ਲੋਕਾਂ ਨੂੰ ਅਨੇਕਾਂ ਪ੍ਰਕਾਰ ਦੇ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਮਨੁੱਖ ਦੇ ਉੱਤੇ ਇੰਨਾ ਕੰਟਰੋਲ ਜ਼ਰੂਰ ਹੋਣਾ ਚਾਹੀਦਾ ਯੁੱਧਾਂ ਉੱਤੇ ਕੰਟਰੋਲ ਕਰ ਸਕੇ। ਯੁੱਧ ਨਹੀਂ ਹੋਣੇ ਚਾਹੀਦੇ, ਜਦਕਿ ਯਥਾਰਥਵਾਦੀ ਕਹਿੰਦੇ ਕਿ ਯੁੱਧ ਹੋਣੇ ਚਾਹੀਦੇ ਆ ਔਰ ਜਿਹੜੇ ਆਦਰਸ਼ਵਾਦੀ ਉਹ ਕਹਿੰਦੇ ਯੁੱਧ ਨਹੀਂ ਹੋਣੇ ਚਾਹੀਦੇ, ਨਿਸ਼ਸਤਰੀਕਰਨ ਹੋਣਾ ਚਾਹੀਦਾ, ਹਥਿਆਰਾਂ ਉੱਤੇ ਰੋਕ ਲੱਗਣੀ ਚਾਹੀਦੀ ਹੈ। ਨੰਬਰ 3 ਸ਼ਕਤੀ ਅੰਤਰਰਾਸ਼ਟਰੀ ਰਾਜਨੀਤੀ ਦਾ ਕੇਂਦਰੀ ਬਿੰਦੂ ਨਹੀਂ ਹੈ। ਕਹਿੰਦਾ ਕਿ ਸ਼ਕਤੀ ਇਕੱਠੀ ਕਰਨਾ ਹੀ ਰਾਜਨੀਤੀ ਦਾ ਅਸਲ ਕੇਂਦਰੀ ਬਿੰਦੂ ਨਹੀਂ ਆ। ਲੋਕਾਂ ਦੇ ਦੂਸਰੇ ਦੇਸ਼ਾਂ ਦੇ ਵਿਵਾਦਾਂ ਦੇ ਹੱਲ ਕਰਨਾ ਵੀ ਇਹਦਾ ਕੇਂਦਰੀ ਬਿੰਦੂ ਆ ਔਰ ਇਸ ਤੋਂ ਇਲਾਵਾ ਸਾਰੇ ਵਰਲਡ ਵਿੱਚ, ਸਾਰੇ ਸੰਸਾਰ ਵਿੱਚ ਸ਼ਾਂਤੀ ਸਥਾਪਿਤ ਕਰਨਾ ਵੀ ਇਹਦਾ ਕੇਂਦਰੀ ਬਿੰਦੂ ਹੈ। ਮੁੱਲਾਂ ਤੇ ਆਧਾਰਿਤ ਦ੍ਰਿਸ਼ਟੀਕੋਣ। ਕਹਿੰਦਾ ਕਿ ਆਦਰਸ਼ਵਾਦ ਜਿਹੜੇ ਦ੍ਰਿਸ਼ਟੀਕੋਣ ਮੁੱਲਾਂ ਤੇ ਆਧਾਰਿਤ ਨੇ, ਇਹਨਾਂ ਦੇ ਮੁਤਾਬਕ ਸ਼ਾਂਤੀਪੂਰਵਕ ਵਿਸ਼ਵ ਦੀ ਰਚਨਾ ਕੀਤੇ ਜਾਣ ਦਾ ਸਮਰਥਨ ਕਰਦੇ ਆ ਔਰ ਇਹਨਾਂ ਦੇ ਮੁਤਾਬਕ ਆਪਸ ਵਿੱਚ ਸਹਿਯੋਗ, ਸ਼ਾਂਤਮਈ, ਸਹਿਹੋਂਦ ਜੀਓ ਅਤੇ ਜਿਉਂਦੇ ਰਹਿਣ ਦਿਓ, ਅਹਿੰਸਾ, ਵਿਸ਼ਵ ਭਾਈਚਾਰੇ
ਮਨੁੱਖੀ ਸੇਵਾ ਤੇ ਯੁੱਧਾਂ ਦਾ ਤਿਆਗ ਆਦਿ ਮੁੱਲਾਂ ਨੂੰ ਆਧਾਰ ਬਣਾ ਕੇ ਅੰਤਰਰਾਸ਼ਟਰੀ ਸਮੱਸਿਆਵਾਂ ਦਾ ਹੱਲ ਕੀਤੇ ਜਾਣ ਦੇ ਹੱਕ ਵਿੱਚ ਨੇ ਆਦਰਸ਼ਵਾਦੀ। ਨੈਕਸਟ ਹੈਗਾ ਵਾ ਸਰਵ ਸੱਤਾਵਾਦ ਦਾ ਖੰਡਨ। ਕਹਿੰਦਾ ਕਿ ਆਦਰਸ਼ਵਾਦੀਆਂ ਦਾ ਮੱਤ ਹੈ ਕਿ ਸ਼ਕਤੀ ਵਿਅਕਤੀ ਨੂੰ ਭ੍ਰਸ਼ਟ ਕਰਦੀ ਹੈ ਤੇ ਨਿਰਗੁਣ ਸ਼ਕਤੀ ਪੂਰੀ ਤਰ੍ਹਾਂ ਭ੍ਰਸ਼ਟ ਕਰ ਦਿੰਦੀ ਹੈ। ਇਸ ਕਰਕੇ ਕਿਸੇ ਵੀ ਵਿਅਕਤੀ, ਸੰਸਥਾ ਜਾਂ ਰਾਜ ਦੇ ਹੱਥਾਂ ਵਿੱਚ ਸਾਰੀ ਸ਼ਕਤੀ ਨਹੀਂ ਹੋਣੀ ਚਾਹੀਦੀ। ਔਰ ਸਰਵਵਾਦ ਨੂੰ ਵਿਸ਼ਵ ਲਈ ਸਭ ਤੋਂ ਵੱਡਾ ਖਤਰਾ ਮੰਨਦੇ ਆ, ਕਿਉਂਕਿ ਜਿਹੜਾ ਸੱਤਾਵਾਦ ਆ ਉਹ ਸਰਵ ਸੱਤਾਵਾਦ ਦਾ ਜਿਹੜਾ ਵਿਸ਼ਵ ਆ ਯੁੱਧਾਂ ਦਾ ਸਮਰਥਨ ਹੁੰਦਾ ਵਾ, ਯੁੱਧਾਂ ਦਾ ਖਾਤਮਾ ਯੁੱਧ ਕਰਨ ਦਾ ਕਾਰਨ ਬਣਦਾ ਹੈ। ਇਸ ਲਈ ਕਹਿੰਦਾ ਕਿ ਸਾਰੇ ਦੇਸ਼ਾਂ ਦੇ ਵਿੱਚ ਕੋਈ ਵੀ ਦੇਸ਼ ਨੂੰ ਸਰਵ ਸੱਤਾਵਾਦ ਨਹੀਂ ਹੋਣਾ ਚਾਹੀਦਾ। ਔਰ ਸਾਰੇ ਦੇਸ਼ਾਂ ਦਾ ਮਨੁੱਖੀ ਅਧਿਕਾਰਾਂ, ਸੁਤੰਤਰਤਾਵਾਂ ਤੇ ਲੋਕਤੰਤਰ ਦਾ ਨਾਸ਼ ਵੀ ਇਹ ਕਰਦਾ ਸਰਵ ਸੱਤਾਵਾਦ ਸਰਵ ਸੱਤਾਵਾਦ। ਨੰਬਰ 6 ਅੰਤਰਰਾਸ਼ਟਰੀ ਸੰਗਠਨਾਂ ਦਾ ਵਿੱਚ ਵਿਸ਼ਵਾਸ। ਹੁਣ ਜਿਹੜੇ ਯਥਾਰਥਵਾਦੀ ਹੈ ਨਾ, ਉਹ ਕਹਿੰਦੇ ਆ ਕਿ ਅੰਤਰਰਾਸ਼ਟਰੀ ਜਿਹੜੇ ਸੰਗਠਨ ਹੈ ਉਹ ਵਿਵਾਦਾਂ ਦਾ ਹੱਲ ਨਹੀਂ ਕਰਦੇ, ਸਿਰਫ ਆਪਣੇ ਹਿੱਤਾਂ ਦੀ ਪੂਰਤੀ ਕਰਦੇ। ਬਟ ਇਹ ਕਹਿੰਦੇ ਕਿ ਨਹੀਂ, ਅੰਤਰਰਾਸ਼ਟਰੀ ਸੰਗਠਨ ਜਿਹੜੇ ਨੇ ਉਹ ਬਣਾਏ ਇਸੇ ਕਰਕੇ ਗਏ ਆ ਕਿ ਤਾਂ ਕਿ ਵੱਖ ਵੱਖ ਰਾਜਾਂ ਦੇ ਵਿਵਾਦਾਂ ਨੂੰ ਹੱਲ ਕੀਤਾ ਜਾਵੇ। ਨੰਬਰ ਹੈਗਾ 7 ਵਿਸ਼ਵ ਰਾਜ ਦੀ ਸਥਾਪਨਾ ਦੇ ਸਮਰਥਕ। ਕਹਿੰਦਾ ਜਿਹੜੇ ਆਦਰਸ਼ਵਾਦੀ ਨੇ ਉਹਨਾਂ ਦਾ ਦ੍ਰਿਸ਼ਟੀਕੋਣ ਇਹ ਆ ਕਿ ਵਿਸ਼ਵ ਰਾਜ ਅਤੇ ਵਿਸ਼ਵ ਸਰਕਾਰ ਸਥਾਪਿਤ ਕੀਤੇ ਜਾਣ ਦੇ ਹੱਕ ਵਿੱਚ ਨੇ। ਉਹਨਾਂ ਦੇ ਮੁਤਾਬਕ ਸਾਰੇ ਵਰਲਡ ਦੀ ਇੱਕ ਸੰਸਾਰ ਦੀ ਇੱਕ ਸਰਕਾਰ ਹੋਣੀ ਚਾਹੀਦੀ ਆ, ਔਰ ਸਾਰੇ ਵਰਲਡ ਦੀ ਇੱਕ ਸਰਕਾਰ ਨੂੰ ਅੰਮ੍ਰਿਤਧਾਰਾ ਮੰਨਦੇ ਨੇ। ਔਰ ਉਹਨਾਂ ਦੇ ਮੁਤਾਬਕ ਸਾਰਾ ਵਿਸ਼ਵ ਜਿਹੜਾ ਇੱਕ ਰਾਜ ਵਿੱਚ ਬੰਦ ਹੋਣਾ ਚਾਹੀਦਾ। ਕਹਿੰਦਾ ਇਸ ਕਰਕੇ ਸਾਰੇ ਵਿਸ਼ਵ ਦੀ ਇੱਕ ਹੀ ਸਰਕਾਰ ਹੋਣੀ ਚਾਹੀਦੀ ਆ। ਇਹਦੇ ਜਿਹੜੇ UNO ਬਣਿਆ ਵਾ, ਜਿਸ ਤਰ੍ਹਾਂ ਹੋਰ ਕਈ ਸੰਯੁਕਤ ਰਾਸ਼ਟਰ ਬਣੇ ਨੇ, ਉਹ ਸਾਰਿਆਂ ਦੇ ਵਿੱਚ ਵਿਵਾਦਾਂ ਨੂੰ ਹੱਲ ਕਰਨ ਵਾਸਤੇ ਬਣੇ ਆ ਔਰ ਸ਼ਾਂਤੀ ਸਥਾਪਿਤ ਕਰਨ ਵਾਸਤੇ ਬਣੇ। ਵਿਸ਼ਵ ਰਾਜ ਦੀ ਸਥਾਪਨਾ ਦੇ ਸਮਰਥਕ। ਇਹਦੇ ਵਿੱਚ ਆਦਰਸ਼ਵਾਦੀ ਇਹ ਕਹਿੰਦੇ ਆ ਕਿ ਜਿਹੜਾ ਵਿਸ਼ਵ ਰਾਜ ਆ ਨਾ, ਸਾਰੀ ਦੁਨੀਆ ਦੇ ਇੱਕ ਰਾਜ ਹੋਣਾ ਚਾਹੀਦਾ, ਇੱਕ ਸਰਕਾਰ ਹੋਣੀ ਚਾਹੀਦੀ ਜਿਹੜੀ ਸਾਰੇ ਵਿਸ਼ਵ ਨੂੰ ਕੰਟਰੋਲ ਕਰ ਸਕੇ। ਔਰ ਸਾਰਾ ਵਿਸ਼ਵ ਜਿਹੜਾ ਵਾ ਉਹਦੇ ਵਿੱਚ ਤੇਰੇ ਮੇਰੇ ਦੀ ਭਾਵਨਾ ਜਿਹੜੀ ਉਹ ਖਤਮ ਹੋ ਜੇ। ਸ਼ਕਤੀ ਰਾਜਨੀਤੀ ਦਾ ਵਿਚਾਰ ਆਪਣੇ ਆਪ ਵਿੱਚ ਖਤਮ ਹੋ ਜਾਏਗਾ ਔਰ ਸਾਰੇ ਦੇਸ਼ ਜਿਹੜੇ ਇੱਕ ਹੋ ਕੇ ਕੰਮ ਕਰਨਗੇ, ਉਹਨਾਂ ਵਿੱਚ ਨਫ਼ਰਤ ਦੀ ਭਾਵਨਾ ਜਿਹੜੀ ਉਹ ਖਤਮ ਹੋ ਜਾਊਗੀ। ਨੰਬਰ 8 ਵਿਦਿਆ, ਤਰਕ ਅਤੇ ਵਿਗਿਆਨ ਤੇ ਜ਼ੋਰ। ਕਹਿੰਦਾ ਜਿਹੜੇ ਆਦਰਸ਼ਵਾਦੀ ਨੇ ਉਹਨਾਂ ਦੇ ਮੁਤਾਬਕ ਵੱਧ ਤੋਂ ਵੱਧ ਜਿਹੜੀ ਆ ਉਹਨਾਂ ਦੇ ਵਿਚਾਰ ਅਨੁਸਾਰ ਈਰਖਾ, ਸ਼ਕਤੀ ਦੇ ਪ੍ਰਭਾਵ ਦੀ ਲਾਲਸਾ, ਦੂਜਿਆਂ ਦਾ ਸ਼ੋਸ਼ਣ ਕੀਤੇ ਜਾਣ ਵਰਗੀਆਂ ਜਿਹੜੀਆਂ ਨਕਾਰਾਤਮਕ ਕੋਸ਼ਿਸ਼ਾਂ ਹੁੰਦੀਆਂ ਉਹਨਾਂ ਦੇ ਖਾਤਮੇ ਵਿੱਚ ਸਹਿਯੋਗ, ਆਪਸੀ ਪਿਆਰ, ਦਇਆ ਤੇ ਸਹਾਇਤਾ ਵਰਗੀਆਂ ਸਕਾਰਾਤਮਕ ਪ੍ਰਵਿਰਤੀਆਂ ਨੂੰ ਅਪਣਾਇਆ ਜਾਣਾ ਚਾਹੀਦਾ। ਇਸ ਲਈ ਕਹਿੰਦਾ ਜਦੋਂ ਇਨਸਾਨ ਪੜ੍ਹ ਲਿਖ ਜਾਂਦਾ, ਉਹਨੂੰ ਵਿਦਿਆ, ਤਰਕ ਅਤੇ ਵਿਗਿਆਨ ਆਦਿ ਸਾਧਨਾਂ ਦਾ ਸਹਾਰਾ ਲੈ ਸਕਦਾ ਵਾ ਇਹਨਾਂ ਚੀਜ਼ਾਂ ਵਾਸਤੇ। ਨੰਬਰ 9 ਨੈਤਿਕਤਾ ਦੀ ਮਹੱਤਤਾ। ਕਹਿੰਦਾ ਜਿੱਥੇ ਯਥਾਰਥਵਾਦੀਆਂ ਨੇ ਬਿਲਕੁਲ ਕਹਿ ਦਿੱਤਾ ਕਿ ਨੈਤਿਕਤਾ ਨਾਂ ਦੀ ਕੋਈ ਚੀਜ਼ ਨਹੀਂ ਆ, ਉੱਥੇ ਇਹਨਾਂ ਨੇ ਨੈਤਿਕਤਾ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਆ, ਕਿਉਂਕਿ ਹਰ ਸਮਾਜ ਦੇ ਕੁਝ ਨੈਤਿਕ ਸਿਧਾਂਤ ਹੁੰਦੇ ਨੇ ਜਿਨ੍ਹਾਂ ਦੇ ਆਧਾਰ ਤੇ ਸਮਾਜ ਦੇ ਉਦੇਸ਼ ਨਿਸ਼ਚਿਤ ਕੀਤੇ ਜਾਂਦੇ ਆ। ਕਹਿੰਦਾ ਇਹ ਸਿਧਾਂਤ ਅੰਤਰਰਾਸ਼ਟਰੀ ਸੰਬੰਧਾਂ ਤੇ ਅੰਤਰਰਾਸ਼ਟਰੀ ਰਾਜਨੀਤੀ ਦਾ ਮਾਰਗਦਰਸ਼ਨ ਕਰਦੇ ਨੇ। ਜਿਵੇਂ ਉੱਚੀਆਂ ਕਦਰਾਂ ਕੀਮਤਾਂ ਤੇ ਆਧਾਰਿਤ ਹੁੰਦੇ ਨੇ, ਜਿਵੇਂ ਕਿ ਹਿੰਸਾ ਨਹੀਂ ਕਰਨੀ, ਅਤਿਆਚਾਰ ਨਹੀਂ ਕਰਨਾ, ਯੁੱਧਾਂ ਦਾ ਖੰਡਨ ਕਰਨਾ। ਨੈਕਸਟ ਆ ਜੋ ਹਿੰਸਾ ਤੇ ਅਤਿਆਚਾਰਾਂ ਦਾ ਖਾਤਮਾ। ਕਹਿੰਦਾ ਆਦਰਸ਼ਵਾਦੀਆਂ ਦਾ ਦ੍ਰਿਸ਼ਟੀਕੋਣ ਹੈ ਕਿ ਸਾਰੇ ਸੰਸਾਰ ਦੇ ਵਿੱਚੋਂ ਹਿੰਸਾ ਤੇ ਅਤਿਆਚਾਰ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇ। ਕੋਈ ਵੀ ਦੇਸ਼ ਜਾਂ ਕੋਈ ਵੀ ਮਨੁੱਖ ਦੂਸਰੇ ਮਨੁੱਖ ਦਾ ਅਤਿਆਚਾਰ ਨਾ ਕਰੇ। ਮਨੁੱਖ ਇੱਕ ਸਮਾਜਿਕ ਨੈਤਿਕ ਪ੍ਰਾਣੀ ਆ ਜਿਹੜਾ ਹਿੰਸਾ ਤੇ ਅਤਿਆਚਾਰ ਕਦੀ ਵੀ ਨਹੀਂ ਸਮਰਥਨ ਉਹਦਾ ਕਰਦਾ। ਇਸ ਕਰਕੇ ਇਹਨਾਂ ਬੁਰਾਈਆਂ ਦੇ ਵਿਰੁੱਧ ਜਿਹੜੀ ਆ ਅੰਤਰਰਾਸ਼ਟਰੀ ਰਾਜਨੀਤੀ ਕੰਮ ਕਰਦੀ ਹੈ। ਇਹ ਸੀਗਾ ਇਹਨਾਂ ਦੇ ਦ੍ਰਿਸ਼ਟੀਕੋਣ। ਔਰ ਜੇਕਰ ਕੁਐਸਚਨ ਕਈ ਵਾਰੀ ਇਸ ਤਰ੍ਹਾਂ ਆ ਜਾਂਦਾ 44 ਪੇਜ ਤੇ, ਯਥਾਰਥਵਾਦੀ ਅਤੇ ਆਦਰਸ਼ਵਾਦੀ ਦ੍ਰਿਸ਼ਟੀਕੋਣ ਵਿਚਕਾਰ ਅੰਤਰ ਦੱਸੋ। ਤੇ ਆਪਾਂ ਜਿਹੜੇ ਇਹਨਾਂ ਦੇ ਪੁਆਇੰਟ ਪੜ੍ਹੇ ਉਹ ਵੀ ਲਿਖ ਸਕਦੇ ਹਾਂ 5 ਅੰਤਰ ਵਾਸਤੇ। ਔਰ ਜੇਕਰ ਨਹੀਂ ਤੇ ਇਹਦੇ ਵਿੱਚੋਂ ਵੀ ਲੈ ਸਕਦੇ ਹਾਂ 44 ਪੇਜ ਤੇ। ਪਹਿਲਾ ਹੈਗਾ ਸ਼ਕਤੀ ਲਈ ਸੰਘਰਸ਼ ਸੰਬੰਧੀ ਅੰਤਰ। ਹੁਣ ਜਿਹੜੇ ਯਥਾਰਥਵਾਦੀ ਸੀ ਉਹ ਕਹਿੰਦੇ ਆ ਕਿ ਅੰਤਰਰਾਸ਼ਟਰੀ ਰਾਜਨੀਤੀ ਦਾ ਮੁੱਖ ਉਦੇਸ਼ ਆ ਸ਼ਕਤੀ ਲਈ ਸੰਘਰਸ਼, ਸਿਰਫ ਸ਼ਕਤੀ ਇਕੱਠੀ ਕਰਨਾ। ਜਿਹੜੇ ਸ਼ਕਤੀਸ਼ਾਲੀ ਰਾਜ ਨੇ ਸਿਰਫ ਸ਼ਕਤੀ ਇਕੱਠੀ ਕਰਨਾ ਚਾਹੁੰਦੇ ਆ। ਬਟ ਜਿਹੜੇ ਆਦਰਸ਼ਵਾਦੀ ਉਹ ਇਸ ਗੱਲ ਨਾਲ ਸਹਿਮਤ ਨਹੀਂ ਆ। ਉਹ ਕਹਿੰਦੇ ਨਹੀਂ, ਇਹਦੇ ਵਿੱਚ ਨੈਤਿਕ ਗੁਣ ਵੀ ਹੈਗੇ ਆ, ਵਿਵਾਦਾਂ ਦਾ ਹੱਲ ਵੀ ਹੁੰਦਾ। ਨੰਬਰ 2 ਵਿਅਕਤੀ ਦੇ ਸੁਭਾਅ ਸੰਬੰਧੀ ਅੰਤਰ। ਕਹਿੰਦਾ ਕਿ ਜਿੱਥੇ ਯਥਾਰਥਵਾਦੀ ਕਹਿੰਦੇ ਕਿ ਮਨੁੱਖ ਲੜਾਕਾ ਵਾ, ਝਗੜਾਲੂ ਆ, ਈਰਖਾਲੂ ਆ, ਸਵਾਰਥੀ ਆ, ਉੱਥੇ ਆਦਰਸ਼ਵਾਦੀ ਕਹਿੰਦੇ ਕਿ ਨਹੀਂ, ਮਨੁੱਖ ਚੰਗਾ ਵਾ, ਉਹ ਦੂਜਿਆਂ ਲਈ ਪਰਉਪਕਾਰੀ ਆ, ਦੂਜਿਆਂ ਦੀ ਹੈਲਪ ਕਰਦਾ।
ਨੰਬਰ 3 ਨੈਤਿਕਤਾ ਦੀ ਭੂਮਿਕਾ ਸੰਬੰਧੀ ਅੰਤਰ। ਹੁਣ ਜਿਹੜੇ ਯਥਾਰਥਵਾਦੀ ਹੈ ਉਹਨਾਂ ਨੇ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਕਿਹਾ ਕਿ ਨੈਤਿਕਤਾ ਦਾ ਕੋਈ ਮੁੱਲ ਨਹੀਂ ਹੈਗਾ, ਜਦ ਕਿ ਜਿਹੜੇ ਆਦਰਸ਼ਵਾਦੀ ਨੇ ਉਹ ਕਹਿੰਦੇ ਨੇ ਕਿ ਨਹੀਂ, ਨੈਤਿਕਤਾ ਹੈਗੀ ਆ। ਅੰਤਰਰਾਸ਼ਟਰੀ ਰਾਜਨੀਤੀ ਵਿੱਚ ਨੈਤਿਕਤਾ ਦੇ ਬਹੁਤ ਸਾਰੇ ਗੁਣ ਪਾਏ ਜਾਂਦੇ ਆ। ਨੰਬਰ 4 ਕਦਰਾਂ ਕੀਮਤਾਂ ਦੀ ਮਹੱਤਤਾ ਸੰਬੰਧੀ ਅੰਤਰ। ਕਹਿੰਦਾ ਕਿ ਜਿਹੜੇ ਯਥਾਰਥਵਾਦੀ ਹੈ ਉਹ ਬਿਲਕੁਲ ਕਦਰਾਂ ਕੀਮਤਾਂ ਨੂੰ ਅੱਖੀਂ ਓਹਲੇ ਕਰਦੇ ਆ, ਜਿੱਥੇ ਆਦਰਸ਼ਵਾਦੀ ਹੈ ਜਿਹੜੇ ਨੇ ਉਹ ਕਦਰਾਂ ਕੀਮਤਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਮੰਨਦੇ ਆ। ਨੰਬਰ 5 ਉਦੇਸ਼ ਸੰਬੰਧੀ ਅੰਤਰ। ਕਹਿੰਦਾ ਯਥਾਰਥਵਾਦੀਆਂ ਦਾ ਉਦੇਸ਼ ਹੈ ਯੁੱਧ ਕਰਵਾਉਣਾ, ਔਰ ਜਿਹੜੇ ਆਦਰਸ਼ਵਾਦੀ ਆ ਉਹਨਾਂ ਦਾ ਉਦੇਸ਼ ਹੈ ਸ਼ਾਂਤੀ ਕਾਇਮ ਕਰਨੀ। ਨੰਬਰ 6 ਰਾਸ਼ਟਰੀ ਹਿੱਤਾਂ ਸੰਬੰਧੀ ਅੰਤਰ। ਕਹਿੰਦਾ ਕਿ ਜਿਹੜੇ ਯਥਾਰਥਵਾਦੀ ਹੈ ਉਹ ਕਹਿੰਦੇ ਆ ਕਿ ਰਾਸ਼ਟਰੀ ਹਿੱਤ ਅਸੰਗਤ ਨੇ, ਇਹਨਾਂ ਨੂੰ ਸੰਗਤ ਨਹੀਂ ਬਣਾਇਆ ਜਾ ਸਕਦਾ, ਔਰ ਇਹ ਰਾਸ਼ਟਰੀ ਹਿੱਤਾਂ ਕਰਕੇ ਹੀ ਝਗੜੇ ਹੁੰਦੇ ਨੇ, ਯੁੱਧ ਹੁੰਦੇ ਨੇ। ਜਦ ਕਿ ਆਦਰਸ਼ਵਾਦੀ ਕਹਿੰਦੇ ਨੇ ਕਿ ਜ਼ਰੂਰੀ ਨਹੀਂ, ਇਹਨਾਂ ਹਿੱਤਾਂ ਨੇ ਇੱਕ ਦੂਜੇ ਦੇ ਸਹਾਇਕ ਅਤੇ ਸੰਗਤ ਬਣਾਉਂਦੇ ਨੇ, ਯਾਨੀ ਕਿ ਯੁੱਧ ਨਹੀਂ ਕਰਵਾਉਂਦੇ, ਹਿੱਤ ਸਾਰਿਆਂ ਦੇ ਪੂਰੇ ਸ਼ਾਂਤੀ ਨਾਲ ਵੀ ਹੋ ਸਕਦੇ ਆ। ਨੰਬਰ 7 ਯੁੱਧ ਸੰਬੰਧੀ ਵਿਚਾਰਾਂ ਵਿੱਚ ਅੰਤਰ। ਕਹਿੰਦਾ ਯਥਾਰਥਵਾਦੀ ਦੇ ਮੁਤਾਬਕ ਯੁੱਧ ਜਿਹੜਾ ਵਾ ਸ਼ਕਤੀ ਲਈ ਯੁੱਧ ਜ਼ਰੂਰੀ ਆ, ਜਦ ਕਿ ਆਦਰਸ਼ਵਾਦੀ ਕਹਿੰਦੇ ਆ ਕਿ ਸ਼ਕਤੀ ਇਕੱਠੀ ਕਰਨ ਲਈ ਯੁੱਧ ਜ਼ਰੂਰੀ ਨਹੀਂ ਆ। ਰਾਸ਼ਟਰਵਾਦ ਦੇ ਸੰਬੰਧ ਵਿੱਚ ਅੰਤਰ। ਕਹਿੰਦਾ ਯਥਾਰਥਵਾਦੀ ਇਹ ਕਹਿੰਦੇ ਆ ਕਿ ਹਰ ਇੱਕ ਦੇਸ਼ ਕੋ ਆਪਣੀ ਆਪਣੀ ਸ਼ਕਤੀ ਹੋਣੀ ਚਾਹੀਦੀ ਆ, ਔਰ ਸਾਰੇ ਦੇਸ਼ਾਂ ਦੇ ਵਿੱਚ ਸ਼ਕਤੀ ਦੀ ਭਾਵਨਾ ਹੋਣੀ ਚਾਹੀਦੀ, ਜਦ ਕਿ ਆਦਰਸ਼ਵਾਦੀ ਕਹਿੰਦੇ ਕਿ ਸਾਰਾ ਸੰਸਾਰ ਇੱਕ ਸ਼ਕਤੀ ਵਿੱਚ ਵੱਜ ਜਾਣਾ ਚਾਹੀਦਾ, ਇੱਕ ਹੀ ਸਰਕਾਰ ਹੋਣੀ ਚਾਹੀਦੀ। ਸ਼ਾਂਤੀ ਸਥਾਪਨਾ ਦੀਆਂ ਵਿਧੀਆਂ ਸੰਬੰਧੀ ਅੰਤਰ। ਕਹਿੰਦਾ ਕਿ ਯਥਾਰਥਵਾਦੀਆਂ ਦਾ ਇਹ ਦ੍ਰਿਸ਼ਟੀਕੋਣ ਆ ਕਿ ਉਹ ਕੀ ਕਹਿੰਦੇ ਆ, ਸਥਾਰਵਾਦੀ ਕਹਿੰਦੇ ਸ਼ਕਤੀ ਅੰਤਰਰਾਸ਼ਟਰੀ ਰਾਜਨੀਤੀ ਦਾ ਮੁੱਖ ਤੱਤ ਹੈ, ਜਦ ਕਿ ਯਥਾਰਥਵਾਦੀ ਕਹਿੰਦੇ ਆ ਕਿ ਨਹੀਂ, ਸ਼ਾਂਤੀ ਨੂੰ ਬਣਾਈ ਰੱਖਣਾ ਹੀ ਅੰਤਰਰਾਸ਼ਟਰੀ ਰਾਜਨੀਤੀ ਦਾ ਤੱਤ ਹੈ। ਅੰਤਰਰਾਸ਼ਟਰੀ ਸੰਗਠਨ ਦੇ ਵਿਸ਼ਵ ਸਰਕਾਰ ਸੰਬੰਧੀ ਅੰਤਰ। ਕਹਿੰਦਾ ਯਥਾਰਥਵਾਦੀਆਂ ਦਾ ਦ੍ਰਿਸ਼ਟੀਕੋਣ ਹੈ ਕਿ ਅੰਤਰਰਾਸ਼ਟਰੀ ਸੰਗਠਨ ਜਿਹੜੇ ਨੇ ਵਿਸ਼ਵ ਸਰਕਾਰ ਦੀ ਸਥਾਪਨਾ ਦੇ ਵਿਚਾਰ ਵਿੱਚ ਵਿਸ਼ਵਾਸ ਨਹੀਂ ਕਰਦੇ। ਉਹਨਾਂ ਦੇ ਮੁਤਾਬਕ ਹਰ ਦੇਸ਼ ਆਪਣਾ ਪ੍ਰਭੂ ਸੱਤਾ ਸੰਪੰਨ ਹੈ, ਇਸ ਕਰਕੇ ਵਿਸ਼ਵ ਦੀ ਸਰਕਾਰ ਨਹੀਂ ਹੋਣੀ ਚਾਹੀਦੀ, ਔਰ ਰਾਸ਼ਟਰੀ ਸੰਘ ਜਿਹੜੇ ਨੇ ਉਹ ਬਿਲਕੁਲ ਗਲਤ ਬਣਾਏ ਆ। ਤਾਂ ਜਿਹੜੇ ਆਦਰਸ਼ਵਾਦੀ ਉਹ ਕਹਿੰਦੇ ਕਿ ਨਹੀਂ, ਅੰਤਰਰਾਸ਼ਟਰੀ ਸਰਕਾਰ ਹੋਣੀ ਚਾਹੀਦੀ, ਯਾਨੀ ਕਿ ਵਿਸ਼ਵ ਦੀ ਇੱਕ ਸਰਕਾਰ ਹੋਣੀ ਚਾਹੀਦੀ ਆ, ਔਰ ਅੰਤਰਰਾਸ਼ਟਰੀ ਸੰਗਠਨ ਵੀ ਹੋਣੇ ਚਾਹੀਦੇ ਤਾਂ ਕਿ ਵਿਵਾਦਾਂ ਨੂੰ ਹੱਲ ਕੀਤਾ ਜਾ ਸਕੇ। ਇਹ ਸੀਗਾ ਸਾਡਾ ਸੈਕੰਡ ਚੈਪਟਰ, ਵੈਰੀ ਵੈਰੀ ਇੰਪੋਰਟੈਂਟ ਸੀਗਾ। ਨੈਕਸਟ ਸਾਡਾ ਹੈਗਾ ਚੈਪਟਰ 3 ਰਾਸ਼ਟਰੀ ਸ਼ਕਤੀ। ਇਹਦੇ ਵਿੱਚ ਕੁਐਸਚਨ ਹੁੰਦਾ ਵਾ ਕਿ ਸ਼ਕਤੀ ਦਾ ਅਰਥ ਤੇ ਪਰਿਭਾਸ਼ਾ ਦੱਸੋ। 2 ਮਾਰਕਸ ਔਰ 10 ਦਾ ਵੀ ਹੁੰਦਾ ਵਾ, ਇਹਦੀਆਂ ਵਿਸ਼ੇਸ਼ਤਾਵਾਂ ਉਹਨਾਂ ਨੇ ਪੁੱਛਣੀਆਂ ਹੈ 10 ਮਾਰਕਸ ਵਿੱਚ। ਔਰ ਕਈ ਵਾਰੀ ਕੁਐਸਚਨ 2 ਚੈਪਟਰਾਂ ਦਾ ਮਿਲ ਕੇ ਵੀ ਆਉਂਦਾ ਕਿ ਰਾਸ਼ਟਰੀ ਸ਼ਕਤੀ ਤੇ ਰਾਸ਼ਟਰੀ ਸੰਤੁਲਨ ਵਿੱਚ ਫਰਕ ਦੱਸੋ। ਨੈਕਸਟ ਚੈਪਟਰ 4 ਵਿੱਚ ਹੈਗਾ ਰਾਸ਼ਟਰੀ ਸੰਤੁਲਨ। ਇਹਨਾਂ ਦੋਨਾਂ ਦਾ ਵੀ ਇੱਕ ਕੁਐਸਚਨ ਬਣ ਕੇ ਆ ਜਾਂਦਾ, ਇਸ ਕਰਕੇ ਇਹ ਦੋਨੋਂ ਚੈਪਟਰ ਬਹੁਤ ਇੰਪੋਰਟੈਂਟ ਆ। ਸਭ ਤੋਂ ਪਹਿਲੇ ਅਸੀਂ ਰਾਸ਼ਟਰੀ ਸ਼ਕਤੀ ਕੀ ਹੁੰਦੀ ਆ, ਜਿਹੜੀ ਇੱਕ ਦੇਸ਼ ਦੀ ਸਾਰੀ ਸ਼ਕਤੀ ਹੁੰਦੀ ਉਹਨੂੰ ਕਹਿੰਦੇ ਰਾਸ਼ਟਰੀ ਸ਼ਕਤੀ। ਕਹਿੰਦਾ ਕਿ ਜਿਹੜੀ ਰਾਸ਼ਟਰੀ ਸ਼ਕਤੀ ਆ ਨਾ, ਜੀਵਨ ਵੱਧ ਤੋਂ ਵੱਧ ਸ਼ਕਤੀ ਦੀ ਪ੍ਰਾਪਤੀ ਦੀ ਨਿਰੰਤਰ ਕਾਮਨਾ ਕਰਦਾ, ਅਤੇ ਜਿਸ ਦਾ ਅੰਤਰ ਕੇਵਲ ਮੌਤ ਨਾਲ ਹੀ ਹੁੰਦਾ, ਕਿਉਂਕਿ ਜਿੰਨੀ ਦੇਰ ਵਿਅਕਤੀ, ਇਹ ਕਿਸੇ ਵਿਦਵਾਨ ਨੇ ਕਿਹਾ ਸੀ ਕਿ ਆਦਿਕਾਲ ਤੋਂ ਹੀ ਮਨੁੱਖ ਦੇ ਮਨ ਵਿੱਚ ਸ਼ਕਤੀ ਇਕੱਠੀ ਕਰਨ ਦੀ ਲਾਲਸਾ ਹੁੰਦੀ ਆ, ਔਰ ਜਿਉਂ ਮਨੁੱਖ ਦਾ ਜਿਉਂ ਜਨਮ, ਜਦੋਂ ਉਹ ਜਨਮ ਲੈਂਦਾ ਤੇ ਮੌਤ ਤੱਕ ਉਹ ਸ਼ਕਤੀ ਇਕੱਠੀ ਕਰਨ ਵਿੱਚ ਹੀ ਲੱਗਾ ਰਹਿੰਦਾ, ਜਿੰਨੀ ਦੇਰ ਤੱਕ ਉਹਨੂੰ ਮੌਤ ਨਹੀਂ ਆ ਜਾਂਦੀ। ਔਰ ਜਿਹੜਾ ਮੈਕਸ ਵੇਬਰ ਸੀ ਨੇ ਕਿਹਾ ਰਾਜਨੀਤੀ ਸ਼ਕਤੀ ਲਈ ਸੰਘਰਸ਼ ਹੈ, ਤਾਂ ਜੋ ਸ਼ਕਤੀ ਵਿੱਚ ਹਨ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕਲਾ ਹੈ। ਕਹਿੰਦੇ ਕਿ ਜਿਹੜਾ ਰਾਜਨੀਤੀ ਨੂੰ ਨਾ ਸ਼ਕਤੀ ਤੋਂ ਆਪਾਂ ਵੱਖ ਨਹੀਂ ਕਰ ਸਕਦੇ, ਕਿਉਂਕਿ ਰਾਜਨੀਤੀ ਵਿੱਚ ਸ਼ਕਤੀ ਹੈਗੀ ਰਾਜਾਂ ਤੇ ਸਰਕਾਰਾਂ ਦੀ ਹੋਂਦ ਸ਼ਕਤੀ ਲਈ ਪ੍ਰਯੋਗ ਲਈ ਹੈ, ਯਾਨੀ ਕਿ ਸਰਕਾਰਾਂ ਤੇ ਰਾਜ ਜਿਹੜੇ ਨੇ ਉਹ ਸ਼ਕਤੀ ਦਾ ਪ੍ਰਯੋਗ ਕਰਦੀਆਂ ਨੇ। ਹਰ ਦੇਸ਼ ਵਿੱਚ ਅਤੇ ਸਾਰੇ ਸੰਸਾਰ ਵਿੱਚ ਜਾਂ ਅਸਥਿਰ ਸ਼ਕਤੀ ਸੰਤੁਲਨ ਹੁੰਦਾ ਹੈ ਜਾਂ ਸਥਿਰ ਆਖਿਰ ਸ਼ਕਤੀ ਸੰਤੁਲਨ ਹੁੰਦਾ ਹੈ। ਫਿਰ ਵੀ ਬਿਲਕੁਲ ਹੀ ਸ਼ਕਤੀ ਸੰਤੁਲਨ ਨਹੀਂ ਹੁੰਦਾ, ਸ਼ਕਤੀ ਸਦਾ ਹੁੰਦੀ ਹੈ। ਹਰ ਇੱਕ ਰਾਜ ਦੀ ਆਪਣੀ ਆਪਣੀ ਸ਼ਕਤੀ ਹੁੰਦੀ ਆ, ਔਰ ਉਹਦਾ ਪ੍ਰਯੋਗ ਉਹ ਆਪਣੇ ਆਪਣੇ ਤਰੀਕੇ ਨਾਲ ਕਰਦਾ ਹੈ। ਉਹਦਾ ਅਸੀਂ ਪਰਿਭਾਸ਼ਾ ਕਿ ਕਹਿੰਦਾ ਜੇਕਰ ਅਸੀਂ
ਸ਼ਕਤੀ ਦਾ ਅਰਥ ਸਮਝਣਾ ਚਾਹੁੰਦੇ ਆ ਤਾਂ ਇਹਦੇ ਪਹਿਲਾਂ ਅਰਥ ਸਮਝਾਂਗੇ ਕਿ ਕਈ ਲੋਕ ਕਹਿੰਦੇ ਸੱਤਾ, ਬਲ ਤੇ ਪ੍ਰਭਾਵ ਤੇ ਪ੍ਰਭੂਤਵ ਇਹ ਸ਼ਕਤੀ ਦੇ ਤੱਤ ਨੇ। ਜਿਨ੍ਹਾਂ ਕੋਲ ਇਹ ਚਾਰੇ ਤੱਤ ਹੁੰਦੇ ਇਟ ਮੀਨਸ ਕਿ ਉਹਦੀ ਸ਼ਕਤੀ ਆ। ਔਰ ਇਹਦੀ ਪਰਿਭਾਸ਼ਾ ਪੇਜ ਨੰਬਰ 50 ਤੇ ਆ। ਮੈਕਾਈਵਰ ਨੇ ਕਿਹਾ ਵਾ ਕਿ ਸ਼ਕਤੀ ਵਿਅਕਤੀਆਂ ਜਾਂ ਵਸਤੂਆਂ ਦੇ ਵਿਵਹਾਰ ਨੂੰ ਕੇਂਦਰਿਤ, ਨਿਯਮਿਤ ਜਾਂ ਨਿਰਦੇਸ਼ਨ ਕਰਨ ਦੀ ਯੋਗਤਾ। ਕਹਿਣ ਦਾ ਭਾਵ ਕਿ ਸ਼ਕਤੀ ਵਿਅਕਤੀਆਂ ਦੇ ਵਿਵਹਾਰ ਤੇ ਉਹਦੇ ਜਿਹੜੇ ਨਿਯਮ ਹੈ ਉਹਨੂੰ ਕੰਟਰੋਲ ਕਰਦੀ ਹੈ। ਔਰ ਐਲਨ ਬਾਰ ਨੇ ਕਿਹਾ ਵਾ ਕਿ ਰਾਜਨੀਤਿਕ ਸ਼ਕਤੀ ਦੂਜਿਆਂ ਦੇ ਵਿਵਹਾਰ ਨੂੰ ਕਿਸੇ ਵੀ ਪ੍ਰਕਾਰ ਸਜ਼ਾ ਦੇ ਡਰ ਦੁਆਰਾ ਪ੍ਰਭਾਵਿਤ ਕਰਨ ਦੀ ਹੈਗੀ ਆ ਸਮਰੱਥਾ। ਕਹਿੰਦਾ ਜਦੋਂ ਅਸੀਂ ਉੱਪਰ ਵਾਲੀਆਂ ਪਰਿਭਾਸ਼ਾ ਪੜ੍ਹਦੇ ਤੇ ਉਹਦੇ ਸਾਨੂੰ ਪਤਾ ਲੱਗ ਜਾਂਦਾ ਕਿ ਰਾਸ਼ਟਰੀ ਸ਼ਕਤੀ ਕਿਸੇ ਰਾਸ਼ਟਰ ਦੀ ਉਹ ਯੋਗਤਾ ਹੈ ਜਿਸ ਦੇ ਪ੍ਰਯੋਗ ਦੁਆਰਾ ਉਹ ਦੂਜੇ ਰਾਸ਼ਟਰਾਂ ਕੋਲੋਂ ਆਪਣੀ ਇੱਛਾ ਨੂੰ ਮਨਵਾ ਸਕਦਾ ਹੈ। ਯਾਨੀ ਕਿ ਜੇ ਤੇ ਦੇਸ਼ ਕੋਈ ਰਾਸ਼ਟਰ ਸ਼ਕਤੀਸ਼ਾਲੀ ਤੇ ਉਹ ਛੋਟੇ ਦੇਸ਼ਾਂ ਕੋਲੋਂ ਆਪਣੀਆਂ ਗੱਲਾਂ ਮਨਵਾ ਲੈਂਦਾ ਹੈ। ਔਰ ਰਾਸ਼ਟਰੀ ਸ਼ਕਤੀ ਰਾਸ਼ਟਰ ਦੀ ਆਪਣੇ ਰਾਸ਼ਟਰੀ ਹਿੱਤਾਂ ਤੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਤੇ ਉਸਦਾ ਦੀ ਰਾਖੀ ਕਰਨ ਦੀ ਯੋਗਤਾ ਤੇ ਸਮਰੱਥਾ ਹੈ। ਇਸ ਵਿੱਚ ਦੂਜਿਆਂ ਦੀ ਸ਼ਕਤੀ ਪ੍ਰਯੋਗ ਦੀ ਧਮਕੀ ਅਤੇ ਦੂਜਿਆਂ ਉੱਤੇ ਆਏ ਪ੍ਰਭਾਵ ਦਾ ਪ੍ਰਯੋਗ ਕਰਨ ਦਾ ਵੀ ਸ਼ਾਮਲ ਹੈ। ਕਈ ਵਾਰੀ ਜਿਹੜੇ ਸ਼ਕਤੀਸ਼ਾਲੀ ਰਾਜ ਹੈ ਨਾ, ਜਦੋਂ ਛੋਟੇ ਰਾਜ ਉਹਨਾਂ ਦੀ ਗੱਲ ਨਹੀਂ ਮੰਨਦੇ ਤੇ ਫਿਰ ਧਮਕੀ ਵੀ ਦਿੰਦੇ ਆ, ਜਿਸ ਤਰ੍ਹਾਂ ਉਹਨਾਂ ਦਾ ਫੰਡ ਰੋਕ ਲੈਂਦੇ, ਕਰਜ਼ੇ ਰੋਕ ਲੈਂਦੇ ਆ, ਇਸ ਤਰ੍ਹਾਂ। ਹੁਣ ਇਹ ਤੇ ਸ਼ਕਤੀ ਦਾ ਸੀ। ਜਾਂ ਰਾਸ਼ਟਰੀ ਸ਼ਕਤੀ ਦੀ ਪਰਿਭਾਸ਼ਾ ਹੈਗੀ ਆ ਹਾਰਟਮੈਨ ਨੇ ਦਿੱਤੀ ਆ ਕਿ ਰਾਸ਼ਟਰੀ ਸ਼ਕਤੀ ਕਿਸੇ ਰਾਸ਼ਟਰ ਦੇ ਰਾਸ਼ਟਰੀ ਹਿੱਤਾਂ ਨੂੰ ਪ੍ਰਾਪਤ ਕਰਨ ਦੀ ਯੋਗਤਾ ਹੈ। ਇਹ ਸਾਨੂੰ ਦੱਸਦੀ ਹੈ ਕਿ ਕੋਈ ਵੀ ਰਾਸ਼ਟਰ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਨ ਲਈ ਕਿੰਨਾ ਸ਼ਕਤੀਸ਼ਾਲੀ ਜਾਂ ਕਿੰਨਾ ਕਮਜ਼ੋਰ ਹੈ। ਰਾਸ਼ਟਰੀ ਸ਼ਕਤੀ ਤੋਂ ਹੀ ਸਾਨੂੰ ਪਤਾ ਲੱਗਦਾ ਕਿ ਕਿਸੇ ਦੇਸ਼ ਕੋਲ ਕਿੰਨੀ ਸ਼ਕਤੀ ਆ। ਇਹ ਸੀਗੀ ਇਹਦੀ ਪਰਿਭਾਸ਼ਾ। ਔਰ ਅੱਗੇ ਆ ਗਿਆ ਸ਼ਕਤੀ ਦਾ ਵਿਸ਼ੇਸ਼ਤਾਵਾਂ ਜਾਂ ਸਰੂਪ। ਪਹਿਲੀ ਹੈਗੀ ਆ ਸ਼ਕਤੀ ਬਲ ਅਤੇ ਪ੍ਰਭਾਵ ਤੋਂ ਭਿੰਨ ਹੁੰਦੀ। ਕਹਿੰਦਾ ਸ਼ਕਤੀ ਜਿਹੜੀ ਬਲ ਤੇ ਪ੍ਰਭਾਵ ਤੋਂ ਅਲੱਗ ਹੁੰਦੀ ਆ। ਔਰ ਸ਼ਕਤੀ ਦੇ ਤੱਤ ਨੇ ਬਲ ਦੇ ਪ੍ਰਭਾਵ, ਸ਼ਕਤੀ ਨਹੀਂ ਆ, ਕਿਉਂਕਿ ਕਈ ਵਾਰੀ ਸ਼ਕਤੀ ਜਿਹੜੀ ਉਹ ਬਲ ਦੁਆਰਾ ਵੀ ਲਾਗੂ ਕੀਤੀ ਜਾਂਦੀ, ਕਈ ਵਾਰੀ ਪ੍ਰਭਾਵ ਨਾਲ। ਕਹਿੰਦਾ ਬਲ ਦਾ ਅਰਥ ਹੁੰਦਾ ਸਰੀਰਕ ਬਲ, ਪੌਲਿਸ ਬਲ, ਸੈਨਿਕ ਬਲ ਜਾਂ ਪੌਲਿਸੀ ਕਾਰਵਾਈ, ਜਿਹਦਾ ਰੂਪ ਹੁੰਦਾ ਹਿੰਸਾ, ਜੇਲ੍ਹ, ਸਜ਼ਾ ਜਾਂ ਯੁੱਧ। ਔਰ ਸ਼ਕਤੀ ਦਾ ਅਰਥ ਹੈ ਨਿਯੰਤਰਣ ਜਾਂ ਮਨੋਵਿਗਿਆਨਿਕ ਸੰਬੰਧ, ਜਿਹੜਾ ਬਲ ਪ੍ਰਯੋਗ ਦੀ ਧਮਕੀ ਨੂੰ ਉਤਸ਼ਾਹਿਤ ਕਰਦਾ ਹੈ। ਨੈਕਸਟ ਆ ਜਾਓ ਤੁਸੀਂ। ਰਾਸ਼ਟਰੀ ਸ਼ਕਤੀ ਸਾਧਨ ਹੈ, ਉਦੇਸ਼ ਦੋਵੇਂ ਆ। ਕਹਿੰਦਾ ਰਾਸ਼ਟਰੀ ਸ਼ਕਤੀ ਜਿਹੜੀ ਉਹ ਸਾਧਨ ਵੀ ਆ, ਕਿਉਂਕਿ ਉਸ ਸ਼ਕਤੀ ਦਾ ਪ੍ਰਯੋਗ ਕਰਕੇ ਅਸੀਂ ਦੂਸਰੇ ਦੇਸ਼ਾਂ ਕੋਲ ਆਪਣੀਆਂ ਗੱਲਾਂ ਮਨਵਾ ਲੈਂਦੇ ਹਾਂ। ਔਰ ਉਦੇਸ਼ ਵੀ ਹੈ। ਇਹ ਸ਼ਕਤੀ ਦਾ ਉਦੇਸ਼ ਇਹ ਆ ਕਿ ਹਰ ਰਾਸ਼ਟਰ ਵੱਧ ਤੋਂ ਵੱਧ ਰਾਸ਼ਟਰੀ ਸ਼ਕਤੀ ਪ੍ਰਾਪਤ ਕਰਨਾ ਚਾਹੁੰਦਾ ਵਾ। ਔਰ ਘਰੇਲੂ ਰਾਜਨੀਤੀ ਦੀ ਤਰ੍ਹਾਂ ਅੰਤਰਰਾਸ਼ਟਰੀ ਰਾਜਨੀਤੀ ਵੀ ਰਾਸ਼ਟਰੀ ਸ਼ਕਤੀ ਲਈ ਸੰਘਰਸ਼ ਕਰਦੀ ਹੈ। ਨੰਬਰ 3, ਰਾਸ਼ਟਰ ਸ਼ਕਤੀ ਰਾਸ਼ਟਰੀ ਹਿੱਤਾਂ ਦੀ ਪ੍ਰਾਪਤੀ ਦੀ ਯੋਗਤਾ। ਕਹਿੰਦਾ ਕਿ ਜਿਹੜੀ ਰਾਸ਼ਟਰੀ ਸ਼ਕਤੀ ਹੈ ਨਾ, ਉਹਦੇ ਵਿੱਚ ਸਿਰਫ ਸਾਰੇ ਰਾਸ਼ਟਰ ਆਪਣੇ ਹਿੱਤਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ, ਦੂਸਰੇ ਦੇ ਹਿੱਤਾਂ ਨੂੰ ਅਣਗਹਿਲੀਆਂ ਕਰ ਦਿੰਦੇ ਨੇ। ਇਸ ਕਰਕੇ ਇਹਦੀ ਸਭ ਤੋਂ ਮੁੱਖ ਉਦੇਸ਼ ਹੈਗਾ ਆਪਣੇ ਹਿੱਤਾਂ ਦੀ ਪ੍ਰਾਪਤੀ। ਨੰਬਰ 4, ਰਾਸ਼ਟਰੀ ਸ਼ਕਤੀ ਗਤੀਸ਼ੀਲ ਹੁੰਦੀ। ਕਹਿੰਦਾ ਰਾਸ਼ਟਰੀ ਸ਼ਕਤੀ ਕਦੀ ਇੱਕ ਜਗ੍ਹਾ ਤੇ ਨਹੀਂ ਹੁੰਦੀ, ਗਤੀਸ਼ੀਲ ਹੁੰਦੀ, ਯਾਨੀ ਕਿ ਵੱਧਦੀ ਰਹਿੰਦੀ ਹੈ। ਪਹਿਲੋਂ ਇੰਗਲੈਂਡ ਦੀ ਜਦੋਂ ਦੂਸਰਾ ਵਿਸ਼ਵ ਯੁੱਧ ਹੋਇਆ ਸੀ, ਇੰਗਲੈਂਡ ਦੀ ਸ਼ਕਤੀ ਕਾਫੀ ਘੱਟ ਗਈ ਸੀ, ਅਮਰੀਕਾ ਦੀ ਸ਼ਕਤੀ ਕਾਫੀ ਵੱਧ ਗਈ ਆ। ਉਸ ਤੋਂ ਪਹਿਲਾਂ ਇੰਗਲੈਂਡ ਦੀ ਸ਼ਕਤੀ ਬੜੀ ਜ਼ਿਆਦਾ ਸੀ ਔਰ ਅਮਰੀਕਾ ਦੀ ਘੱਟ ਸੀ। ਹੁਣ ਅੱਜ ਭਾਰਤ ਕੋਲ ਵੀ ਪਰਮਾਣੂ ਬੰਬ ਹੈ, ਇਸ ਕਰਕੇ ਇਹਦੀ ਵੀ ਕਾਫੀ ਸ਼ਕਤੀ ਮਜ਼ਬੂਤ ਆ। ਨੰਬਰ 5, ਭਿੰਨ ਰਾਸ਼ਟਰਾਂ ਦੀ ਭਿੰਨ ਕਹਿੰਦਾ ਹਰੇਕ ਰਾਸ਼ਟਰ ਤੇ ਆਪਣੀ ਆਪਣੀ ਸ਼ਕਤੀ ਹੁੰਦੀ ਹੈ। ਨੰਬਰ 6, ਰਾਸ਼ਟਰੀ ਸ਼ਕਤੀ ਦੇ ਅਨੇਕਾਂ ਤੱਤ ਹੁੰਦੇ। ਕਹਿੰਦਾ ਰਾਸ਼ਟਰੀ ਸ਼ਕਤੀ ਦੇ ਬਹੁਤ ਸਾਰੇ ਤੱਤ ਹੁੰਦੇ ਆ, ਜਿਵੇਂ ਕਿ ਰਾਸ਼ਟਰੀ ਸ਼ਕਤੀ ਭੂਗੋਲਿਕ, ਕਈਆਂ ਕੋਲ ਏਰੀਆ ਬਹੁਤ ਵੱਡਾ ਹੁੰਦਾ, ਉਹਦੇ ਕਰਕੇ ਉਹ ਦੇਸ਼ ਸ਼ਕਤੀਸ਼ਾਲੀ ਹੁੰਦੇ, ਜਿਵੇਂ ਅਮਰੀਕਾ, ਕੈਨੇਡਾ। ਦੂਸਰਾ ਹੈਗਾ ਜਨਸੰਖਿਆ, ਕਈ ਦੇਸ਼ਾਂ ਦੀ ਜਨਸੰਖਿਆ ਇੰਨੀ ਜ਼ਿਆਦਾ ਹੁੰਦੀ ਕਿ ਉਹ ਜਨਸੰਖਿਆ ਹੀ ਉਹਨਾਂ ਦੀ ਸ਼ਕਤੀ ਹੁੰਦੀ ਆ। ਕਈ ਦੇਸ਼ ਅਮੀਰ ਬੜੇ ਹੁੰਦੇ ਆ, ਯਾਨੀ ਕਿ ਉਹਨਾਂ ਦੇ ਵਿੱਚ ਪੈਸਾ ਬਹੁਤ ਹੁੰਦਾ, ਜਿਸ ਕਰਕੇ ਉਹਨਾਂ ਕੋਲ ਆਰਥਿਕ ਸ਼ਕਤੀ ਹੁੰਦੀ ਹੈ। ਔਰ ਉਦਯੋਗਿਕ ਸਮਰੱਥਾ, ਜਿਨ੍ਹਾਂ ਦੇਸ਼ਾਂ ਦੇ ਵਿੱਚ ਵੱਧ ਤੋਂ ਵੱਧ ਫੈਕਟਰੀਆਂ ਨੇ ਉਹ ਦੇਸ਼ ਅਮੀਰ ਨੇ। ਤਕਨੀਕੀ, ਜਿਹੜੇ ਦੇਸ਼ਾਂ ਕੋਲ ਜ਼ਿਆਦਾ ਟੈਕਨੀਕ, ਜਿਵੇਂ ਕਿ ਜਾਪਾਨ ਕੋਲ ਸਭ ਤੋਂ ਜ਼ਿਆਦਾ ਟੈਕਨੀਕ, ਇਸ ਕਰਕੇ ਉਹ ਸ਼ਕਤੀਸ਼ਾਲੀ ਹੈ, ਤਕਨੀਕੀ ਸ਼ਕਤੀ ਉਹਨਾਂ ਕੋਲ ਜ਼ਿਆਦਾ ਵਾ। ਸੈਨਿਕ ਤਿਆਰੀ, ਕਈਆਂ ਕੋਲ ਸੈਨਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਕਰਕੇ ਉਹ ਸੈਨਿਕ ਸ਼ਕਤੀ ਹੁੰਦੀ ਇਹਨਾਂ ਕੋਲ। ਕਈ ਲੀਡਰ ਬੜੇ ਤਗੜੇ ਹੁੰਦੇ, ਅਗਵਾਈ ਬੜੀ ਵਧੀਆ ਕਰਦੇ, ਇਸ ਕਰਕੇ ਉਹਨਾਂ ਦੀ ਉਹ ਸ਼ਕਤੀ ਹੁੰਦੀ ਆ। ਕਈਆਂ ਕੋਲ ਕੁਸ਼ਲ ਸਰਕਾਰ ਹੁੰਦੀ ਆ, ਕਈ ਰਾਸ਼ਟਰ ਵੈਸੇ ਵਧੀਆ ਹੁੰਦੇ, ਇਸ ਕਰਕੇ ਇਹਨਾਂ ਦੇ ਵੱਖ-ਵੱਖ ਤੱਤ ਹੁੰਦੇ ਸ਼ਕਤੀ ਦੇ। ਨੈਕਸਟ ਨੰਬਰ 7 ਹੈਗਾ ਵਾ
ਰਾਸ਼ਟਰੀ ਸ਼ਕਤੀ ਪਦਾਰਥ ਨਹੀਂ ਹੈ। ਕਹਿੰਦਾ ਕਿ ਰਾਸ਼ਟਰੀ ਸ਼ਕਤੀ ਜਿਹੜੀ ਕੋਈ ਪਦਾਰਥ ਨਹੀਂ ਆ, ਇਹ ਇੱਕ ਯੋਗਤਾ ਵਾ ਦੂਸਰੇ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਦੀ। ਰਾਸ਼ਟਰੀ ਸ਼ਕਤੀ ਪ੍ਰਯੋਗ ਤੇ ਨਿਰਭਰ ਕਰਦੀ ਹੈ। ਕਹਿੰਦਾ ਕਿ ਰਾਸ਼ਟਰੀ ਸ਼ਕਤੀ ਦਾ ਪ੍ਰਯੋਗ ਕਿੱਥੇ ਕਿਹੜੇ ਰੂਪ ਵਿੱਚ ਕਰਨਾ ਉਹਦੇ ਤੇ ਨਿਰਭਰ ਕਰਦੀ ਆ। ਰਾਸ਼ਟਰੀ ਸ਼ਕਤੀ ਦੇ ਵਿੱਚ ਏਕੀਕਰਨ ਸਰੂਪ। ਕਹਿੰਦਾ ਰਾਸ਼ਟਰੀ ਸ਼ਕਤੀ ਵਿੱਚ ਬਹੁਤ ਜ਼ਿਆਦਾ ਏਕੀਕਰਨ ਸਰੂਪ ਆ, ਜਿਵੇਂ ਕਿ ਆਰਥਿਕ, ਜਨਸੰਖਿਆ, ਭੂਗੋਲਿਕ, ਰਾਸ਼ਟਰੀ ਮਨੋਬਲ, ਇਹ ਸਾਰੇ ਇਹਨਾਂ ਦੇ ਏਕੀਕ੍ਰਿਤ ਸਰੂਪ ਆ। ਹੁਣ ਜੇਕਰ ਕੁਐਸਚਨ ਆ ਜੇ ਰਾਸ਼ਟਰੀ ਸ਼ਕਤੀ ਦੀਆਂ ਕਿਸਮਾਂ ਕਿਹੜੀਆਂ। ਸੈਨਿਕ ਸ਼ਕਤੀ ਜਿਹੜੀ ਆਪਾਂ ਪਿੱਛੇ ਪੜਿਆ ਸੀਗਾ ਕਿ ਕਈ ਦੇਸ਼ਾਂ ਕੋਲ ਬਹੁਤ ਜ਼ਿਆਦਾ ਸੈਨਿਕ ਨੇ ਜਿਹਦੇ ਕਰਕੇ ਉਹ ਸ਼ਕਤੀਸ਼ਾਲੀ ਨੇ। ਔਰ ਆਰਥਿਕ ਸ਼ਕਤੀ, ਕਈ ਦੇਸ਼ ਜਿਹੜੇ ਆਰਥਿਕ ਤੌਰ ਤੇ ਬਹੁਤ ਖੁਸ਼ਹਾਲ ਨੇ, ਉਹਨਾਂ ਕੋਲ ਪੈਸਾ ਹੀ ਇੰਨਾ ਜ਼ਿਆਦਾ ਵਾ ਕਿ ਉਹ ਸ਼ਕਤੀਸ਼ਾਲੀ ਨੇ। ਮਨੋਵਿਗਿਆਨਿਕ ਸ਼ਕਤੀ, ਕਈ ਦੇਸ਼ ਮਨੋਵਿਗਿਆਨਿਕ ਹੁੰਦੇ ਆ ਕਿ ਉਹ ਦੂਸਰੇ ਦੇਸ਼ਾਂ ਦੇ ਵਿੱਚ ਆਪਣੇ ਡਿਪਲੋਮੇਟ ਭੇਜ ਕੇ ਦੂਸਰੇ ਦੇਸ਼ਾਂ ਨੂੰ ਆਪਣੇ ਹੱਕ ਵਿੱਚ ਕਰ ਲੈਂਦੇ ਗੱਲਾਂ ਨਾਲ। ਉਹਨੂੰ ਕਹਿੰਦੇ ਮਨੋਵਿਗਿਆਨਿਕ, ਯਾਨੀ ਕਿ ਦਿਮਾਗ ਦੇ ਤਰੀਕੇ ਨਾਲ ਲੋਕਾਂ ਉੱਤੇ ਕੰਟਰੋਲ ਕਰਦੇ ਆ। ਲੋਕਮਤ ਦੀ ਸੰਖਿਆ, ਯਾਨੀ ਕਿ ਜਨਸੰਖਿਆ, ਕਈ ਰਾਸ਼ਟਰਾਂ ਦੇ ਕੋਲ ਇੰਨੀ ਜ਼ਿਆਦਾ ਜਨਸੰਖਿਆ ਕਿ ਉਹ ਸ਼ਕਤੀਸ਼ਾਲੀ ਆ। ਜਿਵੇਂ ਚਾਈਨਾ ਦੀ ਜਨਸੰਖਿਆ ਸਭ ਤੋਂ ਉੱਪਰ ਆ, ਪਰ ਉਹ ਸ਼ਕਤੀਸ਼ਾਲੀ ਆ, ਉਹਨੂੰ ਆਪਾਂ ਗਰੀਬ ਦੇਸ਼ ਨਹੀਂ ਕਹਿ ਸਕਦੇ। ਕੂਟਨੀਤਿਕ ਸ਼ਕਤੀ, ਕਈਆਂ ਦੇ ਕੋਲ ਕੂਟਨੀਤਿਕ ਸ਼ਕਤੀ ਹੁੰਦੀ ਆ, ਉਹ ਆਪਣੇ ਕੂਟਨੀਤਿਕ ਤਰੀਕਿਆਂ ਨਾਲ ਦੂਸਰੇ ਦੇਸ਼ਾਂ ਕੋਲ ਆਪਣੀਆਂ ਗੱਲਾਂ ਮਨਵਾ ਲੈਂਦੇ ਨੇ। ਰਾਸ਼ਟਰੀ ਸ਼ਕਤੀ, ਸੈਨਿਕ ਸ਼ਕਤੀ, ਆਰਥਿਕ ਸ਼ਕਤੀ, ਮਨੋਵਿਗਿਆਨਿਕ ਸ਼ਕਤੀ ਦਾ ਜੋੜ। ਕਹਿੰਦਾ ਜਿਹੜੀ ਰਾਸ਼ਟਰੀ ਸ਼ਕਤੀ ਹੈ ਨਾ, ਉਹਦੇ ਵਿੱਚ 3 ਸ਼ਕਤੀਆਂ ਜਿਹੜੀਆਂ ਜਦੋਂ ਰਲ ਜਾਂਦੀਆਂ ਨੇ ਤੇ ਫਿਰ ਅਸੀਂ ਉਹ ਸ਼ਕਤੀਸ਼ਾਲੀ ਦੇਸ਼, ਜਿਵੇਂ ਕਿ ਕੋਈ ਸੈਨਿਕ ਸ਼ਕਤੀ ਵੀ ਜ਼ਿਆਦਾ ਹੋਵੇ, ਆਰਥਿਕ ਸ਼ਕਤੀ ਵੀ ਜ਼ਿਆਦਾ ਹੋਵੇ ਔਰ ਮਨੋਵਿਗਿਆਨਿਕ ਸ਼ਕਤੀ ਵੀ ਜ਼ਿਆਦਾ ਹੋਵੇ। ਜਿਸ ਤਰ੍ਹਾਂ ਕਹਿੰਦਾ ਅਮਰੀਕਾ ਦੇ ਵਿੱਚ ਆਰਥਿਕ ਸਥਿਤੀ ਕਾਫੀ ਮਜ਼ਬੂਤ ਆ। ਜਾਪਾਨ, ਜਰਮਨੀ, ਫਰਾਂਸ, ਇੰਗਲੈਂਡ, ਕੈਨੇਡਾ ਦੇ ਉੱਨਤ ਦੇਸ਼ ਨੇ ਔਰ ਇਹਨਾਂ ਦੀ ਆਰਥਿਕ ਸਥਿਤੀ ਠੀਕ ਹੈ। ਅਮਰੀਕਾ, ਚੀਨ, ਰੂਸ ਆਦਿ ਦੇਸ਼ਾਂ ਦੇ ਮੁਕਾਬਲੇ ਵਿੱਚ ਸੈਨਿਕ ਸ਼ਕਤੀ ਕਮਜ਼ੋਰ ਹੈ। ਯਾਨੀ ਕਿ ਜਿਹੜੇ ਜਾਪਾਨ, ਜਰਮਨੀ, ਫਰਾਂਸ, ਇਹਨਾਂ ਕੋਲ ਸੈਨਿਕ ਸ਼ਕਤੀ ਨਹੀਂ ਇੰਨੀ ਹੈਗੀ ਜਿੰਨੀ ਅਮਰੀਕਾ, ਚੀਨ ਤੇ ਰੂਸ ਕੋਲ ਆ। ਕਹਿੰਦਾ ਅੱਜ ਭਾਰਤ ਅੱਜ ਪਰਮਾਣੂ ਸ਼ਕਤੀ ਦਾ ਦੇਸ਼ ਹੈ, ਪਰੰਤੂ ਉਹ ਉੱਨਤ ਦੇਸ਼ਾਂ ਦੇ ਮੁਕਾਬਲੇ ਕਾਫੀ ਪਿੱਛੇ ਆ। ਯਾਨੀ ਕਿ ਭਾਰਤ ਜਿਹੜਾ ਵਾ ਕਾਫੀ ਪਿੱਛੇ ਇਹਨਾਂ ਤੋਂ, ਕਿਉਂਕਿ ਇਹਦਾ ਆਰਥਿਕ ਵਿਕਾਸ ਨਹੀਂ ਅਜੇ ਹੋਇਆ ਚੰਗੀ ਤਰ੍ਹਾਂ। ਇਹਦੇ ਵਿੱਚ ਭਾਰਤ ਵਿੱਚ ਬਹੁਤ ਜ਼ਿਆਦਾ ਗਰੀਬੀ ਤੇ ਬੇਰੁਜ਼ਗਾਰੀ ਪਾਈ ਜਾਂਦੀ ਆ। ਔਰ ਸੈਨਿਕ ਆਰਥਿਕ ਸ਼ਕਤੀ ਨਾਲ ਰਾਸ਼ਟਰ ਦੀ ਮਨੋਵਿਗਿਆਨਿਕ ਸ਼ਕਤੀ ਦਾ ਵਿਕਾਸ ਹੁੰਦਾ। ਅੱਜ ਭਾਰਤ ਨੂੰ ਅੰਤਰਰਾਸ਼ਟਰੀ ਖੇਤਰ ਵਿੱਚ ਜੋ ਮਾਣ ਅਤੇ ਸਤਿਕਾਰ ਮਿਲ ਰਿਹਾ, ਪਿਛਲੇ 5 ਦਹਾਕਿਆਂ ਦੌਰਾਨ ਕੀਤਾ ਗਿਆ ਆਰਥਿਕ ਅਤੇ ਸੈਨਿਕ ਸ਼ਕਤੀ ਦਾ ਵਿਕਾਸ ਵੀ ਜ਼ਿੰਮੇਵਾਰ ਹੈ। ਕਹਿੰਦਾ ਭਾਰਤ ਦਾ ਆਰਥਿਕ ਵਿਕਾਸ ਤੇ ਹੋਇਆ ਹੈ, ਬਟ ਅਜੇ ਵੀ ਇਹ ਵਿਕਾਸਸ਼ੀਲ ਦੇਸ਼ ਹੀ ਆ। ਹਾਂ, ਸਾਰੇ ਦੇਸ਼ਾਂ ਵਿੱਚ ਇਹਨੂੰ ਮਾਨ ਸਨਮਾਨ ਜ਼ਰੂਰ ਮਿਲਿਆ, ਕਿਉਂਕਿ 50 ਸਾਲਾਂ ਦੇ ਵਿੱਚ ਜਦੋਂ ਦਾ ਦੇਸ਼ ਆਜ਼ਾਦ ਹੋਇਆ ਇਹਨੇ ਕਾਫੀ ਤਰੱਕੀ ਕੀਤੀ ਹੈ। ਕਹਿੰਦਾ ਕਿ ਜਿਹੜਾ ਸ਼ਕਤੀ ਨੂੰ ਪ੍ਰਯੋਗ ਕਰਨ ਦੇ ਕਿਹੜੇ ਤਰੀਕੇ ਨੇ। ਪ੍ਰੇਰਨਾ, ਸਭ ਤੋਂ ਪਹਿਲਾ ਤਰੀਕਾ ਇਹ ਆ ਕਿ ਕੁਝ ਦੇਸ਼ ਜਿਹੜੇ ਨੇ ਉਹ ਦੂਸਰੇ ਦੇਸ਼ਾਂ ਨੂੰ ਪ੍ਰੇਰਦੇ ਆ, ਯਾਨੀ ਕਿ ਉਹਨਾਂ ਨੂੰ ਗੱਲਾਂ ਬਾਤਾਂ ਨਾਲ ਆਪਣੀਆਂ ਗੱਲਾਂ ਮਨਵਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਨੂੰ ਕਹਿੰਦੇ ਪ੍ਰੇਰਨਾ। ਵੀ ਆਪਣੇ ਹੱਕ ਵਿੱਚ ਦੂਸਰੇ ਰਾਸ਼ਟਰਾਂ ਨੂੰ ਗੱਲਾਂ ਬਾਤਾਂ ਨਾਲ ਆਪਣੇ ਹੱਕ ਵਿੱਚ ਕਰ ਲੈਣਾ, ਇਹ ਵੀ ਇੱਕ ਸ਼ਕਤੀ ਹੈ। ਔਰ ਦੂਸਰਾ ਹੈਗਾ ਇਨਾਮ। ਕੁਝ ਰਾਸ਼ਟਰ ਜਿਹੜੇ ਨੇ ਦੂਸਰੇ ਰਾਸ਼ਟਰਾਂ ਨੂੰ ਮਹਿੰਗੀਆਂ ਚੀਜ਼ਾਂ, ਉਹਨਾਂ ਦੇ ਸੈਨਿਕਾਂ ਵਾਸਤੇ ਸਾਜੋ ਸਮਾਨ, ਸੈਨਿਕ ਟੁਕੜੀਆਂ ਉਹਨਾਂ ਨੂੰ ਦਿੰਦੇ ਨੇ ਇਨਾਮ ਦੇ ਤੌਰ ਤੇ, ਜਿਹਦੇ ਕਰਕੇ ਉਹ ਆਪਣੇ ਸਮਰਥਨ ਵਿੱਚ ਉਹਨਾਂ ਕੋਲ ਕਾਫੀ ਸਾਰੇ ਸਮਝੌਤੇ ਕਰਵਾ ਦਿੰਦੇ ਨੇ। ਜਿਵੇਂ ਕਿ ਮਾਲ ਦੀ ਢੋਆ ਢੁਆਈ ਲਈ ਜ਼ਮੀਨ ਦੇਣੀ, ਹਵਾਈ ਅਤੇ ਸਮੁੰਦਰੀ ਲਾਂਘੇ ਪ੍ਰਦਾਨ ਕਰਨੇ, ਪੂੰਜੀ ਨਿਵੇਸ਼ ਦੇ ਵਾਅਦੇ ਕਰਨੇ, ਸਸਤੀਆਂ ਦਰਾਂ ਤੇ ਕਰਜ਼ੇ ਦੇਣੇ, ਇਹ ਇਨਾਮ ਦੇ ਤੌਰ ਤੇ ਵੀ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਨੇ ਬਹੁਤ ਸਾਰੇ ਦੇਸ਼। ਜਿਵੇਂ ਅਮਰੀਕਾ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਹਮੇਸ਼ਾ ਕਰਜ਼ੇ ਦੇ ਕੇ ਕਰਦਾ। ਨੰਬਰ 3 ਦੰਡ। ਕਹਿੰਦਾ ਤੀਜੀ ਵਿਧੀ ਹੈਗੀ ਦੰਡ। ਸ਼ਕਤੀਸ਼ਾਲੀ ਰਾਸ਼ਟਰ ਕਮਜ਼ੋਰ ਰਾਸ਼ਟਰਾਂ ਕੋਲੋਂ ਆਪਣੀ ਇੱਛਾ ਮਨਾਉਣ ਲਈ ਉਹਨਾਂ ਨੂੰ ਦੰਡ ਵੀ ਦਿੰਦਾ, ਕਿਉਂਕਿ ਜੇਕਰ ਛੋਟੇ ਰਾਸ਼ਟਰ ਜਿਹੜੇ ਉਹਨਾਂ ਦੀਆਂ ਗੱਲਾਂ ਨੂੰ ਨਹੀਂ ਮੰਨਦੇ ਸ਼ਕਤੀਸ਼ਾਲੀ ਦੇਸ਼ਾਂ ਦੀਆਂ ਨੂੰ, ਤੇ ਫਿਰ ਉਹ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਕਰਜ਼ਾ ਵਾ ਉਹਨੂੰ ਜਲਦੀ ਮੋੜਨ ਵਾਸਤੇ ਕਹਿੰਦੇ ਨੇ, ਜ਼ਿਆਦਾ ਵਿਆਜ ਤੇ ਦਿੰਦੇ ਨੇ ਜਾਂ ਫਿਰ ਕਰਜ਼ਾ ਦੇਣਾ ਬੰਦ ਕਰ ਦਿੰਦੇ ਆ। ਜਿਹਦੇ ਕਰਕੇ ਉਹ ਫਿਰ ਦੇਸ਼ ਜਿਹੜੇ ਉਹਨਾਂ ਨੂੰ ਜ਼ਰੂਰਤ ਹੁੰਦੀ ਉਸ ਕਰਜ਼ੇ ਦੀ ਜਾਂ ਉਹਨਾਂ ਪੈਸੇ ਦੀ, ਉਹ ਫਿਰ ਅਣਚਾਹੇ ਮਨ ਨਾਲ ਉਹਨਾਂ ਦੀਆਂ ਜਿਹੜੀਆਂ ਇਹ ਗੱਲਾਂ ਜਿਹੜੀਆਂ ਉਹਨਾਂ ਦੇ ਹਿੱਤ ਪੂਰੇ ਕਰਨ ਵਾਸਤੇ ਮੰਨ ਜਾਂਦੇ। ਇਹ ਦੰਡ ਦੇ ਤੌਰ ਤੇ ਉਹਨਾਂ ਕੋਲ ਜਿੱਤਾ ਜਾਂਦਾ। ਕਹਿੰਦਾ ਦੰਡ ਦਾ ਇਨਾਮ ਨਾਲ ਗਹਿਰਾ ਸੰਬੰਧ ਹੈ, ਕਿਉਂਕਿ ਸਭ ਤੋਂ ਪ੍ਰਭਾਵਸ਼ਾਲੀ ਦੰਡ ਇਨਾਮ ਦਾ ਰੋਕ ਲੈਣਾ ਜਾਂ ਵਾਪਸ ਲੈ ਲੈਣਾ। ਜਿਹੜੇ ਇਹਨਾਂ ਨੇ ਮੰਨ ਲਓ ਕਿ ਇਨਾਮ ਦੇ ਤੌਰ ਤੇ ਜਿਹੜੀ ਮਾਲ ਦੀ ਢੋਆ ਢੁਆਈ ਵਾਸਤੇ ਜ਼ਮੀਨ ਦਿੱਤੀ ਹੁੰਦੀ ਹੈ ਜਾਂ ਹਵਾਈ ਜਾਂ ਸਮੁੰਦਰੀ ਲਾਂਘੇ ਪ੍ਰਦਾਨ ਕੀਤੇ ਹੁੰਦੇ ਆ, ਉਹ ਇਹ ਛੋਟੇ ਦੇਸ਼ਾਂ ਕੋਲੋਂ ਉਦੋਂ ਖੋਹ ਲੈਂਦੇ ਆ ਜਦੋਂ ਛੋਟੇ ਦੇਸ਼ ਇਹਨਾਂ ਸ਼ਕਤੀਸ਼ਾਲੀ ਦੇਸ਼ਾਂ ਦੀ ਕੋਈ ਗੱਲ ਨਹੀਂ ਮੰਨਦੇ ਜਾਂ ਇਹਨਾਂ ਹਿੱਤਾਂ ਦੀ ਰਾਖੀ ਨਹੀਂ ਕਰਦੇ, ਉਦੋਂ ਇਹ ਵਾਪਸ ਲੈ ਲੈਂਦੇ ਆ। ਇਹ ਕਿਸਮ ਦੀ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਜਿਵੇਂ ਕਿ
ਆਪਾਂ ਕਹਿ ਸਕਦੇ ਹਾਂ, ਜੇਕਰ ਅੱਜ ਕੱਲ੍ਹ ਦੀ ਐਗਜ਼ਾਮਪਲ ਲਈਏ ਤੇ ਜਿਵੇਂ ਰੂਸ ਨੇ ਕੈਨੇਡਾ ਦੇ ਜਹਾਜ਼ਾਂ ਦਾ ਲਾਂਘਾ ਬੰਦ ਕਰ ਦਿੱਤਾ ਹੈ, ਕਿਉਂਕਿ ਕੈਨੇਡਾ ਇਜ਼ਰਾਈਲ ਦਾ ਸਾਥ ਦੇ ਰਿਹਾ, ਰੂਸ ਨੇ ਇਜ਼ਰਾਈਲ ਉੱਤੇ ਚੱਲ ਰਿਹਾ ਨਾ ਦਾ ਜਿਹੜਾ ਦੂਸਰੇ ਦੇਸ਼ ਨਾਲ ਉਹਦਾ ਝਗੜਾ ਚੱਲ ਰਿਹਾ ਯੁੱਧ, ਉਹਦੇ ਕਰਕੇ ਕੈਨੇਡਾ ਦੇ ਜਹਾਜ਼ ਜਿਹੜੇ ਆ ਉਹ ਰੂਸ ਨਹੀਂ ਲੰਘਣ ਦਿੰਦਾ ਆਪਣੇ ਲਾਂਘੇ ਤੋਂ। ਬਲ ਕਹਿੰਦਾ ਬਲ ਵੀ ਸ਼ਕਤੀ ਦਾ ਇੱਕ ਪ੍ਰਯੋਗ ਤੇ ਸਭ ਤੋਂ ਅੰਤਮ ਖਤਰਨਾਕ ਵਿਧੀ ਹੈ। ਜੇਕਰ ਕੋਈ ਰਾਸ਼ਟਰ ਨਹੀਂ ਕਿਸੇ ਦੂਸਰੇ ਰਾਸ਼ਟਰ ਦੀ ਗੱਲ ਮੰਨਦਾ ਤਾਂ ਫਿਰ ਸੈਨਿਕ ਸ਼ਕਤੀ ਦੇ ਪ੍ਰਯੋਗ ਦੁਆਰਾ ਉਹਦੇ ਕੋਲੋਂ ਮਨਵਾਈ ਜਾਂਦੀ ਆ, ਆਪਣੇ ਉਦੇਸ਼ਾਂ ਦੀ ਪੂਰਤੀ ਕੀਤੀ ਜਾਂਦੀ ਆ। ਕਹਿੰਦਾ ਕਿ ਜਿਹੜਾ ਦੰਡ ਤੇ ਬਲ ਉਹਦੇ ਵਿੱਚ ਥੋੜ੍ਹਾ ਜਿਹਾ ਹੀ ਅੰਤਰ ਆ, ਕਿਉਂਕਿ ਦੰਡ ਜਿਹੜਾ ਉਹ ਇੱਕ ਕਿਸਮ ਦੀ ਧਮਕੀ ਦਿੱਤੀ ਜਾਂਦੀ ਆ ਕਿ ਤੁਹਾਡਾ ਕਰਜ਼ਾ ਵਾਪਸ ਜਲਦੀ ਲਵਾਂਗੇ, ਤੁਹਾਨੂੰ ਕਰਜ਼ੇ ਨਹੀਂ ਦੇਵਾਂਗੇ, ਜਾਂ ਤੁਹਾਨੂੰ ਮਾਲ ਦੀ ਢੋਆ ਢੁਆਈ ਵਾਸਤੇ ਜ਼ਮੀਨ ਨਹੀਂ ਦੇਵਾਂਗੇ, ਜਾਂ ਜਹਾਜ਼ ਲੰਘਣ ਨੂੰ ਰਸਤਾ ਨਹੀਂ ਦੇਵਾਂਗੇ। ਬਟ ਜਦੋਂ ਜਿਹੜਾ ਦੰਡ ਨੂੰ ਵਾਸਤਵਿਕ ਰੂਪ ਦਿੱਤਾ ਜਾਂਦਾ, ਜਦੋਂ ਬਿਲਕੁਲ ਚੀਜ਼ਾਂ ਬੰਦ ਕਰ ਦਿੱਤੀਆਂ ਜਾਂਦੀਆਂ, ਇਟ ਮੀਨਸ ਕਿ ਉਹ ਫਿਰ ਬਾਲਿਆ। ਨੈਕਸਟ ਹੈਗਾ ਕਾਰਜ ਕੁਸ਼ਲਤਾ ਜਾਂ ਹੁਸ਼ਿਆਰੀ। ਕਹਿੰਦਾ ਕਈ ਦੇਸ਼ਾਂ ਦੇ ਕੋਲ ਬਹੁਤ ਜ਼ਿਆਦਾ ਕਾਰਜ ਕੁਸ਼ਲਤਾ ਤੇ ਹੁਸ਼ਿਆਰੀ ਹੁੰਦੀ, ਉਹ ਵੀ ਇੱਕ ਸ਼ਕਤੀ ਪ੍ਰਯੋਗ ਕਰਨ ਦਾ ਢੰਗ ਆ ਕਿ ਉਹ ਜਿਹੜਾ ਵਾ ਇਹ ਕਹਿੰਦਾ ਕਾਰਜ ਕੁਸ਼ਲਤਾ ਤੇ ਹੁਸ਼ਿਆਰੀ ਸ਼ੁਰੂ ਤੋਂ ਹੀ ਇਨਸਾਨ ਵਰਤਦਾ ਆ। ਜਦੋਂ ਰਾਜਿਆਂ ਦਾ ਰਾਜ ਸੀ ਨਾ, ਉਦੋਂ ਵੀ ਇਹ ਚੀਜ਼ਾਂ ਵਰਤਦੇ ਸੀ, ਕਿਉਂਕਿ ਕੋਈ ਵੀ ਦੂਜਾ ਰਾਜਾ ਵਧੇਰੇ ਸ਼ਕਤੀਸ਼ਾਲੀ ਬਣਦਾ ਪ੍ਰਤੀਤ ਹੁੰਦਾ ਸੀ ਤਾਂ ਉਸਦੇ ਰਾਹ ਵਿੱਚ ਅਨੇਕਾਂ ਰਾਜੇ ਜਿਹੜੇ ਸੀ ਰੁਕਾਵਟਾਂ ਖੜੀਆਂ ਕਰ ਦਿੰਦੇ ਸੀ ਤੇ ਉਸਨੂੰ ਕਮਜ਼ੋਰ ਕਰ ਦਿੰਦੇ ਸੀ ਤਾਂ ਕਿ ਇਹ ਸ਼ਕਤੀਸ਼ਾਲੀ ਰਾਜਾ ਨਾ ਬਣੇ। ਕਹਿੰਦਾ ਅੱਜ ਵੀ ਜਿਹੜੀਆਂ ਸਰਕਾਰਾਂ ਉਹਨਾਂ ਦਾ ਇਹੋ ਹੀ ਇਸ ਤਰ੍ਹਾਂ ਦੀਆਂ ਪਾਲਿਸੀਆਂ ਦਾ ਹੀ ਪ੍ਰਯੋਗ ਕਰਦੀਆਂ ਨੇ ਤੇ ਆਪਣੇ ਜਦੋਂ ਵੀ ਕੋਈ ਸੰਗਠਨ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸਰਕਾਰ ਵਿਰੁੱਧ ਸੰਘਰਸ਼ ਛੇੜਨ ਦੀ ਤਿਆਰੀ ਕਰਦਾ ਤੇ ਕੁਸ਼ਲ ਪ੍ਰਬੰਧ ਪਹਿਲਾਂ ਹੀ ਉਹਨਾਂ ਨਾਲ ਗੱਲਬਾਤ ਰਾਹੀਂ ਉਹਨਾਂ ਦੀਆਂ ਕੁਝ ਮੰਗਾਂ ਸਵੀਕਾਰ ਕਰਕੇ ਉਹਨਾਂ ਦੀ ਅਗਵਾਈ ਵਿੱਚ ਫੁੱਟ ਪਾ ਦਿੰਦਾ। ਨੈਕਸਟ ਆ ਜਾਓ ਪ੍ਰਭੂਤਵ। ਕਹਿੰਦਾ ਕਿ ਅੰਤਰਰਾਸ਼ਟਰੀ ਕਾਨੂੰਨ ਦੀਆਂ ਨਜ਼ਰਾਂ 'ਚ ਸਾਰੇ ਦੇਸ਼ ਪ੍ਰਭੂਤਵ ਸੱਤਾਧਾਰੀ ਨੇ, ਪਰ ਕਹਿੰਦਾ ਕੁਝ ਰਾਸ਼ਟਰਾਂ ਦੇ ਮੁਕਾਬਲੇ ਵਿੱਚ ਵਧੇਰੇ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਹੁੰਦੇ ਨੇ। ਉਹਨਾਂ ਦਾ ਆਕਾਰ, ਸੈਨਿਕ ਸਮਰੱਥਾ, ਆਰਥਿਕ ਵਿਕਾਸ ਆਦਿ ਅਨੇਕਾਂ ਕਾਰਨ ਜ਼ਿੰਮੇਵਾਰ ਹੈ ਉਹਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ। ਇਸ ਕਰਕੇ ਜਿਨ੍ਹਾਂ ਦੇਸ਼ਾਂ ਕੋਲ ਜ਼ਿਆਦਾ ਪ੍ਰਭੂਤਵ ਹੁੰਦਾ ਵਾ ਔਰ ਉਹਨਾਂ ਦੀ ਜਨਤਾ ਜਿਹੜੀ ਆ ਅਮੀਰ ਹੁੰਦੀ ਆ, ਪੜ੍ਹੀ ਲਿਖੀ ਹੁੰਦੀ ਆ, ਤੇ ਉਹ ਦੇਸ਼ ਜਿਹੜੇ ਨੇ ਉਹ ਘੱਟ ਪੜ੍ਹੀ ਲਿਖੀ ਜਾਂ ਗਰੀਬ ਜਨਤਾ ਵਾਲੇ ਦੇਸ਼ਾਂ ਕੋਲੋਂ ਆਪਣਾ ਜਿਹੜਾ ਪ੍ਰਭੂਤਵ ਦਿਖਾਉਂਦੇ ਨੇ। ਨੈਕਸਟ ਹੈਗਾ ਰਾਸ਼ਟਰੀ ਸ਼ਕਤੀ ਦੇ ਤੱਤ। ਆਪਾਂ ਪਹਿਲਾਂ ਪੜ੍ਹ ਲਏ ਆ ਕਿ ਇਹਦੇ ਤੱਤ ਵੀ, ਜੇਕਰ ਕਿਸੇ ਕੋਈ ਏਰੀਆ ਭੂਗੋਲ ਜ਼ਿਆਦਾ ਵਾ, ਭੂਗੋਲ ਦੇ ਵਿੱਚ ਆਕਾਰ, ਕਿਸੇ ਦੇਸ਼ ਦਾ ਆਕਾਰ ਜ਼ਿਆਦਾ, ਉਹਦੇ ਕੋਲ ਉਹ ਦੇਸ਼ ਜਿਹੜਾ ਜਨਸੰਖਿਆ ਘੱਟ ਔਰ ਏਰੀਆ ਵੱਡਾ, ਉਹਦੇ ਕੋਲ ਰॉ ਮਟੀਰੀਅਲ ਜ਼ਿਆਦਾ ਵਾ ਤੇ ਇਟ ਮੀਨਸ ਕਿ ਉਹ ਸ਼ਕਤੀਸ਼ਾਲੀ ਹੈ। ਨਕਸ਼ੇ, ਕਈ ਦੇਸ਼ਾਂ ਦਾ ਜਿਹੜਾ ਵਾ ਦੂਸਰੇ ਦੇਸ਼। ਤੀਸਰਾ ਹੈਗਾ ਸਥਿਤੀ। ਕਈ ਦੇਸ਼ਾਂ ਦੀ ਸਥਿਤੀ ਬੜੀ ਮਜ਼ਬੂਤ ਹੁੰਦੀ ਆ ਔਰ ਉਹਨਾਂ ਕੋਲ ਰਣਨੀਤੀ, ਯੁੱਧ ਰਣਨੀਤੀ ਪਾਲਿਸੀ ਬਹੁਤ ਵਧੀਆ ਹੁੰਦੀਆਂ ਨੇ। ਇਸ ਕਰਕੇ ਨੰਬਰ 3 ਜਲਵਾਯੂ। ਕਈ ਦੇਸ਼ਾਂ ਦਾ ਜਲਵਾਯੂ ਬਹੁਤ ਵਧੀਆ ਹੁੰਦਾ, ਜਿਸ ਤਰ੍ਹਾਂ ਕਿ ਖੇਤੀਬਾੜੀ ਦਾ ਵਿਕਾਸ ਬਹੁਤ ਹੋਇਆ ਹੁੰਦਾ, ਰॉ ਮਟੀਰੀਅਲ ਉਹਨਾਂ ਕੋਲ ਬਹੁਤ ਹੁੰਦਾ ਵਾ, ਉਹਨਾਂ ਦਾ ਅਰਥ ਵਿਵਸਥਾ ਵਧੀਆ ਹੁੰਦੀ ਹੈ, ਲੋਕਾਂ ਦੇ ਸੁਭਾਅ, ਉਹਨਾਂ ਦਾ ਆਚਰਣ, ਆਪਣੇ ਦੇਸ਼ ਪ੍ਰਤੀ ਪਿਆਰ ਉਹਨਾਂ ਦਾ, ਔਰ ਰਾਸ਼ਟਰ ਦੀ ਸੰਸਕ੍ਰਿਤੀ, ਇਹ ਸਾਰੀਆਂ ਚੀਜ਼ਾਂ ਵੀ ਪ੍ਰਭਾਵਿਤ ਕਰਦੀਆਂ ਸ਼ਕਤੀ। ਸਰਹੱਦਾਂ। ਕਹਿੰਦਾ ਕਿ ਸਰਹੱਦਾਂ ਵੀ ਰਾਸ਼ਟਰੀ ਸ਼ਕਤੀ ਦਾ ਨਿਰਧਾਰਤ ਤੱਤ ਹਨ। ਉਹਨਾਂ ਵਿਚਕਾਰ ਪੈਦਾ ਹੋਣ ਵਾਲੇ ਸੀਮਾ ਵਿਵਾਦਾਂ ਨੂੰ ਘੱਟ ਕਰਦੀਆਂ ਨੇ। ਮਿੱਤਰਤਾ ਵਾਲੇ ਸੰਬੰਧ ਕਾਇਮ ਕਰਨੇ, ਜਿਵੇਂ ਕਿ ਭਾਰਤ ਚੀਨ, ਭਾਰਤ ਬੰਗਲਾਦੇਸ਼, ਅਰਬ ਅਤੇ ਇਜ਼ਰਾਈਲ ਵਿਚਕਾਰ ਵਿਵਾਦਾਂ ਲਈ ਇਹਨਾਂ ਦੇਸ਼ਾਂ ਵਿਚਕਾਰ ਪਾਈਆਂ ਜਾਣ ਵਾਲੀਆਂ ਬਣਾਵਟੀ ਹੱਦਾਂ ਜ਼ਿੰਮੇਵਾਰ ਨੇ। ਕੁਦਰਤੀ ਸਾਧਨ। ਕਈਆਂ ਦੇਸ਼ਾਂ ਕੋਲ ਬਹੁਤ ਸਾਰੇ ਕੁਦਰਤੀ ਸਾਧਨ ਹੁੰਦੇ ਹਨ, ਜਾਣੀ ਕਿ ਮਿਨਰਲਸ ਵਗੈਰਾ ਬਹੁਤ ਹੁੰਦੇ, ਰॉ ਮਟੀਰੀਅਲ ਬਹੁਤ ਹੁੰਦਾ ਵਾ। ਜਨਸੰਖਿਆ, ਕਈ ਦੇਸ਼ਾਂ ਦੀ ਜਨਸੰਖਿਆ ਜ਼ਿਆਦਾ ਹੁੰਦੀ, ਇਸ ਕਰਕੇ ਉਹ ਅਮੀਰ ਹੁੰਦੇ ਨੇ। ਆਰਥਿਕ ਵਿਕਾਸ, ਕਈ ਬਹੁਤ ਜ਼ਿਆਦਾ ਪੈਸਾ ਹੁੰਦਾ ਕਈਆਂ ਕੋਲ। ਇਹ ਸਾਰੇ ਤੱਤ ਸੀਗੇ ਜਿਹੜੇ ਆਪਾਂ ਪਿੱਛੇ ਵੀ ਪੜ੍ਹੇ ਸੀ। ਟੈਕਨੋਲੋਜੀ, ਕਈ ਦੇਸ਼ਾਂ ਕੋਲ ਬਹੁਤ ਜ਼ਿਆਦਾ ਟੈਕਨੋਲੋਜੀ ਹੁੰਦੀ ਹੈ। ਸੈਨਿਕ ਤਿਆਰੀ, ਕਈ ਦੇਸ਼ਾਂ ਕੋਲ ਸੈਨਿਕ ਬਹੁਤ ਜ਼ਿਆਦਾ ਹੁੰਦੇ ਆ ਯੁੱਧ ਲੜਨ ਵਾਸਤੇ, ਇਸ ਕਰਕੇ ਦੂਸਰੇ ਦੇਸ਼ ਉਹਨਾਂ ਤੋਂ ਡਰਦੇ ਨੇ। ਰਾਸ਼ਟਰੀ ਚਰਿੱਤਰ। ਕਈਆਂ ਦੇਸ਼ ਜਿਹੜੇ ਉਹਨਾਂ ਵੈਸੇ ਹੀ ਬਹੁਤ ਵਧੀਆ ਮੰਨੇ ਜਾਂਦੇ ਸਾਰੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ। ਸਰਕਾਰ, ਕਈ ਦੇਸ਼ਾਂ ਦੀ ਸਰਕਾਰ ਦੀ ਯੋਗਤਾ ਬਹੁਤ ਵਧੀਆ ਹੁੰਦੀ, ਬੜੀ ਵਧੀਆ ਕਿਸਮ ਦੀ ਸਰਕਾਰ ਹੁੰਦੀ। ਅਗਵਾਈ, ਉਸ ਦੇਸ਼ ਨੂੰ ਚਲਾਉਣ ਵਾਲੇ ਲੀਡਰ ਬਹੁਤ ਵਧੀਆ ਹੁੰਦੇ। ਨੌਕਰਸ਼ਾਹੀ ਦੀ ਯੋਗਤਾ, ਕੂਟਨੀਤੀ, ਵਿਚਾਰਧਾਰਾ, ਵਿੱਦਿਆ, ਵਿਦੇਸ਼ੀ ਸਹਾਇਤਾ ਤੇ ਨਿਰਭਰਤਾ, ਗੁਪਤ ਸੂਚਨਾਵਾਂ ਪ੍ਰਾਪਤ ਕਰਨ ਦਾ ਜਾਲ, ਇਹ ਸਾਰੇ ਸ਼ਕਤੀ ਦੇ ਤੱਤ ਸੀਗੇ। ਨੈਕਸਟ ਅਸੀਂ ਚੈਪਟਰ ਕਰਾਂਗੇ ਸ਼ਕਤੀ ਸੰਤੁਲਨ।
ਜਿਸ ਤਰ੍ਹਾਂ ਸ਼ਕਤੀ ਰਾਸ਼ਟਰੀ ਸ਼ਕਤੀ ਹੈ ਨਾ, ਉਸੇ ਤਰ੍ਹਾਂ ਸ਼ਕਤੀ ਸੰਤੁਲਨ ਵੀ ਹੈ। ਕਹਿੰਦਾ ਸ਼ਕਤੀ ਸੰਤੁਲਨ ਜਿਹੜਾ ਵਾ ਨਾ, ਭਾਵੇਂ ਦੇਸ਼ਾਂ ਦੇ ਵਿੱਚ ਇਹ ਸੰਘਰਸ਼ ਚੱਲਦਾ, ਸ਼ਕਤੀ ਲਈ ਸੰਘਰਸ਼ ਚੱਲਦਾ ਵਾ, ਤੇ ਜੇਕਰ ਦੇਸ਼ ਜਿਹੜੇ ਨੇ ਸ਼ਕਤੀ ਲਈ ਸੰਘਰਸ਼ ਨੂੰ ਜੇਕਰ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਸਾਰੇ ਦੇਸ਼ ਜਿਹੜੇ ਇੱਕ ਦੂਜੇ ਦੇਸ਼ ਨੂੰ ਖਾ ਜਾਣਗੇ, ਯਾਨੀ ਕਿ ਉਹਨਾਂ 'ਤੇ ਹਮਲੇ ਕਰ ਦੇਣਗੇ। ਇਸ ਕਰਕੇ ਇਹਨਾਂ 'ਤੇ ਕੋਈ ਅੰਤਰਰਾਸ਼ਟਰੀ ਕਈ ਕਾਨੂੰਨ ਲੱਗੇ ਹੋਏ ਨੇ ਤਾਂ ਕਿ ਆਪਣੀ ਹੱਦ ਵਿੱਚ ਰਹਿਣ। ਔਰ ਕਹਿੰਦਾ ਕਿ ਜਿਹੜੀ ਅੰਤਰ ਸ਼ਕਤੀ ਸੰਤੁਲਨ ਆ, ਇਹਦੀ ਧਾਰਨਾ ਕਹਿੰਦਾ ਬਹੁਤ ਹਰਮਨ ਪਿਆਰੀ ਆ, ਕਿਉਂਕਿ ਇਹਦੇ ਵਿੱਚ ਸ਼ਕਤੀ ਇਕੱਠੀ ਨਹੀਂ ਕਰਨੀ ਹੁੰਦੀ, ਇਹਦੇ ਵਿੱਚ ਸਾਰੇ ਦੇਸ਼ਾਂ ਨਾਲ ਗੁੱਟ ਬਣਾ ਕੇ ਸ਼ਕਤੀ ਸੰਤੁਲਨ ਬਣਾ ਲੈਂਦੇ ਕੁਝ ਦੇਸ਼। ਜਿਸ ਤਰ੍ਹਾਂ ਨਾਟੋ ਆ, ਦੇ ਵਿੱਚ 12 ਦੇਸ਼ਾਂ ਨੇ ਆਪਸ ਵਿੱਚ ਇੱਕ ਗੁੱਟ ਬਣਾਇਆ ਕਿ ਉਹਨਾਂ ਉੱਤੇ ਕੋਈ ਵੀ ਹਮਲਾ ਕਰੂਗਾ, ਉਹਨਾਂ ਵਿੱਚੋਂ ਕਿਸੇ ਵੀ ਦੇਸ਼ ਉੱਤੇ, ਤੇ ਉਹ ਸਾਰੇ ਰਲ ਕੇ ਹਮਲਾ ਕਰਨਗੇ। ਉਹਨੂੰ ਕਹਿੰਦੇ ਆ ਸ਼ਕਤੀ ਸੰਤੁਲਨ ਬਣਾਇਆ ਹੋਇਆ। ਯਾਨੀ ਕਿ ਜੇਕਰ ਕਿਸੇ ਛੋਟੇ ਦੇਸ਼ ਨੇ ਆਪਣੇ ਆਪ ਨੂੰ ਵੱਡੇ ਦੇਸ਼ਾਂ ਤੋਂ ਬਚਾਉਣਾ ਤੇ ਉਹ ਦੂਸਰੇ ਛੋਟੇ ਦੇਸ਼ਾਂ ਨਾਲ ਸਮਝੌਤੇ ਕਰ ਲੈਂਦਾ, ਉਹਨਾਂ ਨੂੰ ਆਪਣਾ ਮਿੱਤਰ ਦੇਸ਼ ਬਣਾ ਲੈਂਦਾ ਤਾਂ ਕਿ ਉਹ ਜਿਹੜੇ ਦੂਸਰੇ ਦੇਸ਼ ਉਹਦੇ ਤੇ ਹਮਲਾ ਨਾ ਕਰਨ। ਉਹਨੂੰ ਕਹਿੰਦੇ ਸ਼ਕਤੀ ਸੰਤੁਲਨ। ਕਹਿੰਦਾ ਸ਼ਕਤੀ ਸੰਤੁਲਨ ਦੀ ਮੁਸ਼ਕਿਲ ਇਹ ਨਹੀਂ ਕਿ ਇਸਦਾ ਕੋਈ ਅਰਥ ਨਹੀਂ, ਸਗੋਂ ਇਹ ਸਮੱਸਿਆ ਹੈ, ਇਹਦੇ ਬਹੁਤ ਸਾਰੇ ਅਰਥ ਹਨ। ਮਾਰਟਿਨ ਦੇ ਮੁਤਾਬਕ ਸ਼ਕਤੀ ਸੰਤੁਲਨ ਦਾ ਵਿਚਾਰ ਬਦਨਾਮ ਰੂਪ 'ਚ ਉਲਝਣ ਭਰਪੂਰ ਹੈ। ਔਰ ਕਹਿੰਦਾ ਸ਼ਕਤੀ ਸੰਤੁਲਨ ਦਾ ਅਰਥ, ਸ਼ਕਤੀ ਸੰਤੁਲਨ ਨੂੰ ਅਰਥਾਂ ਨੂੰ ਜਾਣਨ ਲਈ ਤੱਕੜੀ, ਜਿਵੇਂ ਕਹਿੰਦਾ ਅਸੀਂ ਇੱਕ ਤੱਕੜੀ ਦੇ ਵਿੱਚ ਚੀਜ਼ਾਂ ਨੂੰ ਸਮਾਨ ਰੂਪ ਵਿੱਚ ਤੋਲਦੇ ਆ, ਉਸੇ ਤਰ੍ਹਾਂ ਸ਼ਕਤੀ ਸੰਤੁਲਨ ਬਣਾਇਆ ਜਾਂਦਾ, ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਬੈਲੈਂਸ ਕਿਹਾ ਜਾਂਦਾ। ਔਰ ਜੇਕਰ ਤੱਕੜੀ ਦੇ ਦੋਵੇਂ ਪੱਲਿਆਂ ਵਿੱਚ ਭਾਰ ਸਮਾਨ ਹੈ ਤੇ ਕਿਹਾ ਜਾਂਦਾ ਹੈ ਕਿ ਸੰਤੁਲਨ। ਠੀਕ ਹੈ। ਔਰ ਜੇਕਰ ਦੋਵਾਂ ਪੱਲਿਆਂ ਵਿੱਚ ਭਾਰ ਸਮਾਨ ਨਹੀਂ ਤਾਂ ਆਪਾਂ ਕਹਾਂਗੇ ਸੰਤੁਲਨ ਨਹੀਂ ਹੈ। ਇਹ ਸਥਿਤੀ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਦੀ ਆ। ਜੇਕਰ ਕਿਸੇ ਦੋ ਦੇਸ਼ਾਂ ਜਾਂ ਕੁਝ ਦੇਸ਼ਾਂ ਦੇ ਵੱਖ-ਵੱਖ ਗੱਠਜੋੜ ਰੂਪ ਸਮਾਨ ਰੂਪ ਵਿੱਚ ਸ਼ਕਤੀਸ਼ਾਲੀ ਹਨ ਤੇ ਇਸ ਨੂੰ ਅਸੀਂ ਸ਼ਕਤੀ ਸੰਤੁਲਨ ਕਹਾਂਗੇ। ਪਰੰਤੂ ਜੇਕਰ ਗੱਠਜੋੜ ਜਾਂ ਰਾਜ ਦੂਜੇ ਗੱਠਜੋੜਾਂ ਵਿੱਚ ਸ਼ਾਮਲ ਨਹੀਂ ਤੇ ਇਹਨੂੰ ਅਸੀਂ ਸ਼ਕਤੀ ਸੰਤੁਲਨ ਨਹੀਂ ਕਹਾਂਗੇ। ਹੁਣ ਸ਼ਕਤੀ ਸੰਤੁਲਨ ਦੀ ਪਰਿਭਾਸ਼ਾ, ਹਾਸ ਜੇ ਮਾਰਕੈਥੋ ਦੀ ਪਰਿਭਾਸ਼ਾ ਸਭ ਤੋਂ ਵਧੀਆ ਲੱਗਦੀ ਹੈ। ਸ਼ਕਤੀ ਦੇ ਸੰਤੁਲਨ ਤੋਂ ਭਾਵ ਅਜਿਹੀਆਂ ਵਾਸਤਵਿਕ ਸਥਿਤੀ ਹੈ ਜਿਸ ਵਿੱਚ ਵੱਖ-ਵੱਖ ਰਾਸ਼ਟਰਾਂ ਵਿਚਕਾਰ ਸ਼ਕਤੀ ਦੀ ਵੰਡ ਲਗਭਗ ਸਮਾਨਤਾ ਨਾਲ ਕੀਤੀ ਜਾਂਦੀ ਹੈ। ਉਹਨੂੰ ਕਹਿੰਦੇ ਸ਼ਕਤੀ ਸੰਤੁਲਨ। ਔਰ ਪਾਮਰ ਤੇ ਪਾਰਕਿੰਸ ਨੇ ਵੀ ਇਹਦੀ ਪਰਿਭਾਸ਼ਾ ਦਿੱਤੀ ਪੇਜ ਨੰਬਰ 80 ਤੇ, ਕਿ ਸ਼ਕਤੀ ਸੰਤੁਲਨ ਤਰਾਜੂ ਦੇ ਦੋ ਪਲੜਿਆਂ ਦੁਆਰਾ ਪ੍ਰਸਤੁਤ ਸੰਤੁਲਨ ਵਾਂਗ ਹੈ। ਜਦੋਂ ਤਰਾਜੂ ਤੇ ਦੋਹਾਂ ਪਲੜਿਆਂ ਭਾਰ ਬਰਾਬਰ ਹੁੰਦਾ ਤਾਂ ਸੰਤੁਲਨ ਪੈਦਾ ਹੁੰਦਾ। ਸ਼ਕਤੀ ਸੰਤੁਲਨ ਦੀਆਂ ਵਿਸ਼ੇਸ਼ਤਾਵਾਂ, ਪਹਿਲੀ ਵਿਸ਼ੇਸ਼ਤਾ ਕਿ ਸੰਤੁਲਨ ਅਵਸਥਾ। ਕਹਿੰਦਾ ਜਦੋਂ ਸ਼ਕਤੀਆਂ ਦੀ ਸਮਾਨ ਵੰਡ ਹੋ ਜਾਂਦੀ, ਬਰਾਬਰ ਸ਼ਕਤੀਆਂ ਦੇ ਰਾਜ ਇੱਕ ਪਾਸੇ ਹੋ ਜਾਂਦੇ ਨੇ, ਔਰ ਉਹ ਇਸ ਕਰਕੇ ਇੱਕ ਪਾਸੇ ਹੁੰਦੇ ਤਾਂ ਕਿ ਵੱਡੇ ਰਾਜ ਉਹਨਾਂ ਉੱਤੇ ਹਮਲਾ ਨਾ ਕਰਨ, ਉਹਨੂੰ ਅਸੀਂ ਸ਼ਕਤੀ ਸੰਤੁਲਨ ਕਹਿੰਦੇ ਹਾਂ। ਅਸਥਾਈ ਤੇ ਅਸਥਿਰ। ਕਹਿੰਦਾ ਸ਼ਕਤੀ ਸੰਤੁਲਨ ਹਮੇਸ਼ਾ ਅਸਥਿਰ ਤੇ ਅਸਥਾਈ ਰਹਿੰਦਾ, ਪੂਰੀ ਤਰ੍ਹਾਂ ਪੱਕਾ ਨਹੀਂ ਹੁੰਦਾ। ਕੁਝ ਦੇਸ਼ ਦੂਸਰੇ ਦੇਸ਼ਾਂ ਨਾਲ ਨਾਤਾ ਤੋੜ ਕੇ ਦੂਸਰੇ ਦੇਸ਼ਾਂ ਨਾਲ ਰਲ ਜਾਂਦੇ ਆ। ਸਰਗਰਮ ਦਖਲਅੰਦਾਜ਼ੀ। ਕਹਿੰਦਾ ਸ਼ਕਤੀ ਸੰਤੁਲਨ ਕੋਈ ਰੱਬੀ ਦੇਣ ਨਹੀਂ ਆ, ਸਗੋਂ ਇਹ ਦੇਸ਼ਾਂ ਨੇ ਆਪਸ ਵਿੱਚ ਬਣਾਈ ਹੋਈ ਮਤਲਬ ਕਿ ਯਤਨ ਨੇ। ਔਰ ਜਦੋਂ ਵੀ ਕਦੀ ਸ਼ਕਤੀ ਸੰਤੁਲਨ ਵਿਗੜਦਾ ਤਾਂ ਉਹਨੂੰ ਕਾਇਮ ਕਰਨ ਲਈ ਦਖਲਅੰਦਾਜ਼ੀ ਕਰਨੀ ਪੈਂਦੀ ਆ, ਅਨੇਕਾਂ ਕਦਮ ਉਠਾਉਣੇ ਪੈਂਦੇ ਆ, ਕਈ ਵਾਰੀ ਦਾ ਵਾਸਤਵਿਕ ਰੂਪ ਵਿੱਚ ਯੁੱਧ ਜਾਂ ਧਮਕੀ ਦਾ ਵੀ ਆਸਰਾ ਲੈਣਾ ਪੈਂਦਾ। ਜਿਉਂ ਦੀ ਤਿਉਂ ਸਥਿਤੀ ਦਾ ਸਮਰਥਨ। ਕਹਿੰਦਾ ਸ਼ਕਤੀ ਸੰਤੁਲਨ ਸਥਿਤੀ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਵਿੱਚ ਵਿਸ਼ਵਾਸ ਰੱਖਦਾ ਹੈ, ਔਰ ਜਿਨ੍ਹਾਂ ਦੇਸ਼ਾਂ ਨੂੰ ਇਸ ਨਾਲ ਫਾਇਦਾ ਹੁੰਦਾ ਉਹ ਇਸ ਸਥਿਤੀ ਨੂੰ ਜਿਉਂ ਦਾ ਤਿਉਂ ਬਣਾਈ ਰੱਖਦੇ ਆ ਤਾਂ ਕਿ ਉਹਨਾਂ ਦਾ ਫਾਇਦਾ ਬਣਦਾ ਰਹੇ, ਔਰ ਜਿਨ੍ਹਾਂ ਦੇਸ਼ਾਂ ਨੂੰ ਫਾਇਦਾ ਨਹੀਂ ਹੁੰਦਾ ਉਹ ਇਹਨੂੰ ਵਿਗਾੜਨਾ ਚਾਹੁੰਦੇ ਆ, ਇਹਦੇ ਵਿੱਚ ਪਰਿਵਰਤਨ ਲਿਆਉਣਾ ਚਾਹੁੰਦੇ ਆ। ਕਹਿੰਦਾ ਸ਼ਕਤੀ ਸੰਤੁਲਨ ਦੀ ਕਸੌਟੀ ਯੁੱਧ ਨਹੀਂ ਹੁੰਦਾ। ਕਹਿੰਦਾ ਸ਼ਕਤੀ ਸੰਤੁਲਨ ਵਿੱਚ ਯੁੱਧ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਵਿਰੋਧੀ ਦੇਸ਼, ਕਹਿੰਦਾ ਸ਼ਕਤੀ ਸੰਤੁਲਨ ਦਾ ਦੇਸ਼ ਸ਼ਾਂਤੀ ਦੀ ਸਥਾਪਨਾ ਕਰਨਾ ਹੈ, ਜਦ ਕਿ ਜਿਹੜੀ ਕਈ ਵਾਰੀ ਇਹ ਸ਼ਾਂਤੀ ਸਥਾਪਨ ਕਰਨ ਵਿੱਚ ਸਫਲ ਵੀ ਹੋਇਆ ਹੈ, ਪਰ ਸ਼ਕਤੀ ਸੰਤੁਲਨ ਤੋਂ ਖਿਚਾਵਾਂ ਵਿੱਚ ਵਿਵਾਦਾਂ ਦਾ ਯੁੱਧਾਂ ਨੂੰ ਵੀ ਉਤਸ਼ਾਹ ਮਿਲਦਾ। ਇਸ ਤਰ੍ਹਾਂ ਸ਼ਕਤੀ ਸੰਤੁਲਨ ਦੇ ਵਿਰੋਧੀ ਦੇਸ਼ ਵੀ ਹੁੰਦੇ ਨੇ। ਕਹਿੰਦਾ ਇਹਨਾਂ ਦਾ ਕਹਿਣ ਦਾ ਭਾਵ ਸ਼ਕਤੀ ਸੰਤੁਲਨ ਯੁੱਧ ਨੂੰ ਵੀ ਸ਼ਾਂਤੀ ਦੀ ਸਥਾਪਨਾ ਕਰਦਾ ਵਾ। ਜੇਕਰ ਯੁੱਧ ਨੂੰ ਰੋਕਣ ਵਾਸਤੇ ਦੂਜੇ ਪਾਸੇ ਸ਼ਾਂਤੀ ਦੀ ਸਥਾਪਨਾ ਚਾਹੁੰਦੇ ਹੋ ਤਾਂ ਯੁੱਧ ਦੀ ਤਿਆਰੀ ਵੀ ਰੱਖੋ, ਯੁੱਧ ਵਾਸਤੇ ਤਿਆਰ ਵੀ ਰਹੋ। ਕਹਿੰਦਾ ਵੱਡੀਆਂ ਸ਼ਕਤੀਆਂ ਸ਼ਕਤੀ ਸੰਤੁਲਨ ਦੀ ਕਾਰਜਕਰਤਾ ਹੁੰਦੀਆਂ, ਜਿਹੜੇ ਵੱਡੇ ਦੇਸ਼ ਨੇ ਉਹਨਾਂ ਦੀ ਇਹ ਸਾਰੀ ਖੇਡ ਆ। ਇਹ ਸ਼ਕਤੀਆਂ ਨਾ ਤਾਂ ਸ਼ਾਂਤੀ ਨਾ ਹੀ ਸੁਰੱਖਿਆ ਵਿੱਚ ਕੋਈ ਦਿਲਚਸਪੀ ਹੈ, ਇਹਨਾਂ ਦਾ ਉਦੇਸ਼ ਕੇਵਲ ਆਪਣੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ। ਰਾਜਾਂ ਦੀ ਬਹੁਤ ਸੰਖਿਆ ਜ਼ਰੂਰੀ। ਕਹਿੰਦਾ ਕਿ ਸ਼ਕਤੀ ਸੰਤੁਲਨ ਵਿੱਚ ਬਹੁਤ ਸਾਰੇ ਰਾਜ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਜੁੱਟ ਹੋਣ।
ਰਾਸ਼ਟਰੀ ਹਿੱਤਾਂ ਦੀ ਰਾਖੀ। ਸ਼ਕਤੀ ਸੰਤੁਲਨ ਦੀ ਵਿਸ਼ੇਸ਼ਤਾ ਇਹ ਹੈ ਕਿ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਦੀ ਹੈ। 10 ਪੁਆਇੰਟ ਹੀ ਆਪਾਂ ਕਰਨੇ ਸੀ, 10 ਸਾਡੇ ਹੋ ਗਏ ਆ। ਸੇਮ ਸ਼ਕਤੀ ਸੰਤੁਲਨ ਦੀਆਂ ਸ਼ਕਤੀ ਵਾਲੀਆਂ ਹੈਗੀਆਂ ਨੇ ਸ਼ਕਤੀ ਸੰਘਰਸ਼ ਵਾਲੀਆਂ ਮੁਆਵਜ਼ਾ ਤੇ ਵੰਡ, ਗੱਠਜੋੜ ਤੇ ਵਿਰੋਧੀ ਗੱਠਜੋੜ, ਸਸ਼ਕਤੀਕਰਨ ਨਿਸ਼ਸਤੀਕਰਨ, ਦਖਲਅੰਦਾਜ਼ੀ ਨਾ ਦਖਲਅੰਦਾਜ਼ੀ, ਫੁੱਟ ਪਾਓ ਤੇ ਰਾਜ ਕਰੋ, ਦੋ ਵਿਰੋਧੀ ਵਿਚਕਾਰ ਰਾਜਾਂ ਵਿਚਕਾਰ ਨਿਰਪੱਖ ਰਾਜ ਜਾਂ ਖੇਤਰ, ਸੰਤੁਲਕ ਜਾਂ ਸੰਤੁਲਨ ਤਾਰਕ, ਘਰੇਲੂ ਵਿਧੀਆਂ, ਇਹ ਸਾਰੇ ਹੈਗੇ ਸੀ ਇਹਦੇ ਤੱਤ। ਜੇਕਰ ਕੁਐਸਚਨ ਆ ਜਾਏ ਕਿ ਸ਼ਕਤੀ ਸੰਤੁਲਨ ਵਿੱਚ ਗੁਣ ਦੱਸੋ ਕਿਹੜੇ ਕਿਹੜੇ ਗੁਣ ਨੇ, ਤਾਂ ਪਹਿਲਾ ਗੁਣ ਹੈਗਾ ਸ਼ਾਂਤੀ ਦੀ ਗਰੰਟੀ, ਦੂਸਰਾ ਹੈਗਾ ਸਾਮਰਾਜਵਾਦੀ ਪ੍ਰਵਿਰਤੀਆਂ ਤੇ ਰੋਕ ਲਗਾਉਂਦਾ, ਨੰਬਰ 3 ਅੰਤਰਰਾਸ਼ਟਰੀ ਸੰਬੰਧਾਂ ਵਿੱਚ ਸਥਿਰਤਾ ਸਥਾਪਿਤ ਕਰਦਾ, ਨੰਬਰ 4 ਅੰਤਰਰਾਸ਼ਟਰੀ ਕਾਨੂੰਨ ਨੂੰ ਕਾਇਮ ਕਰਦਾ, ਪੇਜ ਨੰਬਰ 87 ਤੇ ਜੇ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਨਿਆਂ ਨੂੰ ਯਕੀਨੀ ਬਣਾਉਂਦਾ, ਨੰਬਰ 6 ਰਾਜਾਂ ਦੀ ਸੁਤੰਤਰਤਾ ਦੀ ਰਾਖੀ ਕਰਦਾ, ਨੰਬਰ 7 ਬਹੁ ਰਾਜ ਪ੍ਰਣਾਲੀ ਨੂੰ ਕਾਇਮ ਕਰਦਾ, ਨੰਬਰ 8 ਯੁੱਧਾਂ ਨੂੰ ਰੋਕਦਾ, ਔਰ ਨੰਬਰ 9 ਛੋਟੇ ਰਾਜਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ। ਸ਼ਕਤੀ ਸੰਤੁਲਨ। ਔਰ ਜੇਕਰ ਉਹ ਇਹਦੇ ਅਵਗੁਣ ਪੁੱਛ ਲੈਣ ਤਾਂ ਅਵਗੁਣ ਹੈਗਾ ਵਾ ਸ਼ਕਤੀ ਸੰਤੁਲਨ ਸ਼ਾਂਤੀ ਸਥਾਪਿਤ ਨਹੀਂ ਕਰਦਾ, ਸਭ ਇਹ ਤੋਂ ਪੁੱਠਾ ਪੁੱਠਾ ਲਿਖੀ ਜਾਣਾ। ਸੰਸਾਰ ਨੂੰ ਵੰਡ ਦਿੰਦਾ, ਸੁਰੱਖਿਆ ਦੀ ਗਰੰਟੀ ਨਹੀਂ ਕਰਦਾ, ਰਾਸ਼ਟਰ ਸਥਿਰ ਇਕਾਈਆਂ ਨਹੀਂ ਹਨ, ਗੈਰਦਾਰਵਾਦੀ ਸਿਧਾਂਤ, ਗਲਤ ਧਾਰਨਾ ਤੇ ਆਧਾਰਿਤ, ਵੱਡੀਆਂ ਸ਼ਕਤੀਆਂ ਦੀ ਖੇਡ, ਇੱਕ ਸ਼ਕਤੀ ਹੀ ਪ੍ਰਧਾਨਤਾ ਵੀ ਸ਼ਾਂਤੀ ਸਥਾਪਿਤ ਕਰ ਸਕਦੀ ਆ, ਸੌੜਾ ਆਧਾਰ, ਰਾਸ਼ਟਰ ਆਪਣੀ ਇੱਛਾ ਨਾਲ ਸਮਝੌਤਿਆਂ ਨੂੰ ਤੋੜਨ ਵਿੱਚ ਸੁਤੰਤਰ ਨਹੀਂ। ਇਹ ਸੀਗਾ ਸਾਡਾ 7 ਚੈਪਟਰ, 4 ਚੈਪਟਰ ਸੌਰੀ, ਇਹ ਸੀਗਾ 4 ਚੈਪਟਰ ਸ਼ਕਤੀ ਸੰਤੁਲਨ। ਨੈਕਸਟ ਚੈਪਟਰ ਹੈਗਾ ਸਾਡਾ ਸਮੂਹਿਕ ਸੁਰੱਖਿਆ। ਸੇਮ ਇਹਦੇ ਵਾਂਗੂ ਹੀ ਸ਼ਕਤੀ ਸੰਤੁਲਨ ਅਤੇ ਸਮੂਹਿਕ ਸੁਰੱਖਿਆ ਦਾ ਵਿੱਚ ਵੀ ਅੰਤਰ ਕੁਐਸਚਨ ਆ ਸਕਦਾ ਹੈ। ਸਮੂਹਿਕ ਸੁਰੱਖਿਆ ਕੀ ਹੁੰਦੀ ਆ? ਸਮੂਹਿਕ ਸੁਰੱਖਿਆ ਦਾ ਮਤਲਬ ਹੁੰਦਾ ਸਾਂਝੇ ਤੌਰ ਤੇ ਕੁਝ ਦੇਸ਼ਾਂ ਦੇ ਗੁੱਟ ਬਣ ਜਾਂਦੇ ਜਿਹੜੇ ਕਿ ਆਪਣੀ ਸਮੂਹਿਕ ਤੌਰ ਤੇ ਸੁਰੱਖਿਆ ਕਰਦੇ ਨੇ, ਯਾਨੀ ਕਿ ਸਮੂਹਿਕ ਤੌਰ ਤੇ ਆਪਣੀ ਰਾਖੀ ਕਰਦੇ ਨੇ। ਕਹਿੰਦਾ ਕਿ ਜਿਹੜੇ ਹੈਗੇ ਆ ਨਾ ਜਿਹੜੇ ਰਾਜਨੀਤਿਕ ਰਾਸ਼ਟਰ ਨੇ ਉਹ ਸਮੂਹਿਕ ਸੁਰੱਖਿਆ ਨੂੰ ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਕਰਨ ਲਈ ਸਭ ਤੋਂ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਵਿਧੀ ਮੰਨਦੇ ਆ ਕਿ ਜੇਕਰ ਅਸੀਂ ਇਕੱਠੇ ਹੋ ਕੇ ਆਪਣੇ ਸਾਰਿਆਂ ਦੀ ਸਮੂਹਿਕ ਤੌਰ ਤੇ ਰੱਖਿਆ ਕਰ ਸਕਦੇ ਹਾਂ। ਕਹਿੰਦਾ ਕਿ ਇਹਦੇ ਅਧੀਨ ਹਰ ਰਾਸ਼ਟਰ ਅੰਤਰਰਾਸ਼ਟਰੀ ਸ਼ਾਂਤੀ ਦੀ ਸਥਾਪਨਾ ਦੇ ਪ੍ਰਤੀ ਵਚਨਬੱਧ ਹੁੰਦਾ ਵਾ ਔਰ ਆਪਣੇ ਵੱਲੋਂ ਕੋਈ ਵੀ ਯੁੱਧ ਕਰਨ ਦੀ ਕੋਸ਼ਿਸ਼ ਨਹੀਂ ਕਰਦਾ, ਕਿਉਂਕਿ ਰਾਸ਼ਟਰੀ ਸ਼ਾਂਤੀ ਲਈ ਯੁੱਧ ਜਿਹੜੇ ਉਹ ਖਤਰਾ ਵਾ। ਔਰ ਜੇਕਰ ਕੋਈ ਦੇਸ਼ ਦੂਸਰੇ ਦੇਸ਼ਾਂ ਉੱਤੇ ਹਮਲਾ ਕਰਦਾ ਤੇ ਉਹ ਸਮੂਹਿਕ ਰੂਪ ਵਿੱਚ ਉਹਦਾ ਜਵਾਬ ਦੇਣਗੇ। ਇਹਦੀ ਅਰਥ ਤੇ ਪਰਿਭਾਸ਼ਾ ਕਹਿੰਦਾ ਕਿ ਸਲੀਚਰ ਦੇ ਅਨੁਸਾਰ ਸਮੂਹਿਕ ਸੁਰੱਖਿਆ ਨੂੰ ਕਦੇ ਕਦੇ ਸ਼ਾਂਤੀ ਦੀ ਇਮਾਰਤ ਨੂੰ ਸਹਾਰਾ ਦੇਣ ਵਾਲਾ ਖੰਭਾ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਅਸੀਂ ਸ਼ਾਂਤੀ ਨਾਂ ਦੀ ਇਮਾਰਤ ਨੂੰ ਸਹਾਰਾ ਦੇਣਾ ਹੈ ਤੇ ਸਮੂਹਿਕ ਸੁਰੱਖਿਆ ਦਾ ਖੰਭਾ ਹੈ। ਜਿਨ੍ਹਾਂ ਦੇ ਪ੍ਰਯੋਗ ਵਿਸ਼ਵ ਸ਼ਾਂਤੀ ਦਾ ਸਭ ਤੋਂ ਵਧੀਆ ਇਹ ਆਸ ਆ। ਔਰ ਸੰਯੁਕਤ ਰਾਸ਼ਟਰ ਨੂੰ ਸਾਰੀਆਂ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ ਜਿਨ੍ਹਾਂ ਦੇ ਪ੍ਰਯੋਗ ਦੁਆਰਾ ਉਹ ਸ਼ਾਂਤੀ ਤੇ ਕੀਤੇ ਗਏ ਹਮਲਿਆਂ ਨੂੰ ਰੋਕ ਸਕੇ। ਸਮੂਹਿਕ ਸੁਰੱਖਿਆ ਦੀ ਪਰਿਭਾਸ਼ਾ ਪਾਮਰ ਤੇ ਪਾਰਕਿੰਸ ਦੀ ਹੈ। ਸਮੂਹਿਕ ਸੁਰੱਖਿਆ ਦਾ ਸਪਸ਼ਟ ਅਰਥ ਜਿਹੜਾ ਅਸਲੀ ਕਹਿੰਦਾ ਦਾ ਅਰਥ ਸ਼ਾਂਤੀ ਲਈ ਖਤਰਿਆਂ ਨਾਲ ਨਿਪਟਣਾ ਲਈ ਸਮੂਹਿਕ ਉਪਾਅ ਹੈ ਕਿ ਜੇਕਰ ਮੰਨ ਲਓ ਤੁਹਾਡੀ ਕੋਈ ਦੇਸ਼ ਦੀ ਸ਼ਾਂਤੀ ਭੰਗ ਹੋ ਰਹੀ ਜਾਂ ਕੋਈ ਯੁੱਧ ਦਾ ਹਮਲਾ ਕਰਦਾ ਤੇ ਉਹਦੇ ਵਾਸਤੇ ਸਮੂਹਿਕ ਤੌਰ ਤੇ ਉਪਾਅ। ਸ਼ਲੀਚਰ ਸਮੂਹਿਕ ਸੁਰੱਖਿਆ ਰਾਜਾਂ ਵਿਚਕਾਰ ਇੱਕ ਅਜਿਹਾ ਪ੍ਰਬੰਧ ਹੈ ਜਿਸ ਅਧੀਨ ਇਹ ਸਾਰੇ ਵਾਅਦੇ ਕਰਦੇ ਹਨ ਕਿ ਕਿਸੇ ਵੀ ਰਾਜ ਦੇ ਦੂਜੇ ਰਾਜ ਵਿਰੁੱਧ ਵਰਜਿਤ ਯੁੱਧ 'ਚ ਹਮਲੇ ਵਿੱਚ ਫਸੇ ਹੋਣ ਦੀ ਸੂਰਤ ਵਿੱਚ ਉਸ ਦੀ ਸਹਾਇਤਾ ਕਰਨਗੇ।
ਇਹਦੀਆਂ ਜਿਹੜੀਆਂ ਬੁਨਿਆਦੀ ਧਾਰਨਾਵਾਂ ਇਹਦੇ ਤੋਂ ਹੀ ਕਾਫੀ ਨੌਲੇਜ ਮਿਲ ਜਾਣੀ ਆ ਕਿ ਕੀ ਹੁੰਦੀ ਸਮੂਹਿਕ ਸ਼ਕਤੀ ਸੁਰੱਖਿਆ। ਪਹਿਲਾ ਹੈਗਾ ਵਾ ਕਿ ਹਥਿਆਰਬੰਦ ਵਿਵਾਦ ਵਿੱਚ ਸਾਰੇ ਰਾਸ਼ਟਰ ਇਹ ਮੰਨਣਗੇ ਕਿ ਕਿਹੜਾ ਰਾਸ਼ਟਰ ਹਮਲਾਵਰ ਹੈ ਤੇ ਉਸ ਵਿਰੁੱਧ ਛੇਤੀ ਹੀ ਸਮੂਹਿਕ ਤੌਰ ਤੇ ਕਾਰਵਾਈ ਹੋਏਗੀ। ਸਾਰੇ ਰਾਸ਼ਟਰ ਚਾਹੁੰਦੇ ਹਨ ਕਿ ਯੁੱਧ ਭਾਵੇਂ ਕਿਸੇ ਵੀ ਕਾਰਨ ਸ਼ੁਰੂ ਹੋਇਆ ਰੁਕਣਾ ਚਾਹੀਦਾ। ਸਾਰੇ ਰਾਸ਼ਟਰ ਸਮਾਨ ਰੂਪ ਵਿੱਚ ਸੁਤੰਤਰ ਹਨ ਅਤੇ ਹਮਲਾਵਰ ਦੇ ਵਿਰੁੱਧ ਕਾਰਵਾਈ ਵਿੱਚ ਸ਼ਾਮਲ ਹੋਣ ਦੇ ਯੋਗ ਹਨ। ਔਰ ਸਾਰੇ ਰਾਸ਼ਟਰਾਂ ਦੀ ਸ਼ਕਤੀ ਨੂੰ ਇਕੱਠਾ ਕਰਕੇ ਹਮਲਾਵਰ ਜਿਹੜੇ ਦੇਸ਼ ਨੇ ਹਮਲਾ ਕੀਤਾ ਉਹਦੇ ਵਿਰੁੱਧ ਲਗਾ ਦੇਣਾ ਔਰ ਸ਼ਕਤੀ ਨੂੰ ਹਮਲਾਵਰ ਦੇ ਵਿਰੁੱਧ ਪ੍ਰਯੋਗ ਕਰਨ ਲਈ ਤਿਆਰ ਕਰਨਾ ਸਮੂਹਿਕ ਸ਼ਕਤੀ ਦੇ ਵਿਸਥਾਪਨ ਦੀ ਇੱਕ ਯੁਕਤੀ ਹੈ। ਔਰ ਨੈਕਸਟ ਹੈਗਾ ਵਾ ਇਹਦੀਆਂ ਵਿਸ਼ੇਸ਼ਤਾਵਾਂ। ਪਹਿਲਾਂ ਆਪਾਂ ਸ਼ਕਤੀ ਦੀਆਂ ਵਿਸ਼ੇਸ਼ਤਾਵਾਂ ਹੁਣ ਸਮੂਹਿਕ ਸੁਰੱਖਿਆ ਦੀਆਂ ਆਪਾਂ ਵਿਸ਼ੇਸ਼ਤਾਵਾਂ ਪੜਾਂਗੇ। ਪਹਿਲੀ ਹੈਗੀ ਆ ਕਿ ਸ਼ਕਤੀ ਪ੍ਰਬੰਧ ਦੀ ਵਿਧੀ। ਪਹਿਲੀ ਵਿਸ਼ੇਸ਼ਤਾ ਹੈ ਕਿ ਸਮੂਹਿਕ ਸੁਰੱਖਿਆ ਵਿੱਚ ਅਸਲ ਵਿੱਚ ਇਹ ਸ਼ਕਤੀ ਪ੍ਰਬੰਧ ਕੀਤਾ ਜਾਂਦਾ। ਸਾਰੇ ਦੇਸ਼ ਜਦੋਂ ਮਿਲ ਕੇ ਸਮੂਹਿਕ ਰੂਪ ਵਿੱਚ ਗੱਠਜੋੜ ਕਰ ਲੈਂਦੇ ਆ ਤਾਂ ਉਹ ਇੱਕ ਸ਼ਕਤੀ ਇਕੱਠੀ ਕਰ ਲੈਂਦੇ ਆ। ਸ਼ਾਂਤੀ ਸਥਾਪਨਾ ਸਾਰੇ ਰਾਜਾਂ ਦੀ ਸਾਂਝੀ ਜ਼ਿੰਮੇਵਾਰੀ। ਕਹਿੰਦਾ ਕਿ ਸਾਰੇ ਰਾਜਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਹ ਸ਼ਾਂਤੀ ਦੀ ਸਥਾਪਨਾ ਕਰਨ। ਨੰਬਰ 3 ਇੱਕ ਰਾਸ਼ਟਰ ਦੀ ਸੁਰੱਖਿਆ ਅੰਤਰਰਾਸ਼ਟਰੀ ਸੁਰੱਖਿਆ ਨਾਲ ਜੁੜੀ ਆ। ਕਹਿੰਦਾ ਜੇਕਰ ਇੱਕ ਰਾਸ਼ਟਰ ਦੀ ਸੁਰੱਖਿਆ ਤੇ ਇਟ ਮੀਨਸ ਕਿ ਉਹ ਅੰਤਰਰਾਸ਼ਟਰੀ ਸੁਰੱਖਿਆ ਉਹਨੂੰ। ਨੰਬਰ 3 ਆਤਮ ਸੁਰੱਖਿਆ ਦਾ ਅਧਿਕਾਰ। ਕਹਿੰਦਾ ਸਮੂਹਿਕ ਸੁਰੱਖਿਆ ਦਾ ਸਿਧਾਂਤ ਹਰ ਰਾਸ਼ਟਰ ਦੀ ਆਤਮ ਸੁਰੱਖਿਆ ਦੇ ਅਧਿਕਾਰ ਨੂੰ ਸਵੀਕਾਰ ਕਰਦਾ ਹੈ ਅਤੇ ਆਤਮ ਸੁਰੱਖਿਆ ਲਈ ਕੀਤੀ ਗਈ ਕਾਰਵਾਈ ਨੂੰ ਜਾਇਜ਼ ਮੰਨਦਾ ਹੈ। ਕਿਸੇ ਰਾਸ਼ਟਰ ਦੇ ਦੂਜੇ ਰਾਸ਼ਟਰ ਦੇ ਹਮਲੇ ਦੇ ਅਧਿਕਾਰ ਨੂੰ ਸਵੀਕਾਰ ਨਹੀਂ ਕਰਦਾ। ਹਮਲੇ ਦੇ ਵਿਰੁੱਧ ਸਾਧਨ ਨੂੰ ਇਕੱਠੇ ਕਰਨ ਲਈ ਸਾਰੇ ਰਾਜ ਪ੍ਰਤੀਬੱਧ। ਕਹਿੰਦਾ ਜੇਕਰ ਕੋਈ ਰਾਸ਼ਟਰ ਤੇ ਹਮਲਾ ਹੋ ਜਾਵੇ ਤਾਂ ਉਸ ਸਥਿਤੀ ਵਿੱਚ ਸਾਰੇ ਰਾਸ਼ਟਰ ਉਸ ਹਮਲੇ ਦਾ ਵਿਰੋਧ ਕਰਨਗੇ ਔਰ ਸਾਧਨਾਂ ਇਕੱਠੇ ਕਰਨ ਲਈ ਵਚਨਬੱਧ ਹੋਣਗੇ। ਔਰ ਅਜਿਹੀ ਸਥਿਤੀ ਵਿੱਚ ਕੋਈ ਰਾਸ਼ਟਰ ਆਪਣਾ ਮੂੰਹ ਨਹੀਂ ਮੋੜ ਸਕਦਾ, ਉਹਨੂੰ ਉਹਦਾ ਸਾਥ ਦੇਣਾ ਹੀ ਪਏਗਾ ਜਿਹਦੇ ਉੱਤੇ ਹਮਲਾ ਹੋਇਆ ਜਿਹੜੇ ਦੇਸ਼ ਤੇ। ਰਾਜਾਂ ਦੀ ਪ੍ਰਭੂ ਸੱਤਾ ਦਾ ਸਤਿਕਾਰ। ਕਹਿੰਦਾ ਸਮੂਹਿਕ ਸੁਰੱਖਿਆ ਦਾ ਸਿਧਾਂਤ ਸਾਰੇ ਰਾਜਾਂ ਦੀ ਪ੍ਰਭੂ ਸੱਤਾ ਦਾ ਸਤਿਕਾਰ ਕਰਦਾ। ਭਾਵੇਂ ਉਹ ਰਾਜ ਛੋਟਾ ਹੈ ਭਾਵੇਂ ਵੱਡਾ, ਭਾਵੇਂ ਵਿਕਸਿਤ ਆ ਭਾਵੇਂ ਅਵਿਕਸਿਤ ਆ, ਭਾਵੇਂ ਸ਼ਕਤੀਸ਼ਾਲੀ ਹੈ ਭਾਵੇਂ ਕਮਜ਼ੋਰ ਆ। ਔਰ ਆਪਣੀ ਸੁਤੰਤਰ ਹੋਂਦ ਬਣਾਈ ਰੱਖਣ ਦਾ ਅਧਿਕਾਰ ਹਰ ਇੱਕ ਰਾਸ਼ਟਰ ਨੂੰ ਹੈ। ਇਸ ਕਰਕੇ ਉਹਦੇ ਕੋਲ ਉਹ ਅਧਿਕਾਰ ਕੋਈ ਵੀ ਰਾਸ਼ਟਰ ਖੋ ਨਹੀਂ ਸਕਦਾ। ਨੈਕਸਟ ਹੈਗਾ ਨੰਬਰ 7 ਵਿਸ਼ਵ ਵਿਆਪੀ ਸ਼ਕਤੀ ਪ੍ਰਧਾਨਤਾ ਦਾ ਸਮਰਥਕ। ਕਹਿੰਦਾ ਜਿਹੜੀ ਸਮੂਹਿਕ ਸੁਰੱਖਿਆ ਨਾ ਉਹ ਸਾਰੇ ਵਿਸ਼ਵ ਵਿੱਚ ਸ਼ਾਂਤੀ ਸੁਰੱਖਿਆ ਦਾ ਇੱਕ ਸਮਰਥਕ ਹੈ। ਨੰਬਰ 8 ਸਮੂਹਿਕ ਸੁਰੱਖਿਆ ਗੱਠਜੋੜ ਨਹੀਂ ਹੈ। ਕਹਿੰਦਾ ਕਿ ਸਾਰੇ ਸੰਸਾਰ ਦਾ ਇੱਕ ਗੱਠਜੋੜ ਨਹੀਂ ਹੈ। ਕੁਝ ਦੇਸ਼ਾਂ ਦਾ ਇੱਕ ਗੱਠਜੋੜ ਹੈ, ਕੁਝ ਦੇਸ਼ਾਂ ਦਾ ਆਪਣਾ ਗਰੁੱਪ ਹੈ। ਸਥਿਤੀ ਦਾ ਜਿਉਂ ਦਾ ਤਿਉਂ ਬਣਾਈ ਰੱਖਣਾ। ਕਹਿੰਦਾ ਸਮੂਹਿਕ ਸੁਰੱਖਿਆ ਦਾ ਸਿਧਾਂਤ ਅੰਤਰਰਾਸ਼ਟਰੀ ਸੰਬੰਧਾਂ 'ਚ ਕੋਈ ਵਿਆਪਕ ਪਰਿਵਰਤਨ ਕੀਤੇ ਜਾਣ ਦੇ ਹੱਕ ਵਿੱਚ ਨਹੀਂ, ਸਗੋਂ ਸਥਿਤੀ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਵਿੱਚ ਵਿਸ਼ਵਾਸ ਰੱਖਦਾ ਹੈ। 10 ਪੁਆਇੰਟ ਆਪਾਂ ਕਰਨੇ, 10 ਸਾਡੇ ਹੋ ਗਏ ਆ। ਇਹਦੀਆਂ ਵਿਸ਼ੇਸ਼ਤਾਵਾਂ ਸੀ 10 ਮਾਰਕਸ ਦੀਆਂ। ਹੁਣ ਕੁਐਸਚਨ ਜਿਹੜਾ ਨਾ ਇਸ ਤਰ੍ਹਾਂ ਹੁੰਦਾ ਜੇ ਕਿ ਸਮੂਹਿਕ ਸੁਰੱਖਿਆ ਤੇ ਸ਼ਕਤੀ ਸੰਤੁਲਨ ਦੇ ਵਿਚਕਾਰ ਅਸਮਾਨਤਾਵਾਂ ਵੀ ਦੱਸੋ ਤੇ ਸਮਾਨਤਾਵਾਂ ਵੀ ਦੱਸੋ, ਕਿਉਂਕਿ ਅਲੱਗ-ਅਲੱਗ ਕੁਐਸਚਨ ਘੱਟ ਹੁੰਦਾ ਹੈ। 2 ਮਾਰਕਸ ਦੇ ਜ਼ਰੂਰ ਹੁੰਦੇ ਸਮੂਹਿਕ ਸੁਰੱਖਿਆ ਤੋਂ ਕੀ ਭਾਵ ਹੈ ਔਰ ਸ਼ਕਤੀ ਸੰਤੁਲਨ ਤੋਂ ਕੀ ਭਾਵ ਆ। ਔਰ ਜੇਕਰ 10 ਮਾਰਕਸ ਦਾ ਆਉਣਾ ਹੋਵੇ ਤੇ ਕਈ ਵਾਰੀ ਤਾਂ ਵਿਸ਼ੇਸ਼ਤਾਵਾਂ ਆ ਜਾਂਦੀਆਂ ਦੋਨਾਂ ਦੀਆਂ, ਬਟ ਕਈ ਵਾਰੀ ਕੁਐਸਚਨ ਇਵੇਂ ਹੁੰਦਾ ਕਿ ਇਹਨਾਂ ਦੇ ਵਿੱਚ ਸਮਾਨਤਾਵਾਂ ਦੱਸੋ ਔਰ ਅਸਮਾਨਤਾਵਾਂ ਦੱਸੋ। ਪੇਜ ਨੰਬਰ 103 ਤੇ ਆਪਾਂ ਪਹਿਲਾਂ ਸਮਾਨਤਾਵਾਂ ਪੜਾਂਗੇ। ਸਭ ਤੋਂ ਪਹਿਲੇ ਦੋਨਾਂ ਵਿੱਚ ਸਮਾਨਤਾ ਇਹ ਹੈ ਕਿ ਸਾਂਝਾ ਉਦੇਸ਼, ਭਾਵੇਂ ਉਹ ਸਮੂਹਿਕ ਸੁਰੱਖਿਆ ਭਾਵੇਂ ਉਹ ਸ਼ਕਤੀ ਸੰਤੁਲਨ, ਦੋਨਾਂ ਦਾ ਉਦੇਸ਼ ਸਾਂਝਾ ਵਾ ਕਿ ਸ਼ਾਂਤੀ ਬਣਾਈ ਰੱਖਣਾ। ਕਹਿੰਦਾ ਵਿਧੀ ਦੀ ਸਮਾਨਤਾ, ਸ਼ਾਂਤੀ ਨੂੰ ਸਥਾਪਿਤ ਕਰਨ ਵਾਸਤੇ ਦੋਹਾਂ ਦੀ ਜਿਹੜੀ ਵਿਧੀ ਹੈ ਨਾ ਤਰੀਕਾ ਉਹ ਸੇਮ ਆ। ਦੋਨਾਂ ਦਾ ਤਰੀਕਾ ਹੈ ਕਿ ਯੁੱਧ ਨੂੰ ਕਿਵੇਂ ਰੋਕਿਆ ਜਾਵੇ। ਯੁੱਧ ਨੂੰ ਸਾਧਨ ਦੇ ਰੂਪ ਵਿੱਚ ਮਾਨਤਾ। ਕਹਿੰਦਾ ਕਿ ਸਮੂਹਿਕ ਸੁਰੱਖਿਆ ਤੇ ਸ਼ਕਤੀ ਸੰਤੁਲਨ ਦੋਨੋਂ ਹੀ ਯੁੱਧ ਨੂੰ ਸਾਧਨ ਦੇ ਰੂਪ ਵਿੱਚ ਮੰਨਦੇ ਆ। ਨੰਬਰ 4
ਯੁੱਧ ਵਿੱਚ ਸ਼ਾਮਲ ਹੋਣ ਰਾਜਾਂ ਦਾ ਕਤਲ। ਕਹਿੰਦਾ ਜੇਕਰ ਕਿਸੇ ਰਾਜ ਉੱਤੇ ਹਮਲਾ ਹੋ ਜਾਂਦਾ ਹੈ ਤਾਂ ਸਮੂਹਿਕ ਤੌਰ ਤੇ ਸਾਰੇ ਰਾਜ ਜਿਹੜੇ ਉਹਦੇ ਤੇ ਹਮਲਾ ਕਰਨਗੇ। ਇਟ ਮੀਨਸ ਕਿ ਜੇਕਰ ਕਿਸੇ ਮਾੜੇ ਦੇਸ਼ ਉੱਤੇ ਕੋਈ ਦੇਸ਼ ਹਮਲਾ ਕਰ ਦਿੰਦਾ ਤਾਂ ਸਾਰੇ ਜਣੇ ਉਹਦਾ ਮੁਕਾਬਲਾ ਕਰਨਗੇ। ਇਟ ਮੀਨਸ ਕਿ ਯੁੱਧ ਵਿੱਚ ਸ਼ਾਮਲ ਹੋਣ ਦਾ ਫਰਜ਼ ਸਮਝਦਾ ਦੋਨੋਂ ਹੀ, ਸਮੂਹਿਕ ਸੁਰੱਖਿਆ ਔਰ ਸ਼ਕਤੀ ਸੰਤੁਲਨ। ਵਧੇਰੇ ਸ਼ਕਤੀ ਦਾ ਕੇਂਦਰੀਕਰਨ ਸ਼ਾਂਤੀ ਲਈ ਖਤਰਾ। ਕਹਿੰਦਾ ਜੇਕਰ ਸਾਰੇ ਦੇਸ਼ ਹੀ ਇੱਕ ਹੋ ਜਾਣਗੇ ਤੇ ਫਿਰ ਸ਼ਾਂਤੀ ਨੂੰ ਖਤਰਾ ਵੀ ਹੋ ਸਕਦਾ ਹੈ। ਇਸ ਕਰਕੇ ਸ਼ਕਤੀ ਬਰਾਬਰ ਹੋਣੀ ਚਾਹੀਦੀ, ਗੁੱਟ ਜਿਹੜੇ ਬਰਾਬਰ ਹੋਣੇ ਚਾਹੀਦੇ। ਸੇਮ ਸ਼ਾਂਤੀ ਸੰਬੰਧੀ ਸਮਾਨ ਧਾਰਨਾ, ਦੋਨਾਂ ਦੀ ਸ਼ਾਂਤੀ ਸੰਬੰਧੀ ਸਮਾਨ ਧਾਰਨਾ। ਹਮਲੇ ਨੂੰ ਰੋਕਣ ਲਈ ਸੈਨਿਕ ਸਹਿਯੋਗ ਵਿੱਚ ਕੋਈ ਦੇਸ਼, ਜਿਸ ਤਰ੍ਹਾਂ ਰੂਸ ਨੇ ਛੋਟੇ ਜਿਹੇ ਦੇਸ਼ ਤੇ ਹਮਲਾ ਕੀਤਾ ਤੇ ਅਮਰੀਕਾ ਨੇ ਉਹਨੂੰ ਛੋਟੇ ਦੇਸ਼ ਨੂੰ ਆਪਣੀ ਸੈਨਿਕ ਟੁਕੜੀਆਂ ਭੇਜੀਆਂ। ਇਸ ਤਰ੍ਹਾਂ ਕਹਿੰਦਾ ਇੱਕ ਦੂਜੇ ਨੂੰ ਮੁਕਾਬਲਾ ਕਰਨ ਵਾਸਤੇ, ਹਮਲੇ ਨੂੰ ਰੋਕਣ ਵਾਸਤੇ ਸੈਨਿਕ ਸਹਿਯੋਗ ਦੇਣਗੇ। ਨੈਕਸਟ ਆ ਗਿਆ ਹੁਣ ਅਸਮਾਨਤਾਵਾਂ। ਕੀ ਉਹ ਸੀ ਸਮਾਨਤਾਵਾਂ। ਹੁਣ ਆਪਾਂ ਅਸਮਾਨਤਾਵਾਂ ਵੀ ਕਰਨੀਆਂ। ਪਹਿਲੀ ਹੈਗੀ ਆ ਕਿ ਸਮੂਹਿਕ ਸੁਰੱਖਿਆ ਸਹਿਯੋਗੀ ਵਿਵਸਥਾ, ਸ਼ਕਤੀ ਸੰਤੁਲਨ, ਪ੍ਰਤੀਯੋਗੀ ਵਿਵਸਥਾ। ਕਹਿੰਦਾ ਜਿਹੜੀ ਸਮੂਹਿਕ ਸੁਰੱਖਿਆ ਉਹਦੇ ਵਿੱਚ ਸਹਿਯੋਗ ਦੀ ਭਾਵਨਾ ਜ਼ਿਆਦਾ ਹੈ, ਜਦ ਕਿ ਜਿਹੜੀ ਸ਼ਕਤੀ ਸੰਤੁਲਨ ਉਹਦੇ ਵਿੱਚ ਇਕੱਠੇ ਹੋ ਕੇ ਮੁਕਾਬਲਾ ਕਰਨ ਦੀ ਭਾਵਨਾ ਜ਼ਿਆਦਾ। ਨੈਕਸਟ ਹੈਗਾ ਵਾ ਸਮੂਹਿਕ ਸੁਰੱਖਿਆ ਵਿੱਚ ਸਾਰੇ ਰਾਸ਼ਟਰ ਹਿੱਸਾ ਲੈਂਦੇ ਹਨ, ਜਦ ਕਿ ਸ਼ਕਤੀ ਸੰਤੁਲਨ ਵਿੱਚ ਸਾਰੇ ਰਾਸ਼ਟਰ ਨਹੀਂ। ਇਹਦੇ ਤੇ ਲਾਈਨ ਤੋਂ ਹੀ ਪਤਾ ਲੱਗ ਜਾਂਦਾ ਕੀ ਹੈ। ਸਮੂਹਿਕ ਸੁਰੱਖਿਆ ਵਿੱਚ ਢਿੱਲਾ ਸੰਗਠਨ, ਸ਼ਕਤੀ ਸੰਤੁਲਨ ਚ ਮਜ਼ਬੂਤ ਸ਼ੁਰੂ। ਕਹਿੰਦਾ ਸਮੂਹਿਕ ਸੁਰੱਖਿਆ ਵਿੱਚ ਜਿਹੜਾ ਸੰਗਠਨ ਹੈ ਨਾ, ਯੂਨਿਟੀ, ਉਹ ਬਹੁਤ ਘੱਟ ਹੈ, ਢਿੱਲੀ ਆ, ਤੇ ਸ਼ਕਤੀ ਸੰਤੁਲਨ ਵਿੱਚ ਮਜ਼ਬੂਤ ਆ। ਸਮੂਹਿਕ ਸੁਰੱਖਿਆ ਵਿੱਚ ਦੁਸ਼ਮਣ ਅੰਦਰ ਹੁੰਦਾ ਹੈ, ਸ਼ਕਤੀ ਸੰਤੁਲਨ ਵਿੱਚ ਦੁਸ਼ਮਣ ਬਾਹਰੋਂ ਹੁੰਦਾ। ਸਮੂਹਿਕ ਸੁਰੱਖਿਆ ਦਾ ਖੇਤਰ ਵਿਸ਼ਾਲ ਹੁੰਦਾ, ਸ਼ਕਤੀ ਸੰਤੁਲਨ ਦਾ ਖੇਤਰ ਸੀਮਤ ਹੁੰਦਾ। ਯਾਨੀ ਕਿ ਸਮੂਹਿਕ ਸੁਰੱਖਿਆ ਵਿੱਚ ਬਹੁਤ ਸਾਰੇ ਦੇਸ਼ ਹੁੰਦੇ ਨੇ, ਸ਼ਕਤੀ ਸੰਤੁਲਨ ਚ ਘੱਟ ਹੁੰਦੇ ਨੇ। ਸਮੂਹਿਕ ਸੁਰੱਖਿਆ ਤੁਰੰਤ ਕਾਰਵਾਈ ਕਰਦੀ, ਸ਼ਕਤੀ ਸੰਤੁਲਨ ਯੋਜਨਾਬੱਧ ਕਾਰਵਾਈ ਕਰਦੀ ਹੈ। ਔਰ ਸਮੂਹਿਕ ਸੁਰੱਖਿਆ ਵਿੱਚ ਨਿਰਪੱਖਤਾ ਲਈ ਕੋਈ ਸਥਾਨ ਨਹੀਂ, ਕਿਉਂਕਿ ਜਦੋਂ ਵੀ ਜਵਾਬ ਦਿੰਦੇ ਨੇ ਕਿਸੇ ਹਮਲੇ ਦਾ ਤੇ ਨਿਰਪੱਖ ਹੋ ਕੇ ਕੰਮ ਕਰਦੇ ਨੇ, ਜਦ ਕਿ ਸ਼ਕਤੀ ਸੰਤੁਲਨ ਵਿੱਚ ਪੱਖਪਾਤ ਕੀਤਾ ਜਾਂਦਾ। ਜਿਹੜੇ ਦੇਸ਼ਾਂ ਦਾ ਗੁੱਟ ਹੋਊ ਉਹਨਾਂ ਦੀ ਗੱਲ ਕਰਨਗੇ। ਸਮੂਹਿਕ ਸੁਰੱਖਿਆ ਦਾ ਆਧਾਰ ਆਪਸੀ ਸਹਿਯੋਗ ਤੇ ਸਦਭਾਵਨਾ, ਜਦ ਕਿ ਸ਼ਕਤੀ ਸੰਤੁਲਨ ਦਾ ਆਧਾਰ ਡਰ ਹੁੰਦਾ ਹੈ, ਕਿਉਂਕਿ ਕਈ ਛੋਟੇ ਦੇਸ਼ ਡਰ ਕਰਕੇ ਵੀ ਵੱਡੇ ਦੇਸ਼ਾਂ ਨਾਲ ਰਲ ਜਾਂਦੇ। ਸਮੂਹਿਕ ਸੁਰੱਖਿਆ ਲਈ ਅੰਤਰਰਾਸ਼ਟਰੀ ਸੰਗਠਨ ਜ਼ਰੂਰੀ, ਸ਼ਕਤੀ ਸੰਤੁਲਨ ਨਹੀਂ। ਕਹਿੰਦਾ ਜੇਕਰ ਸਮੂਹਿਕ ਸੁਰੱਖਿਆ ਨੂੰ ਵਧਾਉਣਾ ਤਾਂ ਅੰਤਰਰਾਸ਼ਟਰੀ ਸੰਗਠਨ ਜ਼ਰੂਰੀ ਨੇ, ਸ਼ਕਤੀ ਸੰਤੁਲਨ ਵਾਸਤੇ ਨਹੀਂ। ਉਦੇਸ਼ਾਂ ਚ ਅੰਤਰ, ਉਹਦਾ ਉਦੇਸ਼ ਸ਼ਾਂਤੀ ਦੀ ਸਥਾਪਨਾ ਕਰਨਾ ਹੈ ਆਪਸੀ ਭਾਈਚਾਰੇ ਨਾਲ, ਔਰ ਸ਼ਕਤੀ ਸੰਤੁਲਨ ਜਿਹੜਾ ਉਹ ਯੁੱਧ ਦਾ ਵੀ ਕਰਦਾ ਵਾ, ਵੀ ਯੁੱਧ ਦੇ ਨਾਲ ਵੀ ਆਪਾਂ ਕਰ ਸਕਦੇ ਸ਼ਾਂਤੀ ਸਥਾਪਨਾ। ਇਹ ਜਿਹੜਾ ਹੁਣ ਸਮੂਹਿਕ ਸ਼ਕਤੀ ਦਾ ਜਿਹੜਾ ਚੈਪਟਰ, ਬਸ ਇਹੀ ਇੱਕ ਕੁਐਸਚਨ ਸੀਗੇ, ਦੋ ਇੱਕ ਵਿਸ਼ੇਸ਼ਤਾਵਾਂ ਤੇ ਅੰਤਰ ਤੇ ਸਮਾਨਤਾਵਾਂ। ਅੱਗੇ ਤੁਹਾਡੀ ਇਕਾਈ ਹੈਗੀ ਆ ਨੰਬਰ 6, ਸ਼ੀਤ ਯੁੱਧ ਦਾ ਅਰਥ, ਕਾਰਨ, ਇਤਿਹਾਸ ਤੇ ਪ੍ਰਭਾਵ। ਵੈਰੀ ਇੰਪੋਰਟੈਂਟ ਚੈਪਟਰ ਆ। ਸ਼ੀਤ ਯੁੱਧ ਕੀ ਹੁੰਦਾ ਵਾ, ਪੇਜ ਨੰਬਰ 121 ਤੇ ਕਹਿੰਦਾ ਸ਼ੀਤ ਯੁੱਧ ਜਿਹੜਾ ਨਾ ਉਹ ਮੈਦਾਨਾਂ ਵਿੱਚ ਨਹੀਂ ਲੜਿਆ ਜਾਂਦਾ। ਸ਼ੀਤ ਯੁੱਧ ਜਿਹੜਾ ਮਨੁੱਖਾਂ ਦੇ ਦਿਮਾਗਾਂ ਵਿੱਚ ਲੜਿਆ ਜਾਂਦਾ, ਔਰ ਇਹਨਾਂ ਨੂੰ ਲੜਨ ਵਾਸਤੇ ਕਿਸੇ ਬੰਦੂਕਾਂ ਜਾਂ ਗੋਲੀਆਂ ਦੀ ਲੋੜ ਨਹੀਂ ਪੈਂਦੀ, ਇਹਨਾਂ ਨੂੰ ਕਾਗਜ਼ਾਂ ਦੀ ਲੋੜ ਪੈਂਦੀ। ਇਹ ਜਿਹੜਾ ਸ਼ੀਤ ਯੁੱਧ ਹੈ ਕਾਗਜ਼ਾਂ ਨਾਲ ਲੜਿਆ ਜਾਂਦਾ, ਕਾਗਜ਼ਾਂ ਦੀਆਂ ਗੋਲੀਆਂ ਨਾਲ ਲੜਿਆ ਜਾਂਦਾ। ਔਰ ਸ਼ੀਤ ਯੁੱਧ ਜਿਹੜਾ ਹੋਇਆ ਸੀ ਉਹ ਐਕਚੁਅਲੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੋ ਸ਼ਕਤੀਆਂ, ਸਾਰੇ ਸੰਸਾਰ ਵਿੱਚ ਦੋ ਸ਼ਕਤੀਆਂ ਉੱਭਰ ਕੇ ਸਾਹਮਣੇ ਆਈਆਂ। ਇੱਕ ਸੀਗਾ ਅਮਰੀਕਾ ਔਰ ਦੂਸਰਾ ਸੀਗਾ ਰੂਸ। ਅਮਰੀਕਾ ਦਾ ਜਿਹੜਾ ਉਹਦੇ ਵਿੱਚ ਪੂੰਜੀਪਤੀ ਲੋਕਤੰਤਰੀ ਸਰਕਾਰ ਸੀ, ਪੂੰਜੀਵਾਦੀ ਦੇਸ਼ ਸੀ ਉਹ, ਔਰ ਰੂਸ ਜਿਹੜਾ ਸੀ ਉਹ ਸਾਮਵਾਦੀ ਦੇਸ਼ ਸੀ।
ਹੁਣ ਇਹ ਦੋਨੋਂ ਜਿਹੜੇ ਸੀ ਆਪਣੀ ਵਿਚਾਰਧਾਰਾ ਨੂੰ ਦਾ ਪ੍ਰਸਾਰ ਕਰਨਾ ਚਾਹੁੰਦੇ ਸੀਗੇ। ਸਾਰੇ ਦੇਸ਼ ਜਿਹੜੇ ਉਹਨਾਂ ਦੇ ਮੁਤਾਬਕ ਚੱਲੋ, ਦੋਨੋਂ ਹੀ ਚਾਹੁੰਦੇ ਸੀਗੇ। ਰੂਸ ਚਾਹੁੰਦਾ ਸੀ ਕਿ ਬਾਕੀ ਜਿੰਨੇ ਵੀ ਦੇਸ਼ਾਂ ਦੇ ਵਿੱਚ ਮੈਂ ਸਾਮਵਾਦੀ ਸਰਕਾਰ ਦਾ ਪ੍ਰਚਾਰ ਕਰੂੰਗਾ ਤੇ ਉਹ ਮੇਰੇ ਅਧੀਨ, ਸਾਰੇ ਦੇਸ਼ ਮੇਰੇ ਮੁਤਾਬਕ ਚੱਲਣ। ਅਮਰੀਕਾ ਚਾਹੁੰਦਾ ਸੀ ਕਿ ਮੈਂ ਆਪਣੇ ਪੂੰਜੀਵਾਦ ਦਾ ਪ੍ਰਚਾਰ ਕਰਾਂ ਤੇ ਉਹ ਮੇਰੇ ਮੁਤਾਬਕ ਚੱਲਣ। ਇਸ ਕਰਕੇ ਇੱਕ ਦੂਜੇ ਨੂੰ ਨਾ ਨੀਵਾਂ ਵਿਖਾਉਣ ਵਾਸਤੇ ਇਹ ਦੋਨੋਂ ਦੇਸ਼ ਜਿਹੜੇ ਸੀਗੇ ਇੱਕ ਦੂਜੇ ਦੇ ਪ੍ਰਤੀ ਕੌੜਾ ਬੋਲਦੇ ਸੀ, ਗਲਤ ਪ੍ਰਚਾਰ ਦਿੰਦੇ ਸੀ, ਔਰ ਉਹ ਪ੍ਰਚਾਰ ਅਖਬਾਰਾਂ ਰਸਾਲਿਆਂ ਵਿੱਚ ਇਹਨਾਂ ਦਾ ਆਉਂਦਾ ਸੀ, ਜਿਹਦੇ ਕਰਕੇ ਲੋਕਾਂ ਨੂੰ ਇੰਝ ਮਹਿਸੂਸ ਹੋਣ ਲੱਗ ਗਿਆ ਕਿ ਹੁਣ ਤੀਸਰਾ ਯੁੱਧ ਵੀ ਹੋਏਗਾ। ਇਹ ਕਾਫੀ ਦੇਰ, ਇਹ ਜਿਹੜਾ ਇਹਨਾਂ ਦਾ ਸ਼ੀਤ ਯੁੱਧ ਸੀ ਕਾਫੀ ਸਾਲ ਚੱਲਦਾ ਰਿਹਾ। ਇਹ ਇੱਕ ਦੂਜੇ ਦੇ ਵਿਰੋਧੀ ਰਹੇ ਹਮੇਸ਼ਾ, ਔਰ ਇਹਨਾਂ ਨੇ ਇੱਕ ਦੂਜੇ ਦੇ ਖਿਲਾਫ ਪ੍ਰਚਾਰ ਕੀਤਾ। ਕਹਿੰਦਾ ਕਿ ਜਿਹੜਾ ਸੋਵੀਅਤ ਗੁੱਟ ਰੂਸ ਨੂੰ ਕਿਹਾ ਜਾਂਦਾ ਔਰ ਅਮਰੀਕਾ ਗੁੱਟ ਜਿਹੜਾ ਅਮਰੀਕਾ ਨੂੰ ਕਿਹਾ ਜਾਂਦਾ, ਉਹਨਾਂ ਦੇ ਵਿਚਕਾਰ ਇੱਕ ਮਾਨਸਿਕ ਯੁੱਧ ਸ਼ੁਰੂ ਹੋਇਆ, ਜਿਸ ਵਿੱਚ ਗੋਲੀਆਂ ਤਾਂ ਨਹੀਂ ਚਲਾਈਆਂ ਗਈਆਂ, ਬਟ ਕਿਸੇ ਪ੍ਰਕਾਰ ਦਾ ਖੂਨ ਖਰਾਬਾ ਵੀ ਨਹੀਂ ਹੋਇਆ, ਬਟ ਇਹ ਯੁੱਧ ਦੀ ਸਥਿਤੀ ਜ਼ਰੂਰ ਬਣ ਗਈ ਸੀ ਕਿ ਇੰਝ ਲੱਗਦਾ ਸੀ ਕਿ ਜਿਵੇਂ ਦੋਨਾਂ ਦੇ ਵਿੱਚ ਯੁੱਧ ਹੋਏਗਾ। ਕਹਿੰਦਾ ਕਿ ਸ਼ੀਤ ਯੁੱਧ ਦਾ ਅਰਥ ਤੇ ਪਰਿਭਾਸ਼ਾ। ਕਹਿੰਦਾ ਸ਼ੀਤ ਯੁੱਧ ਦਾ ਅਰਥ ਇਹੀ ਆ, ਮੈਂ ਜਿਹੜਾ ਹੁਣੇ ਤੁਹਾਨੂੰ ਓਵਰਵਿਊ 'ਚ ਦੱਸਿਆ, ਕਿ ਇਹ ਯੁੱਧ ਜਿਹੜਾ ਵਾ ਮੈਦਾਨਾਂ 'ਚ ਨਹੀਂ ਖੇਡਿਆ ਜਾਂਦਾ, ਗੋਲੀਆਂ ਬੰਦੂਕਾਂ ਨਾਲ ਨਹੀਂ ਖੇਡਿਆ ਜਾਂਦਾ, ਇਹ ਮਨੁੱਖਾਂ ਦੇ ਦਿਮਾਗਾਂ 'ਚ ਖੇਡਿਆ ਜਾਂਦਾ, ਔਰ ਇੱਕ ਦੂਜੇ ਦੇ ਪ੍ਰਤੀ ਕੌੜੇ ਬਚਨ ਕੀਤੇ ਜਾਂਦੇ ਇਹਦੇ ਵਿੱਚ। ਸ਼ੀਤ ਯੁੱਧ ਦੀ ਜੇਕਰ ਪਰਿਭਾਸ਼ਾ ਦੇਣੀ ਹੋਵੇ ਤਾਂ ਪੇਜ ਨੰਬਰ 122 ਤੇ ਕਾਫੀ ਸਾਰੀਆਂ ਪਰਿਭਾਸ਼ਾ ਨੇ। ਫਲੈਮਿੰਗ ਦੀ ਪਰਿਭਾਸ਼ਾ ਸਭ ਤੋਂ ਸੌਖੀ ਆ ਕਿ ਸ਼ੀਤ ਯੁੱਧ ਯੁੱਧ ਦੇ ਮੈਦਾਨਾਂ ਵਿੱਚ ਨਹੀਂ, ਸਗੋਂ ਮਨੁੱਖਾਂ ਦੇ ਦਿਮਾਗਾਂ ਵਿੱਚ ਲੜਿਆ ਜਾਂਦਾ, ਔਰ ਇਸ ਵਿੱਚ ਇੱਕ ਧਿਰ ਦੂਜੇ ਦੇ ਦਿਮਾਗਾਂ ਤੇ ਕੰਟਰੋਲ ਕਰਨ ਦਾ ਯਤਨ ਕਰਦੀ, ਜਾਣੀ ਕਿ ਉਹ ਆਪਣੇ ਵਿਚਾਰਾਂ ਨਾਲ ਦੂਸਰੇ ਨੂੰ ਕੰਟਰੋਲ ਕਰਨਾ ਚਾਹੁੰਦੇ ਸੀ। ਸ਼ੀਤ ਯੁੱਧ ਦੀਆਂ ਵਿਸ਼ੇਸ਼ਤਾਵਾਂ ਵੈਰੀ ਇੰਪੋਰਟੈਂਟ, ਔਰ ਇਹਦੇ ਵਿੱਚ ਵਿਸ਼ੇਸ਼ਤਾਵਾਂ ਨਹੀਂ ਸਗੋਂ ਇੰਨੀਆਂ ਹੁੰਦੀਆਂ ਜਿੰਨੇ ਇਹਦੇ ਕਾਰਨ ਹੁੰਦੇ, ਕਿਹੜੇ ਕਾਰਨਾਂ ਕਰਕੇ ਇਹਨਾਂ ਦੇ ਵਿਚਕਾਰ ਇਹ ਯੁੱਧ ਚੱਲਦਾ ਰਿਹਾ, ਸ਼ੀਤ ਯੁੱਧ, ਕੋਲਡ ਵਾਰ ਜਿਹਨੂੰ ਆਪਾਂ ਕਹਿ ਸਕਦੇ। ਪਰ ਇਹਦੀਆਂ ਵਿਸ਼ੇਸ਼ਤਾਵਾਂ ਵੀ ਆਪਾਂ ਜ਼ਰੂਰ ਕਰਾਂਗੇ ਕਿਉਂਕਿ ਇਹ ਵੀ ਆ ਸਕਦੀਆਂ ਨੇ, ਮੋਸਟਲੀ ਵੈਸੇ ਕਾਰਨ ਹੀ ਹੁੰਦੇ ਆ। ਪਹਿਲੀ ਵਿਸ਼ੇਸ਼ਤਾ ਤਾਂ ਇਹਦੀ ਇਹ ਆ ਕਿ ਵਿਚਾਰਾਤਮਕ ਯੁੱਧ ਸੀਗਾ, ਕਿ ਇਹ ਜਿਹੜੀਆਂ ਦੋਵੇਂ ਵਿਰੋਧੀ ਧਿਰਾਂ ਸੀਗੀਆਂ, ਦੋਨੇ ਵਿਰੋਧੀ ਗੁੱਟ ਸੀ ਨਾ, ਇਹ ਇੱਕ ਦੂਜੇ ਨਾਲ ਇਹਨਾਂ ਦੇ ਵਿਚਾਰ ਹੀ ਨਹੀਂ ਸੀ ਰਲਦੇ, ਕਿਉਂਕਿ ਜਿਹੜਾ ਅਮਰੀਕਾ ਸੀ ਉੱਥੇ ਪੂੰਜੀਵਾਦੀ ਵਿਵਸਥਾ ਸੀਗੀ, ਔਰ ਜਿਹੜਾ ਰੂਸ ਸੀ ਜਾਂ ਉੱਥੇ ਸਾਮਵਾਦੀ ਵਿਵਸਥਾ ਸੀ। ਔਰ ਜਿਹੜਾ ਵਰਲਡ ਵਿੱਚ ਦੋ ਗੁੱਟ ਸੀਗੇ, ਇੱਕ ਗੁੱਟ ਦੀ ਅਗਵਾਈ ਅਮਰੀਕਾ ਕਰਨਾ ਚਾਹੁੰਦਾ ਸੀ ਔਰ ਦੂਸਰੇ ਗੁੱਟ ਦੀ ਅਗਵਾਈ ਰੂਸ ਕਰਨਾ ਚਾਹੁੰਦਾ ਸੀ। ਦੋਨੋਂ ਹੀ ਵਰਲਡ ਦੇ ਸਾਰੇ ਦੇਸ਼ਾਂ ਨੂੰ ਆਪਣੇ ਮਗਰ ਲਾਉਣਾ ਚਾਹੁੰਦੇ ਸੀ ਔਰ ਇੱਕ ਦੂਜੇ ਦੀ ਸਰਦਾਰੀ ਨੂੰ ਖਤਮ ਕਰਨਾ ਚਾਹੁੰਦੇ ਸੀ। ਕਹਿੰਦਾ ਕਿ ਦੋਨਾਂ ਨੇ ਇੱਕ ਦੂਜੇ ਦੇ ਵਾਧੇ ਪ੍ਰਭਾਵ ਨੂੰ ਰੋਕਣ ਲਈ ਬਹੁਤ ਸਾਰੇ ਹੱਥ ਕੰਡੇ ਵਰਤੇ, ਇੱਕ ਦੂਜੇ ਦੇ ਖਿਲਾਫ ਪ੍ਰਚਾਰ ਵੀ ਕੀਤੇ। ਨੰਬਰ 2, ਸ਼ੀਤ ਯੁੱਧ ਦੀਆਂ ਵਿਧੀਆਂ ਪਾਰੰਪਰਿਕ ਯੁੱਧ ਨਾਲੋਂ ਭਿੰਨ। ਕਹਿੰਦਾ ਜਿਹੜੀਆਂ ਸ਼ੀਤ ਯੁੱਧ ਦੀਆਂ ਵਿਧੀਆਂ ਸੀ ਨਾ, ਉਹ ਜਿਹੜਾ ਆਮ ਯੁੱਧ ਹੁੰਦਾ ਉਹਦੇ ਨਾਲੋਂ ਅਲੱਗ ਸੀ। ਇਹ ਜਿਹੜਾ ਯੁੱਧ ਸੀ ਇਹਦੇ ਵਿੱਚ ਇੱਕ ਦੂਜੇ ਨੂੰ ਨੀਚਾ ਵਿਖਾਉਣ ਵਾਸਤੇ ਝੂਠੇ ਪ੍ਰਚਾਰ ਕੀਤੇ ਜਾਂਦੇ ਸੀ, ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਲਈ, ਦੂਸਰੇ ਦੇਸ਼ਾਂ ਦੇ ਮਨਾਂ ਵਿੱਚ ਨਫ਼ਰਤ ਪੈਦਾ ਕਰਨ ਲਈ ਬਹੁਤ ਸਾਰੇ ਸਾਧਨ ਜੁਟਾਏ ਗਏ। ਰੇਡੀਓ, ਟੈਲੀਵਿਜ਼ਨ, ਅਖਬਾਰਾਂ ਤੇ ਪੱਤਰਕਾਵਾਂ ਰਾਹੀਂ ਖੂਬ ਪ੍ਰਯੋਗ ਕੀਤਾ ਗਿਆ ਇਹਨਾਂ ਦਾ, ਔਰ ਕੂਟਨੀਤਿਕ ਚਾਲਾਂ ਅਤੇ ਪ੍ਰਤੀ ਚਾਲਾਂ ਦੁਆਰਾ ਇੱਕ ਦੂਜੇ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਗਏ। ਔਰ ਕਹਿੰਦਾ ਕਿ ਇਸ ਉਦੇਸ਼ ਦੀ ਪ੍ਰਾਪਤੀ ਲਈ ਦਫ਼ਤਰਾਂ, ਦੂਤ ਘਰਾਂ, ਰਾਜਦੂਤਾਂ ਆਦਿ ਦਾ ਭਰਪੂਰ ਪ੍ਰਯੋਗ ਕੀਤਾ ਗਿਆ। ਨੰਬਰ 3 ਹੈਗਾ ਹਥਿਆਰਾਂ ਦੇ ਪ੍ਰਯੋਗ ਤੋਂ ਬਿਨਾਂ ਲੜਿਆ ਗਿਆ ਯੁੱਧ। ਇਹ ਯੁੱਧ ਕਾਫੀ ਸਾਲ ਚੱਲਦਾ ਰਿਹਾ ਬਟ ਹਥਿਆਰਾਂ ਤੋਂ ਬਿਨਾਂ, ਔਰ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਹਥਿਆਰ, ਕਹਿੰਦਾ ਉਸ ਸਮੇਂ ਤੇ ਇੰਝ ਲੱਗਦਾ ਸੀ ਕਿ ਜਿਵੇਂ ਤੀਸਰਾ ਯੁੱਧ ਹੋਏਗਾ। ਇਸ ਕਰਕੇ ਦੋਨਾਂ ਦੇਸ਼ਾਂ ਨੇ ਇੱਕ ਦੂਜੇ ਦੇ ਖਿਲਾਫ ਆਧੁਨਿਕ ਤਰੀਕੇ ਨਾਲ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ, ਜਿਹਦੇ ਕਰਕੇ ਬਹੁਤ ਸਾਰੇ ਆਧੁਨਿਕ ਹਥਿਆਰਾਂ ਦਾ ਵਿਕਾਸ ਹੋਇਆ ਔਰ ਦੋਨੋਂ ਸ਼ਕਤੀਆਂ ਆਪਣੇ ਆਪਣੇ ਹਥਿਆਰ ਬਣਾ ਕੇ ਇੱਕ ਦੂਜੇ ਦੇ ਮਨਾਂ ਵਿੱਚ ਡਰ ਪੈਦਾ ਕਰਨਾ ਚਾਹੁੰਦੀਆਂ ਸੀ ਔਰ ਕਾਫੀ ਹੱਦ ਤੱਕ ਕਹਿੰਦਾ ਇਹ ਸਫਲ ਵੀ ਹੋਏ। ਔਰ ਇਹਨਾਂ ਨੇ ਆਪਣੇ ਆਪਣੇ ਗੁੱਟ ਵਿੱਚ ਬਹੁਤ ਸਾਰੇ ਅਵਿਕਸਿਤ ਰਾਸ਼ਟਰਾਂ ਨੂੰ ਸ਼ਾਮਿਲ ਕਰ ਲਿਆ, ਜਿਵੇਂ ਕਿ ਰੂਸ ਦੇ ਪ੍ਰਭਾਵ ਵਿੱਚ ਪੋਲੈਂਡ, ਯੂਗੋਸਲਾਵੀਆ ਔਰ ਜਾਰਡਨ ਵਰਗੇ ਦੇਸ਼ ਆਏ। ਨੰਬਰ 4, ਯੁੱਧ ਵਰਗੀ ਸਥਿਤੀ। ਕਹਿੰਦਾ ਭਾਵੇਂ ਯੁੱਧ ਨਹੀਂ ਸੀ ਹੋਇਆ ਬਟ ਇਹਨਾਂ ਕੌੜੀਆਂ ਗੱਲਾਂ, ਇਹਨਾਂ ਦੇ ਵਿਰੋਧੀ ਪ੍ਰਚਾਰ ਤੋਂ ਇੰਝ ਲੱਗਦਾ ਸੀ ਕਿ ਕਿਸੇ ਵੀ ਟਾਈਮ ਤੀਸਰਾ ਯੁੱਧ ਸ਼ੁਰੂ ਹੋ ਜਾਣਾ। ਨੰਬਰ 4, ਆਰਥਿਕ ਸਹਾਇਤਾ ਦਾ ਪ੍ਰਯੋਗ। ਕਹਿੰਦਾ ਦੋਵੇਂ ਮਹਾਨ ਸ਼ਕਤੀਆਂ ਵਿਸ਼ਵ ਵਿੱਚ ਆਪਣੇ ਆਪਣੇ ਪ੍ਰਭਾਵ ਦਾ ਪ੍ਰਯੋਗ
ਪ੍ਰਸਾਰ ਕਰਨ ਵਾਸਤੇ ਜਿਹੜੇ ਕਮਜ਼ੋਰ ਤੇ ਪਛੜੇ ਹੋਏ ਦੇਸ਼ ਸੀ ਉਹਨਾਂ ਨੂੰ ਵੱਡੇ ਪੱਧਰ ਦੇ ਇਹਨਾਂ ਨੇ ਆਰਥਿਕ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਸਾਡੇ ਅਨੁਸਾਰ ਚੱਲੋ, ਅਸੀਂ ਤੁਹਾਨੂੰ ਪੈਸੇ ਦੇਵਾਂਗੇ। ਔਰ ਆਰਥਿਕ ਸਹਾਇਤਾ ਦਿੱਤੇ ਜਾਣ ਦਾ ਮੁੱਖ ਉਦੇਸ਼ ਕਮਜ਼ੋਰ ਅਤੇ ਗਰੀਬ ਰਾਸ਼ਟਰ ਨੂੰ ਆਪਣੇ ਮਗਰ ਲਾਉਣਾ ਸੀ ਔਰ ਅੰਤਰਰਾਸ਼ਟਰੀ ਮੰਚਾਂ 'ਤੇ ਉਹਨਾਂ ਦਾ ਸਮਰਥਨ ਕਰਨਾ ਅਤੇ ਆਪਣੇ ਹੱਕ ਵਿੱਚ ਵੋਟ ਪਾਉਣਾ ਸੀ। ਔਰ ਜਿਹੜਾ ਸੋਵੀਅਤ ਸੰਘ ਦੁਆਰਾ ਭਾਰਤ ਨੂੰ ਸਰਵਜਨਕ ਖੇਤਰ ਜਾਣੀ ਕਿ ਰੂਸ ਜਿਹੜਾ ਉਹ ਭਾਰਤ ਦਾ ਮਿੱਤਰ ਦੇਸ਼ ਹੈ, ਇਸ ਕਰਕੇ ਰੂਸ ਨੇ ਬਹੁਤ ਸਾਰੇ ਭਾਰਤ ਨੂੰ ਜਿਹੜੇ ਸੀ ਖੇਤਰਾਂ ਵਿੱਚ ਆਪਣੇ ਆਪਣੇ ਸੈਨਿਕ ਅੱਡੇ ਕਾਇਮ ਕਰਨ ਦਿੱਤੇ। ਖੇਤਰ ਦੇ ਵਿਕਾਸ, ਆਰਥਿਕ ਤੇ ਤਕਨੀਕੀ ਸਹਾਇਤਾ ਭਾਰਤ ਨੂੰ ਪ੍ਰਦਾਨ ਕੀਤੀ। ਔਰ ਜਿਹੜਾ ਅਮਰੀਕਾ ਸੀ ਉਹਨੇ ਇਹਦੇ ਵਿਰੁੱਧ ਪਾਕਿਸਤਾਨ ਨੂੰ ਆਪਣੀ ਆਰਥਿਕ ਤੇ ਸੈਨਿਕ ਸਹਾਇਤਾ ਪ੍ਰਦਾਨ ਕੀਤੀ, ਕਿਉਂਕਿ ਸਾਡਾ ਜਿਹੜਾ ਮਿੱਤਰ ਦੇਸ਼ ਉਹ ਰੂਸ ਆ ਔਰ ਪਾਕਿਸਤਾਨ ਦਾ ਜਿਹੜਾ ਮਿੱਤਰ ਦੇਸ਼ ਉਹ ਅਮਰੀਕਾ ਵਾ, ਕਿਉਂਕਿ ਦੋਨੋਂ ਹੀ ਆਪਣੇ ਆਪਣੇ ਖੇਤਰ ਵਿੱਚ ਪ੍ਰਭੁਤਾ ਪ੍ਰਾਪਤ ਕਰਨਾ ਚਾਹੁੰਦੇ ਸੀ। ਨੰਬਰ 125 ਤੇ ਹੈਗਾ ਵਾ ਸ਼ਾਂਤੀ ਲਈ ਯੁੱਧ ਦੀ ਤਿਆਰੀ ਵਿੱਚ ਵਿਸ਼ਵਾਸ। ਕਹਿੰਦਾ ਇਹ ਸ਼ਾਂਤੀ ਨੂੰ ਸਥਾਪਿਤ ਕਰਨ ਲਈ ਯੁੱਧ ਦੀ ਤਿਆਰੀ ਵਿੱਚ ਵੀ ਲੱਗੇ ਰਹੇ ਕਿ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਦੋਨੋਂ ਇੱਕ ਦੂਜੇ ਤੇ ਹਮਲਾ ਕਰ ਦੇਣ ਔਰ ਯੁੱਧ ਹੋ ਜਾਵੇ, ਕਿਉਂਕਿ ਇਹ ਭੜਕੀਲੇ ਪ੍ਰਚਾਰ ਕਰਦੇ ਸੀ ਨਾ ਇੱਕ ਦੂਜੇ ਦੇ ਖਿਲਾਫ। ਕਹਿੰਦਾ ਕਿ ਸ਼ਾਬਦਿਕ ਯੁੱਧ, ਕਹਿੰਦਾ ਇਹ ਯੁੱਧ ਕਿ ਤਲਵਾਰਾਂ ਜਾਂ ਬੰਦੂਕਾਂ ਜਾਂ ਗੋਲੀਆਂ ਨਾਲ ਨਹੀਂ ਲੜਿਆ ਗਿਆ, ਇਹ ਸ਼ਬਦਾਂ ਨਾਲ ਲੜਿਆ ਗਿਆ। ਨੰਬਰ 9 ਸ਼ੱਕ ਤੇ ਅਵਿਸ਼ਵਾਸ। ਇਹ ਦੋਨਾਂ ਦੇਸ਼ਾਂ ਵਿੱਚ ਤਾਂ ਵੀ ਕੋਲਡ ਵਾਰ ਚੱਲਦੀ ਰਹੀ ਕਿਉਂਕਿ ਇਹ ਦੋਨੋਂ ਹੀ ਇੱਕ ਦੂਜੇ ਤੇ ਸ਼ੱਕ ਕਰਦੇ ਸੀ ਤੇ ਦੋਨਾਂ ਨੂੰ ਇੱਕ ਦੂਜੇ ਤੇ ਅਵਿਸ਼ਵਾਸ ਸੀ, ਇੱਕ ਦੂਜੇ ਤੇ ਵਿਸ਼ਵਾਸ ਨਹੀਂ ਸੀ ਕਰਦੇ, ਹਮੇਸ਼ਾ ਆਪਣੇ ਮਨ ਵਿੱਚ ਇੱਕ ਦੂਜੇ ਦੇ ਪ੍ਰਤੀ ਅਵਿਸ਼ਵਾਸ ਰੱਖਦੇ ਸੀ। ਕੂਟਨੀਤਿਕ ਸੰਬੰਧ ਕਾਇਮ ਰੱਖੇ ਗਏ ਸਨ। ਕਹਿੰਦਾ ਸ਼ੀਤ ਯੁੱਧ ਦੇ ਦੌਰਾਨ ਜਿਹੜੀਆਂ ਮਹਾਨ ਸ਼ਕਤੀਆਂ ਦੁਆਰਾ ਇੱਕ ਦੂਜੇ ਨੂੰ ਨੀਚਾ ਦਿਖਾਉਣ ਲਈ ਅਤੇ ਇੱਕ ਆਪਣੇ ਆਪ ਨੂੰ ਦੂਜੇ ਤੋਂ ਉੱਚਾ ਉਠਾਉਣ ਲਈ ਬਹੁਤ ਸਾਰੇ ਜਾਇਜ਼ ਤੇ ਨਜਾਇਜ਼ ਤਰੀਕਿਆਂ ਦਾ ਇਸਤੇਮਾਲ ਕੀਤਾ ਗਿਆ, ਜਿਵੇਂ ਕਿ ਝੂਠੀਆਂ ਚਾਲਾਂ ਚੱਲਣੀਆਂ, ਕਪਟ, ਛਲ ਕਪਟ ਕਰਨਾ, ਝੂਠ ਧੋਖੇ ਦੇ ਸਾਧਨਾਂ ਦਾ ਪ੍ਰਯੋਗ ਕੀਤਾ ਗਿਆ। ਔਰ ਕਹਿੰਦਾ ਇਹਨਾਂ ਕੂਟਨੀਤਿਕ ਹੋਣ ਦੇ ਬਾਵਜੂਦ ਵੀ ਸੋਵੀਅਤ ਸੰਘ ਤੇ ਅਮਰੀਕਾ ਦੁਆਰਾ ਆਪਣੇ ਕੂਟਨੀਤਿਕ ਸੰਬੰਧਾਂ ਨੂੰ ਖਤਮ ਨਹੀਂ ਕੀਤਾ ਗਿਆ। ਹੌਲੀ ਹੌਲੀ ਇਹ ਜਿਹੜਾ ਯੁੱਧ ਸੀ ਹੌਲੀ ਹੌਲੀ ਠੰਡਾ ਹੋ ਗਿਆ ਔਰ ਲੋਕ ਸੋਚਦੇ ਕਿ ਸ਼ਾਇਦ ਕਦੀ ਵੀ ਗਰਮ ਯੁੱਧ ਲੱਗ ਸਕਦਾ, ਯਾਨੀ ਕਿ ਬੰਦੂਕਾਂ ਵਾਲਾ ਯੁੱਧ ਲੱਗ ਸਕਦਾ, ਪਰੰਤੂ ਇਸ ਤਰ੍ਹਾਂ ਦੀ ਸਥਿਤੀ ਨਹੀਂ ਬਣੀ ਔਰ ਇਹ ਆਪਣੇ ਆਪ ਹੀ ਇਹ ਯੁੱਧ ਜਿਹੜਾ ਵਾ ਖਤਮ ਹੋ ਗਿਆ। ਇਹਦੇ ਹੁਣ ਕਾਰਨ ਕੀ ਸੀਗੇ? ਪਹਿਲਾ ਕਾਰਨ ਇਹਦਾ ਹੈਗਾ ਸੀਗਾ ਕਿ 126 ਤੇ ਅੰਤਰਰਾਸ਼ਟਰੀ ਰਾਜਨੀਤੀ ਸੋਵੀਅਤ ਸੰਘ ਦਾ ਵੱਧ ਰਿਹਾ ਪ੍ਰਭਾਵ। ਕਿਹਦਾ ਜਿਹੜਾ ਅਮਰੀਕਾ ਸੀ ਨਾ ਉਹਦੇ ਕੋਲੋਂ ਰੂਸ ਦੀ ਜਿਹੜੀ ਸੀ ਨਾ ਉਹਦਾ ਪ੍ਰਭਾਵ ਦੇਖਿਆ ਨਾ ਗਿਆ, ਕਿਉਂਕਿ ਰੂਸ ਜਿਹੜਾ ਸੀ ਆਪਣੀ ਸਾਮਵਾਦੀ ਸਰਕਾਰ ਜਿਹੜੀ ਸਾਮਵਾਦੀ ਵਿਚਾਰਧਾਰਾ ਸੀ ਉਹ ਸਾਰੇ ਦੇਸ਼ਾਂ ਵਿੱਚ ਲਾਗੂ ਕਰਨਾ ਚਾਹੁੰਦਾ ਸੀ, ਅਮਰੀਕਾ ਨੂੰ ਰੋਕਣਾ ਚਾਹੁੰਦਾ ਸੀ। ਇਹ ਵੀ ਇੱਕ ਕਾਰਨ ਸੀ। ਵਿਚਾਰਾਤਮਕ ਮਤਭੇਦ ਦੋਨਾਂ ਦੇ ਦੀ ਵਿਚਾਰਧਾਰਾ ਰਲਦੀ ਨਹੀਂ ਸੀ ਆਪਸ ਵਿੱਚ, ਕਿਉਂਕਿ ਜਿਹੜਾ ਸੋਵੀਅਤ ਸੰਘ ਆ ਉਹਨੇ ਸਾਰੇ ਲੋਕਾਂ ਨੂੰ ਬਰਾਬਰ ਕਰ ਦਿੱਤਾ ਆ, ਸਾਰਿਆਂ ਦੀ ਪਰਸਨਲ ਪ੍ਰੋਪਰਟੀ ਬਣਾਉਣ ਦਾ ਅਧਿਕਾਰ ਖੋਲਿਆ, ਜਦ ਕਿ ਅਮਰੀਕਾ ਨਹੀਂ ਖੁੰਦਾ। ਉਹਦੇ ਮੁਤਾਬਕ ਜੇਕਰ ਪਰਸਨਲ ਪ੍ਰੋਪਰਟੀ ਦੀ ਭਾਵਨਾ ਨਹੀਂ ਹੋਊਗੀ ਤੇ ਕੰਪੀਟੀਸ਼ਨ ਨਹੀਂ ਹੋਊਗਾ। ਨੰਬਰ 3 ਸਮਾਜਵਾਦ ਦੇ ਵਾਧੇ ਪ੍ਰਭਾਵ ਪ੍ਰਤੀ ਪੱਛਮ ਦੀ ਚਿੰਤਾ। ਹੁਣ ਜਿਹੜੇ ਪੱਛਮ ਦੇ ਦੇਸ਼ ਸੀ ਨਾ ਉਹਨਾਂ ਨੂੰ ਇੰਝ ਲੱਗਣ ਲੱਗ ਗਿਆ ਕਿ ਰੂਸ ਤਾਂ ਸਾਰੇ ਏਸ਼ੀਆ ਦੇ ਦੇਸ਼ਾਂ ਨੂੰ ਜਾਂ ਸਾਡੇ ਪੱਛਮੀ ਦੇਸ਼ਾਂ ਨੂੰ ਵੀ ਆਪਣੇ ਪ੍ਰਭਾਵ ਵਿੱਚ ਲਿਆਉਣ ਦਿਆ ਤੇ ਇਹ ਨਾ ਹੋਵੇ ਕਿ ਅਸੀਂ ਇਕੱਲੇ ਰਹਿ ਜਾਈਏ, ਇਸ ਕਰਕੇ ਵੀ ਇਹ ਜਿਹੜੇ ਸੀ ਯੁੱਧ ਚੱਲਦਾ ਰਿਹਾ। ਸੋਵੀਅਤ ਸੰਘ ਦੇ ਵਿਰੁੱਧ ਪੱਛਮੀ ਦੇਸ਼ਾਂ ਦੇ ਵਿਸ਼ੇਸ਼ ਰੋਸ। ਸੋਵੀਅਤ ਸੰਘ ਦੁਆਰਾ ਉੱਤਰੀ ਈਰਾਨ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਤੋਂ ਇਨਕਾਰ।
ਰੂਸ ਨੇ ਨਾ ਬਹੁਤ ਸਾਰੀਆਂ ਫੌਜਾਂ ਈਰਾਨ ਵਿੱਚ ਆਪਣੀਆਂ ਰੱਖੀਆਂ ਸੀ, ਜਿਹਦੇ ਕਰਕੇ ਰੂਸ ਜਿਹੜਾ ਹੈਗਾ ਸੀ ਜਿਹੜੇ ਪੱਛਮੀ ਦੇਸ਼ ਸੀ ਉਹਨੇ ਇਹਦਾ ਡਟ ਕੇ ਮੁਕਾਬਲਾ ਕੀਤਾ ਕਿ ਤੂੰ ਆਪਣੀਆਂ ਜਿਹੜੀਆਂ ਸੈਨਾ ਉੱਥੇ ਕਿਉਂ ਰੱਖੀ ਹੋਈ ਆ। ਇਹ ਵੀ ਇੱਕ ਕਾਰਨ ਸੀ। ਸੋਵੀਅਤ ਸੰਘ ਦਾ ਟਰਕੀ ਤੇ ਦਬਾਅ, ਉਹ ਕਹਿੰਦਾ ਸੋਵੀਅਤ ਸੰਘ ਨੇ ਟਰਕੀ ਦੇਸ਼ ਉੱਤੇ ਆਪਣਾ ਦਬਾਅ ਪੂਰਾ ਬਣਾ ਰੱਖਿਆ ਸੀ। ਔਰ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਟਰੂਮੈਨ ਸੀ, ਉਹਨੇ ਸਾਮਵਾਦ ਦੇ ਵੱਧਦੇ ਪ੍ਰਭਾਵ ਨੂੰ ਰੋਕਣਾ ਉਹਦਾ ਉਦੇਸ਼ ਬਣ ਗਿਆ ਕਿ ਉਹਨੇ ਇਹਨਾਂ ਦੇ ਪ੍ਰਭਾਵ ਨੂੰ ਰੋਕਣ ਦੇ ਕਾਫੀ ਸਾਰੇ ਯਤਨ ਕਰਨ ਲੱਗ ਗਿਆ। ਸੋਵੀਅਤ ਸੰਘ ਦਾ ਯੂਨਾਨ ਉੱਤੇ ਦਬਾਅ, ਹੁਣ ਜਿਹੜਾ ਰੂਸ ਸੀਗਾ ਉਹਦਾ ਜਾਪਾਨ ਤੇ ਵੀ ਯੂਨਾਨ ਤੇ ਵੀ ਕਾਫੀ ਦਬਾਅ ਸੀ। ਇਸ ਗੱਲ ਤੋਂ ਵੀ ਅਮਰੀਕਾ ਨੂੰ ਰੰਜਿਸ਼ ਸੀਗੀ ਕਿ ਇਹਨੇ ਆਪਣਾ ਦਬਾਅ ਕਿਉਂ ਰੱਖਿਆ। ਉਸ ਤੋਂ ਇਲਾਵਾ ਜਿਹੜਾ ਰੂਸ ਸੀਗਾ ਉਹਦਾ ਜਰਮਨੀ ਉੱਤੇ ਵੀ ਦਬਾਅ ਸੀ। ਪੋਟਸਡੈਮ ਸਮਝੌਤੇ ਦੀ ਵੀ ਉਲੰਘਣਾ ਉਹਨੇ ਕੀਤੀ। ਬਰਲਿਨ ਤੇ ਕੰਟਰੋਲ ਸੰਬੰਧੀ ਕਿ ਰੂਸ ਨੇ ਬਰਲਿਨ, ਜਿਹੜੀ ਜਰਮਨ ਦੀ ਰਾਜਧਾਨੀ ਬਰਲਿਨ ਸੀ, ਉਹਦੇ ਉੱਤੇ ਕਬਜ਼ਾ ਕਰਕੇ ਰੱਖਿਆ ਸੀ। ਇਸ ਤੋਂ ਪਹਿਲਾਂ ਅਮਰੀਕਾ, ਬਰਤਾਨੀਆ ਤੇ ਫਰਾਂਸ ਦਾ ਕੰਟਰੋਲ ਸੀ, ਬਟ ਹੁਣ ਰੂਸ ਦਾ ਸੀ। ਇਸ ਕਰਕੇ ਅਮਰੀਕਾ ਨਹੀਂ ਸੀ ਚਾਹੁੰਦਾ ਕਿ ਬਰਲਿਨ ਉੱਤੇ ਰੂਸ ਦਾ ਅਧਿਕਾਰ ਰਹੇ। ਸ਼ਾਂਤੀ ਸੰਧੀਆਂ ਸੰਬੰਧੀ ਮਤਭੇਦ, ਕਹਿੰਦਾ ਕਿ ਜਿਹੜੇ ਜਦੋਂ ਦੂਜਾ ਮਹਾਂਯੁੱਧ ਹੋਇਆ ਤੇ ਉਦੋਂ ਜਿਹੜੇ ਹਾਰੇ ਹੋਏ ਦੇਸ਼ ਸੀ ਉਹਨਾਂ ਨੇ ਇੱਕ ਸ਼ਾਂਤੀ ਸੰਧੀਆਂ ਬਣਾਈਆਂ, ਔਰ ਰੂਸ ਨੇ ਜਿੰਨੀਆਂ ਵੀ ਸ਼ਾਂਤੀ ਸੰਧੀਆਂ ਬਣਾਈਆਂ ਉਹਦੇ ਵਿੱਚ ਵੱਧ ਤੋਂ ਵੱਧ ਉਹਨੇ ਲਾਭ ਪ੍ਰਾਪਤ ਕੀਤਾ। ਉਹਦੇ ਇਸ ਰਵੱਈਏ ਤੋਂ ਅਮਰੀਕਾ ਜਿਹੜਾ ਸੀ ਉਹ ਖੁਸ਼ ਨਹੀਂ ਸੀ। ਔਰ ਇਟਲੀ ਨਾਲ ਸ਼ਾਂਤੀ ਸੰਧੀ ਉੱਤੇ ਗੱਲਬਾਤ ਕਰਦੇ ਸਮੇਂ ਇਟਲੀ ਯੂਗੋਸਲਾਵੀਆ ਸੀਮਾ ਟ੍ਰਿਸਕੋ ਦੇ ਹਾਨੀਪੂਰ ਦੀ ਸਮੱਸਿਆ ਦੇ ਪ੍ਰਸ਼ਨ ਤੇ ਸੋਵੀਅਤ ਸੰਘ ਨੇ ਪੱਛਮੀ ਸ਼ਕਤੀਆਂ ਵਿਚਕਾਰ ਕਾਫੀ ਗੰਭੀਰ ਮਤਭੇਦ ਪੈਦਾ ਹੋਏ। ਔਰ ਸੋਵੀਅਤ ਸੰਘ ਦੁਆਰਾ ਸੁਰੱਖਿਆ ਪਰਿਸ਼ਦ ਵਿੱਚ ਵੀਟੋ ਦਾ ਵਾਰ-ਵਾਰ ਪ੍ਰਯੋਗ, ਔਰ ਅਮਰੀਕਾ ਤੇ ਕੈਨੇਡਾ ਵਿੱਚ ਹੋਣ ਵਾਲੀਆਂ ਸਾਮਵਾਦੀ ਗਤੀਵਿਧੀਆਂ ਵਿੱਚ ਵਾਧਾ। ਕਹਿੰਦਾ ਕਿ ਰੂਸ ਦੇ ਪ੍ਰਭਾਵ ਵਿੱਚ ਆਉਣ ਕਰਕੇ ਨਾ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਵਿੱਚ ਸਾਮਵਾਦੀ ਗਤੀਵਿਧੀਆਂ ਵਿੱਚ ਕਾਫੀ ਵਾਧਾ ਹੋ ਗਿਆ, ਜਾਣੀ ਕਿ ਲੋਕ ਸਾਮਵਾਦੀ ਵਿਚਾਰਧਾਰਾ ਨੂੰ ਮੰਨਣ ਲੱਗ ਗਏ। ਇਹ ਅਮਰੀਕਾ ਕੋਲੋਂ ਨਹੀਂ ਦੇਖਿਆ ਗਿਆ, ਇਸ ਕਰਕੇ ਉਹਨੇ ਇਹਦੇ ਪ੍ਰਸਾਰ ਨੂੰ ਰੋਕਣ ਵਾਸਤੇ ਕਾਫੀ ਯਤਨ ਕੀਤੇ। ਇੰਨੇ ਕੀ ਬਹੁਤ ਹੈ ਇਹਦੇ ਕਾਰਨ। ਔਰ ਇਹਦੇ ਵਿੱਚ ਕੁਐਸਚਨ ਨਾ ਕਈ ਵਾਰੀ ਐਵੇਂ ਵੀ ਹੁੰਦਾ ਕਿ ਸ਼ੀਤ ਯੁੱਧ ਦਾ ਇਤਿਹਾਸ ਦੱਸੋ, ਜਾਂ ਇਹਦੇ 1947 ਤੋਂ ਲੈ ਕੇ 1993 ਤੱਕ ਦਾ ਕਾਲ ਦੱਸੋ, ਐਵੇਂ ਵੀ ਆ ਜਾਂਦਾ। ਇਹ ਸਾਰਾ ਤੁਸੀਂ ਖੁਦ ਵਿੱਚੋਂ ਪੁਆਇੰਟ ਵੇਖ ਲੈਣੇ ਆ। ਇੰਪੋਰਟੈਂਟ ਮੈਂ ਕੁਐਸਚਨ ਤੁਹਾਨੂੰ ਦੱਸ ਦਿੱਤਾ। ਕਾਲ ਵਿੱਚ ਵੀ ਸੇਮ ਇਹੀ ਟੌਪਿਕ, ਜਿਹੜੇ ਪੁਆਇੰਟ ਇਹੀ ਰਹਿਣੇ। ਹੁਣ ਕਈ ਵਾਰੀ ਕੁਐਸਚਨ ਹੁੰਦਾ ਵਾ ਪੇਜ ਨੰਬਰ 43 ਤੇ ਕਿ ਸ਼ੀਤ ਯੁੱਧ ਦਾ ਪਤਨ ਕਿਵੇਂ ਹੋਇਆ ਔਰ ਦੀਤਾਂ ਦਾ ਯੁੱਗ ਕਿਵੇਂ ਆਇਆ। ਦੀਤਾਂ ਤੋਂ ਮਤਲਬ ਹੁੰਦਾ ਵਾ ਕਿ ਉਹ ਸਰਕਾਰਾਂ, ਉਹ ਸਾਧਨ ਜਿਨ੍ਹਾਂ ਨਾਲ ਸਰਕਾਰਾਂ ਵਿੱਚ ਸੁਲਹ ਸਫਾਈ ਕਰਾਈ ਜਾਵੇ। ਜਿਵੇਂ ਕਿ ਅਮਰੀਕਾ ਤੇ ਰੂਸ ਦੀ ਸਰਕਾਰ ਵਿੱਚ ਸੁਲਹ ਸਫਾਈ ਕਰਾਉਣ ਵਾਲੇ ਜਿਹੜੇ ਸੀ ਉਹਨਾਂ ਨੂੰ ਦੀਤ ਕਹਿੰਦੇ, ਦੀਤਾਂ ਦਾ ਯੁੱਗ ਕਿਹਾ ਜਾਂਦਾ। ਇਹਨਾਂ ਨੇ ਜਿਹੜਾ ਸੋਵੀਅਤ ਸੰਘ ਤੇ ਅਮਰੀਕਾ ਦੇ ਜਿਹੜਾ ਆਪਸ ਵਿੱਚ ਖਿਚਾਵ ਸੀ ਉਹਨਾਂ ਨੂੰ ਘੱਟ ਕੀਤਾ। ਇਹਦੇ ਵਿੱਚ ਜਿਹੜਾ ਪਤਨ ਦੇ ਕਾਰਨ ਪਹਿਲਾ ਹੈਗਾ ਮਾਸਕੋ ਬੋਨ ਸਮਝੌਤਾ, ਦੂਸਰਾ ਹੈਗਾ ਬਰਲਿਨ ਸਮਝੌਤਾ, ਤੀਸਰਾ ਹੈਗਾ ਉੱਤਰੀ ਅਤੇ ਦੱਖਣੀ ਕੋਰੀਆ ਸਮਝੌਤਾ, ਔਰ ਚੌਥਾ ਹੈਗਾ ਪੂਰਬੀ ਅਤੇ ਪੱਛਮੀ ਜਰਮਨੀ ਸਮਝੌਤਾ। ਇਹ ਸਮਝੌਤੇ ਹੋਏ ਇਹਨਾਂ ਦੇ ਵਿੱਚ ਇਸ ਯੁੱਧ ਨੂੰ ਖਤਮ ਕਰਨ ਵਾਸਤੇ। ਹੈਲਸਿੰਕੀ ਕਾਨਫਰੰਸ 1973 ਤੇ ਹੈਲਸਿੰਕੀ ਸਮਝੌਤਾ। 1 ਅਗਸਤ 1975 ਨੂੰ ਯੂਰਪ ਅਤੇ ਅਮਰੀਕਾ ਦੇ 35 ਰਾਜਾਂ ਦੇ ਮੁਖੀਆਂ ਦੁਆਰਾ ਹੈਲਸਿੰਕੀ ਸਮਝੌਤੇ। ਕੰਬੋਡੀਆ ਯੁੱਧ ਅਤੇ ਵੀਅਤਨਾਮ ਯੁੱਧ ਦੀ ਸਮਾਪਤੀ। ਚੀਨ ਅਤੇ ਅਮਰੀਕਾ ਵਿਚਕਾਰ ਸੰਬੰਧਾਂ ਦਾ ਸੁਧਾਰ। ਪਹਿਲਾਂ ਚੀਨ ਤੇ ਅਮਰੀਕਾ ਦੇ ਸੰਬੰਧ ਬਹੁਤ ਖਰਾਬ ਸੀਗੇ। ਤੀਜਾ ਯੂਰਪੀ ਸੁਰੱਖਿਆ ਸੰਮੇਲਨ। ਮਿਸਰ ਅਤੇ ਇਜ਼ਰਾਈਲ ਵਿਚਕਾਰ ਕੈਂਪ ਡੇਵਿਡ ਸਮਝੌਤਾ। ਅਮਰੀਕਾ ਦੇ ਸੋਚਾਂ ਦੇ ਆਪਸੀ ਸੰਬੰਧਾਂ ਵਿੱਚ ਤਣਾਅ ਦੀ ਕਮੀ। ਹੁਣ ਇਹਨਾਂ ਦੇ ਤਣਾਅ ਵਿੱਚ ਕਮੀ ਆ ਗਈ, ਹੁਣ ਇੱਕ ਦੂਜੇ ਦੇ ਇੰਨੇ ਜ਼ਿਆਦਾ ਵਿਰੋਧੀ ਨਹੀਂ ਰਹੇ। ਹੁਣ ਇੱਕ ਕੁਐਸਚਨ, ਕਿਉਂਕਿ ਇਹ ਬੁੱਕ ਦੇ ਅਕੋਰਡਿੰਗ ਇੱਕ ਕੁਐਸਚਨ ਇਵੇਂ ਵੀ ਆ ਸਕਦਾ 145 ਤੇ ਕਿ ਨਵਾਂ ਸ਼ੀਤ ਯੁੱਧ ਦਾ ਕਾਲ ਦੱਸੋ। ਤੇ ਨਵਾਂ ਸ਼ੀਤ ਯੁੱਧ ਜਿਹੜਾ ਸੀ ਉਹਦਾ ਕਾਲ ਹੈਗਾ 70 ਤੋਂ 79। ਔਰ ਉਹਦੇ ਵਿੱਚ ਜਿਹੜੇ ਕਾਰਨ ਸੀ ਸੋਵੀਅਤ ਸੰਘ ਦੀ ਸ਼ਕਤੀ ਵਿੱਚ ਵਾਧਾ, ਕਿ ਇਹ ਯੁੱਧ ਤਾਂ ਹੋਇਆ ਕਿ ਇਹਦੇ ਵਿੱਚ ਸੋਵੀਅਤ ਰੂਸ ਦੀ ਸ਼ਕਤੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਔਰ ਰਾਸ਼ਟਰਪਤੀ ਰੀਗਨ ਦੁਆਰਾ ਅਮਰੀਕਾ ਦੀ ਵਿਦੇਸ਼ ਨੀਤੀ ਵਿੱਚ ਪਰਿਵਰਤਨ ਕਰ ਦਿੱਤੇ ਗਏ। ਸੋਵੀਅਤ ਸੰਘ ਦੀ ਅਫਗਾਨਿਸਤਾਨ ਵਿੱਚ ਦਖਲਅੰਦਾਜ਼ੀ। ਸੋਵੀਅਤ ਸੰਘ ਦੀ ਦੱਖਣ ਪੂਰਬੀ ਏਸ਼ੀਆ ਦੇ ਖੇਤਰ ਵਿੱਚ ਦਖਲਅੰਦਾਜ਼ੀ। ਨੰਬਰ 5 ਪੁਲਾੜ ਦੀ ਖੋਜ ਵਿੱਚ ਮੁਕਾਬਲਾ। ਨੰਬਰ 6 ਅਮਰੀਕਾ ਚੀਨ ਸੰਬੰਧਾਂ ਵਿੱਚ ਸਕਾਰਾਤਮਕ ਮੋੜ।
ਨੰਬਰ 7 ਸੋਵੀਅਤ ਸੰਘ ਦਾ ਅੰਤਰ ਮਹਾਦੀਪ ਮਿਜ਼ਾਈਲ ਪ੍ਰੋਗਰਾਮ। ਨੰਬਰ 8 ਅਮਰੀਕਾ ਤੇ ਅਫਰੀਕਾ ਦੇ ਦੇਸ਼ਾਂ ਵਿੱਚ ਵੱਧ ਰਹੇ ਪ੍ਰਭਾਵ ਨੂੰ ਰੋਕਣ ਦਾ ਯਤਨ। ਔਰ ਰਾਸ਼ਟਰਪਤੀ ਰੀਗਨ ਦੀ ਪੁਲਾੜ ਯੁੱਧ ਵਿੱਚ ਯੋਜਨਾ। ਇਹ ਸੀਗੀਆਂ ਇਹਦੇ ਜਿਹੜਾ ਹੈਗਾ ਵਾ ਨਵਾਂ ਸ਼ੀਤ ਯੁੱਧ। ਹੁਣ ਜੇਕਰ ਅੰਤਰ ਆ ਜੇ ਸੇਮ ਪੁਆਇੰਟ ਨੇ 148 ਦੇ ਉਦੇਸ਼ ਵਿੱਚ ਅੰਤਰ, ਵਿਚਾਰਧਾਰਾ ਦੇ ਮੁੱਦੇ 'ਚ ਅੰਤਰ, ਦੋਵਾਂ ਦੇ ਯੁੱਧ ਵਿੱਚ ਅੰਤਰ, ਹਥਿਆਰਾਂ ਦੇ ਪ੍ਰਸਾਰ ਸੰਬੰਧੀ ਅੰਤਰ, ਔਰ ਗੁੱਟਨਰ ਲੇਪ ਅੰਦੋਲਨ ਦੀ ਪ੍ਰਕਿਰਤੀ ਦੇ ਸੰਬੰਧ ਵਿੱਚ ਅੰਤਰ, ਸ਼ਕਤੀ ਗੁੱਟਾਂ ਦਾ ਵਿਘਟਨ, ਪਰਮਾਣੂ ਸ਼ਕਤੀ ਦੇ ਪ੍ਰਸਾਰ ਸੰਬੰਧੀ ਅੰਤਰ, ਨਵੇਂ ਪਾਤਰਾਂ ਦਾ ਜਨਮ। ਪੁਰਾਣਾ ਸ਼ੀਤ ਯੁੱਧ ਸੋਵੀਅਤ ਸੰਘ ਦੀ ਮਜਬੂਰੀ ਸੀ, ਜਦਕਿ ਨਵਾਂ ਸ਼ੀਤ ਯੁੱਧ ਅਮਰੀਕਾ ਦੀ ਮਜਬੂਰੀ ਸੀ। ਸਭ ਤੋਂ ਵੱਡਾ ਅੰਤਰ ਜੋ ਸਭ ਤੋਂ ਪਹਿਲੇ ਲਿਖਿਆ। ਬਸ ਇਹੀ ਸੀਗੇ ਇਹਦੇ ਵਿੱਚ ਇੰਪੋਰਟੈਂਟ ਕੁਐਸਚਨ ਇਸ ਚੈਪਟਰ ਦਾ। ਇੱਕ ਨਾ ਇਹਦੇ ਪਤਨ ਦਾ ਕਾਰਨ ਹੋਰ ਵੀ ਹੈ ਜਿਹੜਾ ਕਿ ਇਸ ਬੁੱਕ ਵਿੱਚ ਹੈ ਨਹੀਂ ਆ। ਮੇਨ ਪਤਨ ਦਾ ਕਾਰਨ ਸੀ ਸ਼ੀਤ ਯੁੱਧ ਦੇ ਪਤਨ ਦਾ ਗੁੱਟਨਰ ਲੇਪ ਅੰਦੋਲਨ। ਜਿਹੜਾ ਗੁੱਟਨਰ ਲੇਪ ਅੰਦੋਲਨ ਸੀ ਨਾ, ਉਹ ਤੀਜੀ ਦੁਨੀਆ ਦੇ ਦੇਸ਼ਾਂ ਦੇ ਜਿਹੜੇ ਤੀਜੀ ਦੁਨੀਆ ਦੇ ਦੇਸ਼ ਉਹ ਹੁੰਦੇ ਜਿਹੜੇ ਅਵਿਕਸਿਤ ਦੇਸ਼ ਹੁੰਦੇ, ਜਿਨ੍ਹਾਂ ਨੇ ਜੇ ਤਰੱਕੀ ਕਰਨੀ ਹੁੰਦੀ ਆ, ਉਹਦੇ ਵਿੱਚ ਗਰੀਬ ਦੇਸ਼ ਹੁੰਦੇ ਨੇ। ਔਰ ਉਹਨਾਂ ਨੂੰ ਨਾ ਇਸ ਸ਼ੀਤ ਯੁੱਧ ਦਾ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪਿਆ। ਔਰ ਜਦੋਂ ਇਹਨਾਂ ਦੋ ਮਹਾਨ ਸ਼ਕਤੀਆਂ ਅਮਰੀਕਾ ਤੇ ਰੂਸ ਨੇ ਉਹਨਾਂ ਨੂੰ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਨਾ ਕਰ ਦਿੱਤੀ। ਇਹਨਾਂ ਨੇ ਇੱਕ ਅੰਦੋਲਨ ਕਰ ਦਿੱਤਾ ਕਿ ਸਾਨੂੰ ਜ਼ਬਰਦਸਤੀ ਸਾਡੇ ਉੱਤੇ ਕੰਟਰੋਲ ਨਾ ਕੀਤਾ ਜਾਵੇ, ਅਸੀਂ ਕਿਸੇ ਵੀ ਗੁੱਟ ਵਿੱਚ ਸ਼ਾਮਲ ਨਹੀਂ ਹੋਣਾ। ਜਿਵੇਂ ਕਿ ਭਾਰਤ ਨੇ ਵੀ ਗੁੱਟ ਨਿਰਲੇਪ ਅੰਦੋਲਨ ਵਿੱਚ ਹਿੱਸਾ ਲਿਆ, ਔਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਾਫ਼ ਹੀ ਮਨਾ ਕਰ ਦਿੱਤਾ ਸੀ। ਭਾਵੇਂ ਰੂਸ ਉਹਦਾ ਮਿੱਤਰ ਦੇਸ਼ ਸੀਗਾ ਸਾਡਾ, ਫਿਰ ਵੀ ਉਹਨੇ ਕਿਸੇ ਵੀ ਗੁੱਟ ਵਿੱਚ ਸ਼ਾਮਲ ਹੋਣ ਤੋਂ ਨਾ ਕਰ ਦਿੱਤੀ ਕਿ ਮੈਂ ਕਿਸੇ ਵੀ ਗੁੱਟ ਵਿੱਚ ਨਹੀਂ ਸ਼ਾਮਲ ਹੋਣਾ। ਨਾ ਤਾਂ ਮੈਨੂੰ ਪੂੰਜੀਵਾਦੀ ਦੇਸ਼ ਨਾਲ ਕੋਈ ਮਤਲਬ ਆ, ਨਾ ਹੀ ਮੈਨੂੰ ਸਾਮਵਾਦੀ ਦੇਸ਼ ਨਾਲ, ਨਾ ਮੈਨੂੰ ਰੂਸ ਨਾਲ ਮਤਲਬ, ਨਾ ਮੈਨੂੰ ਅਮਰੀਕਾ ਨਾਲ। ਮੈਂ ਸੁਤੰਤਰ ਆ ਤੇ ਮੈਂ ਆਪਣੇ ਫੈਸਲੇ ਜਿਹੜੇ ਸੁਤੰਤਰ ਰੂਪ ਵਿੱਚ ਲਵਾਂਗਾ। ਇਹਨੂੰ ਕਹਿੰਦੇ ਗੁੱਟ ਨਿਰਲੇਪ ਅੰਦੋਲਨ ਦਾ ਜਨਮ ਹੋਇਆ ਤੇ ਇਹ ਯੁੱਧ ਜਿਹੜਾ ਠੰਡਾ ਪੈ ਗਿਆ। ਇਹਦੇ ਨਾਲ ਨਾਲ ਏਸ਼ੀਆ ਦੇ ਹੋਰ ਵੀ ਕਈ ਦੇਸ਼ ਸੀਗੇ ਜਿਨ੍ਹਾਂ ਨੇ ਇਸ ਅੰਦੋਲਨ ਵਿੱਚ ਹਿੱਸਾ ਲੈ ਕੇ ਤੇ ਇਸ ਗੁੱਟ ਵਿੱਚ ਸ਼ਾਮਲ ਹੋਣ ਤੋਂ ਨਾ ਕਰ ਦਿੱਤੀ। ਇਹ ਵੀ ਇੱਕ ਕਾਰਨ ਸੀਗਾ ਸ਼ੀਤ ਯੁੱਧ ਨੂੰ ਖਤਮ ਕਰਨ ਦਾ, ਵੀ ਉਹ ਖਤਮ ਹੋ ਗਿਆ। ਫਿਰ ਉਹਨਾਂ ਦੇਸ਼ਾਂ ਨੂੰ ਲੱਗ ਗਿਆ, ਸਮਝ ਲੱਗ ਗਈ ਕਿ ਅਸੀਂ ਜ਼ਬਰਦਸਤੀ ਇਹਨਾਂ ਨੂੰ ਆਪਣੇ ਗੁੱਟ ਵਿੱਚ ਸ਼ਾਮਲ ਨਹੀਂ ਕਰ ਸਕਦੇ। ਇਸ ਕਰਕੇ ਉਹਨਾਂ ਨੂੰ ਫਿਰ ਇਹ ਸ਼ੀਤ ਯੁੱਧ ਜਿਹੜਾ ਸੀ, ਆਪਸੀ ਜਿਹੜੀ ਰੰਜਿਸ਼ ਸੀ, ਉਹਨੂੰ ਖਤਮ ਕਰਨਾ ਪਿਆ। ਕਿਉਂਕਿ ਇਹ ਦੋਨੋਂ ਦੇਸ਼ ਸਾਰੇ ਦੇਸ਼ਾਂ ਦੇ ਖੇਤਰ ਉੱਤੇ ਕੰਟਰੋਲ ਰੱਖਣਾ ਚਾਹੁੰਦੇ ਸੀ, ਆਪਣਾ ਆਪਣਾ ਕੰਟਰੋਲ ਰੱਖਣਾ ਚਾਹੁੰਦੇ ਸੀ। ਇਸ ਕਰਕੇ ਗੁੱਟ ਨਿਰਲੇਪ ਅੰਦੋਲਨ ਕੀਤਾ ਗਿਆ ਕਿ ਅਸੀਂ ਆਜ਼ਾਦ ਹਾਂ ਤੇ ਸਾਨੂੰ ਆਜ਼ਾਦ ਹੀ ਰਹਿਣ ਦਿਓ। ਨੈਕਸਟ ਚੈਪਟਰ ਹੈਗਾ 7 ਅੰਤਰਰਾਸ਼ਟਰੀ ਰਾਜਨੀਤੀ ਦੇ ਸ਼ੀਤ ਯੁੱਧ ਦੇ ਪਿੱਛੋਂ ਦਾ ਕਾਲ। ਇਹ 2 ਚੈਪਟਰ, ਦੋਨਾਂ 'ਚ ਇੱਕ ਕੁਐਸਚਨ ਤੇ ਜ਼ਰੂਰ ਹੁੰਦਾ। ਸਭ ਤੋਂ ਪਹਿਲੇ ਇਹਦੇ ਅੰਤਰ ਆਉਣੇ ਨੇ ਪੇਜ ਨੰਬਰ 159। ਪੁਰਾਣੇ ਅਤੇ ਨਵੇਂ ਸ਼ੀਤ ਯੁੱਧ ਵਿਚਕਾਰ ਅੰਤਰ, ਇਹ ਪੁਆਇੰਟਾਂ 'ਚ ਵੀ ਦੱਸਿਆ ਆ, ਔਰ ਪਿੱਛੇ ਵੀ ਮੈਂ ਤੁਹਾਨੂੰ ਜਿਹੜੇ ਪੁਆਇੰਟ ਪੜ੍ਹ ਦਿੱਤੇ ਨੇ। ਇਹਦੇ ਵਿੱਚ 7 ਪੁਆਇੰਟ ਦਿੱਤੇ ਨੇ, ਇਹ ਜ਼ਿਆਦਾ ਈਜ਼ੀ, ਇੱਥੋਂ ਤੁਸੀਂ ਆਨਸਰ ਲੈ ਸਕਦੇ ਹੋ। ਪਹਿਲਾ ਇਹਦਾ ਹੈਗਾ ਵਾ ਅੰਤਰ ਕਿ ਪੁਰਾਣੇ ਸ਼ੀਤ ਯੁੱਧ ਦਾ ਮੁੱਖ ਕੇਂਦਰ ਯੂਰਪ ਸੀ, ਜਦ ਕਿ ਨਵੇਂ ਸ਼ੀਤ ਯੁੱਧ ਦਾ ਮੁੱਖ ਕੇਂਦਰ ਏਸ਼ੀਆ ਸੀ। ਪੁਰਾਣਾ ਸ਼ੀਤ ਯੁੱਧ ਵਿੱਚ ਚੀਨ ਸ਼ਾਮਲ ਨਹੀਂ ਸੀ, ਨਵੇਂ ਸ਼ੀਤ ਯੁੱਧ ਵਿੱਚ ਚੀਨ ਸ਼ਾਮਲ ਸੀਗਾ। ਪੁਰਾਣੇ ਸ਼ੀਤ ਯੁੱਧ ਵਿੱਚ ਦੋਵਾਂ ਸ਼੍ਰੇਸ਼ਟ ਸ਼ਕਤੀਆਂ ਯਾਨੀ ਕਿ ਮਹਾਨ ਸ਼ਕਤੀਆਂ ਦੇ ਮਿੱਤਰ ਰਾਸ਼ਟਰਾਂ ਦੁਆਰਾ ਕਿਰਿਆਸ਼ੀਲ ਭੂਮਿਕਾ ਨਿਭਾਈ ਗਈ, ਜਦ ਕਿ ਨਵੇਂ ਸ਼ੀਤ ਯੁੱਧ ਵਿੱਚ ਕਿਸੇ ਨੇ ਵੀ ਭੂਮਿਕਾ ਨਹੀਂ ਨਿਭਾਈ। ਕੋਈ ਵੀ ਨਹੀਂ ਸੀ ਚਾਹੁੰਦਾ ਇਹਨਾਂ ਦੇ ਵਿੱਚ ਸ਼ਾਮਲ ਹੋਣਾ। ਨੰਬਰ 4 ਪੁਰਾਣੇ ਸ਼ੀਤ ਯੁੱਧ ਦੌਰਾਨ ਦੋਹਾਂ ਮਹਾਨ ਸ਼ਕਤੀਆਂ ਦਾ ਉਦੇਸ਼ ਦੋਹਾਂ ਗੁੱਟਾਂ ਵਿਚਕਾਰ ਸਮਾਨਤਾ ਦੀ ਸਥਿਤੀ ਬਣਾਈ ਰੱਖਣਾ ਸੀ, ਜਦ ਕਿ ਨਵਾਂ ਸ਼ੀਤ ਯੁੱਧ ਦੋਵਾਂ ਮਹਾਨ ਸ਼ਕਤੀਆਂ ਦੁਆਰਾ ਵਿਸ਼ਵ ਵਿੱਚ ਆਪਣਾ ਪ੍ਰਭੁਤਵ ਸਥਾਪਿਤ ਕਰਨਾ ਸੀ। ਔਰ 5ਵਾਂ ਪੁਆਇੰਟ ਹੈ ਕਿ ਦੋਵੇਂ ਜਿਹੜੀਆਂ ਮਹਾਨ ਸ਼ਕਤੀਆਂ ਸੀ, ਇਹਨਾਂ ਨੇ ਇਹ ਯੁੱਧ ਜਿਹੜਾ ਸੀ ਪਰਮਾਣੂ ਯੁੱਧ ਨਹੀਂ ਲੜਿਆ, ਸਗੋਂ ਇਸ ਲਈ ਅਤੀ ਵਿਨਾਸ਼ਕਾਰੀ ਹੋਵੇਗਾ। ਇਸ ਕਰਕੇ ਨਵੇਂ ਸ਼ੀਤ ਯੁੱਧ ਦੌਰਾਨ ਦੋਵੇਂ ਮਹਾਨ ਸ਼ਕਤੀਆਂ ਮੰਨਦੀਆਂ ਸਨ ਕਿ ਨਵੀਂ ਤਕਨੀਕ ਦੇ ਵਿਕਾਸ ਨਾਲ ਸੀਮਤ ਰੂਪ ਵਿੱਚ ਪਰਮਾਣੂ ਯੁੱਧ ਲੜਿਆ ਜਾ ਸਕਦਾ ਹੈ, ਔਰ ਇਸੇ ਕਰਕੇ ਇਹਨਾਂ ਨੇ ਵੱਧ ਤੋਂ ਵੱਧ ਪਰਮਾਣੂ ਬੰਬ ਬਣਾਉਣੇ ਸ਼ੁਰੂ ਕਰ ਦਿੱਤੇ। ਪੁਰਾਣੇ ਸ਼ੀਤ ਯੁੱਧ ਸਮੇਂ ਸੰਸਾਰ ਲਗਭਗ 2 ਧਰੁਆਂ ਵਿੱਚ ਵੰਡਿਆ ਸੀ, ਬਟ ਨਵੇਂ ਸ਼ੀਤ ਯੁੱਧ ਦੇ ਦੌਰਾਨ ਬਹੁ ਕੇਂਦਰੀਵਾਦ ਹੋ ਗਏ ਦੇਸ਼ ਜਿਹੜੇ ਸੀ। ਨਵੇਂ ਸ਼ੀਤ ਯੁੱਧ ਵਿੱਚ ਵਧੇਰੇ ਰਾਸ਼ਟਰਾਂ ਦਾ ਸ਼ਾਮਲ ਹੋ ਜਾਣ ਕਾਰਨ
ਨਵੇਂ ਸ਼ੀਤ ਯੁੱਧ ਦੀਆਂ ਨੀਤੀਆਂ ਵਿੱਚ ਪੁਰਾਣੇ ਸ਼ੀਤ ਯੁੱਧ ਦੀਆਂ ਨੀਤੀਆਂ ਨਾਲੋਂ ਭਿੰਨਤਾ ਆ ਗਈ। ਬਸ ਇਹੀ ਸੀ। ਪਰ ਕਹਿੰਦਾ ਖੁਸ਼ਕਿਸਮਤੀ ਦੀ ਗੱਲ ਹੈ ਕਿ ਨਵਾਂ ਸ਼ੀਤ ਯੁੱਧ ਜ਼ਿਆਦਾ ਦੇਰ ਨਾ ਚੱਲ ਸਕਿਆ ਔਰ ਇਹ ਖਤਮ ਹੋ ਗਿਆ। ਹੁਣ ਇਹਦੀਆਂ ਵਿਸ਼ੇਸ਼ਤਾਵਾਂ ਕੀ ਆ? ਉੱਤਰ ਸ਼ੀਤ ਯੁੱਧ ਕਾਲ ਦੀਆਂ ਪਹਿਲੀ ਸ਼ਕਤੀ ਗੁੱਟਾਂ ਦਾ ਪਤਨ, ਦੋਵੇਂ ਸ਼ਕਤੀਆਂ ਜਿਹੜੀਆਂ ਖਤਮ ਹੋ ਗਈਆਂ। ਸੰਯੁਕਤ ਰਾਜ ਅਮਰੀਕਾ ਦਾ ਸ਼ੇਸ਼ ਸ਼ਕਤੀ, ਹੁਣ ਜਿਹੜਾ ਰੂਸ ਸੀ ਨਾ, ਇਹਦੀ ਸ਼ਕਤੀ ਬਿਲਕੁਲ ਖਤਮ ਹੋ ਗਈ। ਮਤਲਬ ਕਿ ਇਹਦਾ ਵਰਸਾਏ ਐਕਟ ਨਹੀਂ ਸੀ ਜਿਹੜਾ, ਉਹ ਬਿਲਕੁਲ ਖਤਮ ਕਰ ਦਿੱਤਾ ਅਮਰੀਕਾ ਨੇ, ਜਿਹਦੇ ਕਰਕੇ ਜਿਹੜਾ ਸੰਯੁਕਤ ਰਾਜ ਅਮਰੀਕਾ ਜਿਹੜਾ ਸੀ ਉਹ ਸਭ ਤੋਂ ਸ਼੍ਰੇਸ਼ਠ ਦੇਸ਼ ਨੂੰ ਮੰਨਿਆ ਜਾਂਦਾ। ਅੰਤਰਰਾਸ਼ਟਰੀ ਸ਼ਾਂਤੀ ਸੁਰੱਖਿਆ ਦੇ ਵਿਕਾਸ ਪ੍ਰਤੀ ਵਚਨਬੱਧਤਾ, ਸੈਨਿਕ ਗੱਠਜੋੜਾਂ ਦਾ ਪਤਨ, ਜਾਣੀ ਕਿ ਜਿਹੜੇ ਸੈਨਿਕ ਗੱਠਜੋੜ ਬਣਾਏ ਸੀ ਉਹ ਖਤਮ ਹੋ ਗਏ। ਨਿਸ਼ਸਤਰੀਕਰਨ ਤੇ ਜ਼ੋਰ, ਸੰਯੁਕਤ ਰਾਸ਼ਟਰ ਦੀ ਭੂਮਿਕਾ ਵਿੱਚ ਵੀ ਪਰਿਵਰਤਨ, ਔਰ ਗੁਟਨਰਲੇਪ ਅੰਦੋਲਨ ਨੇ ਆਪਣੀ ਚੁੱਤਾ ਨੂੰ ਬਣਾਈ ਰੱਖਿਆ। ਪਰਮਾਣੂ ਕਲੱਬ ਦੇ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ, ਕਿ ਹੁਣ ਬਹੁਤ ਸਾਰੇ ਦੇਸ਼ਾਂ ਨੇ ਪਰਮਾਣੂ ਬੰਬ ਬਣਾ ਲਏ ਸੀ। ਇਹਦਾ ਮਤਲਬ ਇਹ ਆ। ਵਾਤਾਵਰਣ ਦੀ ਸੁਰੱਖਿਆ, ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਆਤੰਕਵਾਦ ਦਾ ਵਿਰੋਧ। ਹੁਣ ਸਾਰੇ ਦੇਸ਼ ਮਿਲ ਕੇ ਕੀ ਚਾਹੁੰਦੇ ਸੀ ਕਿ ਵਾਤਾਵਰਣ ਦੀ ਸੁਰੱਖਿਆ ਕੀਤੀ ਜਾਵੇ, ਮਨੁੱਖਾਂ ਨੂੰ ਅਧਿਕਾਰ ਦਿੱਤੀ ਜਾਵੇ ਅਤੇ ਅੱਤਵਾਦੀਆਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ ਸਮੂਹਿਕ ਰੂਪ ਵਿੱਚ। ਉਦਾਰੀਕਰਨ, ਨਿੱਜੀਕਰਨ ਤੇ ਵਿਸ਼ਵੀਕਰਨ, ਤਿੰਨ ਚੀਜ਼ਾਂ ਹੋਂਦ ਵਿੱਚ ਆਈਆਂ। ਸਭ ਤੋਂ ਪਹਿਲੇ ਉਦਾਰੀਕਰਨ, ਵੱਧ ਤੋਂ ਵੱਧ ਵਪਾਰ ਕਰਨਾ, ਪਰਸਨਲ ਪ੍ਰੋਪਰਟੀ ਬਣਾਉਣਾ, ਔਰ ਵਿਸ਼ਵੀਕਰਨ ਹੋਂਦ ਵਿੱਚ ਆਇਆ। ਗੈਰ ਰਾਜੀ ਕਰਤਿਆਂ ਦੀ ਭੂਮਿਕਾ, ਬਹੁਧਰੂਵੀ ਅੰਤਰਰਾਸ਼ਟਰੀ ਵਿਵਸਥਾ, ਨਸਲੀ ਘੱਟ ਗਿਣਤੀਆਂ ਵਿੱਚ ਨਵੀਂ ਚੇਤਨਤਾ, ਅੰਤਰਰਾਸ਼ਟਰੀ ਖੇਤਰ ਅਤੇ ਹਿੱਤ ਸੰਗਠਨਾਂ ਦਾ ਸਨਮਾਨ, ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਦੁਹਾਈ ਦੀ ਮੰਗ, ਔਰ ਸੁਰੱਖਿਆ ਪਰਿਸ਼ਦ ਦੇ ਸਥਾਈ ਸਥਾਨ ਲਈ ਭਾਰਤ ਦਾ ਦਾਅਵਾ। ਇੰਨੇ ਪੁਆਇੰਟ ਬਹੁਤ ਨੇ। ਹੁਣ ਇਹਦੇ ਵਿੱਚ ਨਾ ਇੱਕ ਕੁਐਸਚਨ ਹੁੰਦਾ ਹੁੰਦਾ ਜੇ, ਅਮਰੀਕਾ ਦੀ ਸਰਦਾਰੀ। ਅਮਰੀਕਾ ਦੀ ਸਰਦਾਰੀ 2 ਮਾਰਕਸ ਦਾ ਕੁਐਸਚਨ, ਉਹ ਮੈਂ ਤੁਹਾਨੂੰ ਪੜ੍ਹ ਦਿੰਦੀ ਆ ਕਿ ਅਮਰੀਕਾ ਦੀ ਸਰਦਾਰੀ ਕਿਵੇਂ ਗਿਣੀ ਜਾਂਦੀ ਆ। ਕਹਿੰਦਾ ਕਿ ਸੋਵੀਅਤ ਸੰਘ ਦੇ ਸ਼੍ਰੇਸ਼ ਸ਼ਕਤੀ ਦੇ ਰੂਪ ਵਿੱਚ ਪਤਨ, ਸੋਵੀਅਤ ਸੰਘ ਦਾ ਪਤਨ ਹੋ ਗਿਆ ਔਰ ਸੰਯੁਕਤ ਰਾਜ ਅਮਰੀਕਾ ਵਿਸ਼ਵ ਵਿੱਚ ਇੱਕ ਉੱਚੀ ਸ਼ਕਤੀ ਬਣ ਗਿਆ, ਔਰ ਜਿਹਦੇ ਕਾਰਨ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਉਸਦੀ ਟੂਟੀ ਬੋਲਦੀ ਹੈ ਇਸ ਟਾਈਮ ਤੇ। ਯਾਨੀ ਕਿ ਅਮਰੀਕਾ ਦੀ ਸਾਰੇ ਵਰਲਡ ਵਿੱਚ ਸਰਦਾਰੀ ਹੈ। ਅਮਰੀਕਾ ਦੀ ਆਰਥਿਕ ਅਤੇ ਸੈਨਿਕ ਸ਼ਕਤੀ ਬਹੁਤ ਜ਼ਿਆਦਾ ਮਜ਼ਬੂਤ ਆ, ਔਰ ਇਸ ਕਰਕੇ ਸਾਰੇ ਵਿਸ਼ਵ ਵਿੱਚ ਜੇਕਰ ਅੱਜ ਕੋਈ ਸ਼ਕਤੀਸ਼ਾਲੀ ਦੇਸ਼ ਹੈ ਤਾਂ ਉਹ ਹੈਗਾ ਅਮਰੀਕਾ। ਉਹਦੀ ਗੱਲ ਹਰ ਇੱਕ ਦੇਸ਼ ਨੂੰ ਮੰਨਣੀ ਪੈਂਦੀ ਹੈ। ਔਰ ਵਿਸ਼ਵ ਦੇ ਵੱਖ-ਵੱਖ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਅਮਰੀਕਾ ਦੀ ਸਰਦਾਰੀ ਕਾਇਮ ਹੋ ਗਈ, ਔਰ ਅਮਰੀਕਾ ਦੀ ਬਰਾਬਰੀ ਹੁਣ ਕੋਈ ਵੀ ਰਾਜ ਜਿਹੜਾ ਨਹੀਂ ਕਰ ਸਕਦਾ। ਜਿਸ ਤਰ੍ਹਾਂ ਕਹਿੰਦਾ ਸਾਡੇ ਕੋਲ ਇਹ ਵੀ ਸਬੂਤ ਹੈਗਾ ਕਿ ਅਮਰੀਕਾ ਨੇ ਅਫਗਾਨਿਸਤਾਨ, ਕੋਸੋਵੋ, ਯੂਗੋਸਲਾਵੀਆ, ਇਰਾਕ ਅਤੇ ਈਰਾਨ ਵਿੱਚ ਦਖਲਅੰਦਾਜ਼ੀ ਕੀਤੀ, ਉਹਨੂੰ ਕੋਈ ਦੇਸ਼ ਰੋਕ ਨਹੀਂ ਸੀ ਸਕਿਆ। ਇਹ ਸੀਗਾ ਅਮਰੀਕਾ ਦੀ ਸਰਦਾਰੀ ਦਾ 2 ਮਾਰਕਸ ਦਾ ਕੁਐਸਚਨ। ਉਸ ਤੋਂ ਬਾਅਦ ਇੱਕ ਕੁਐਸਚਨ ਆਉਂਦਾ ਹੁੰਦਾ ਗੁਟਨਰਲੇਪ ਅੰਦੋਲਨ, ਇਹ 2 ਮਾਰਕਸ ਦਾ। ਗੁਟਨਰਲੇਪ 'ਚ ਮੈਂ ਤੁਹਾਨੂੰ ਦੱਸਦਾ, ਗੁਟਨਰਲੇਪ ਦਾ ਮਤਲਬ ਹੁੰਦਾ ਕਿ ਅਸੀਂ ਕਿਸੇ ਵੀ ਗੁੱਟ ਵਿੱਚ ਸ਼ਾਮਲ ਨਹੀਂ ਹੋਣਾ। ਇਹਦੇ ਏਸ਼ੀਆ ਦੇ ਦੇਸ਼ਾਂ ਵੱਲੋਂ ਚਲਾਇਆ ਗਿਆ ਸੀ। ਆਤੰਕਵਾਦ ਦਾ ਵਿਸ਼ਵੀਕਰਨ, ਇਹ ਵੀ 2 ਮਾਰਕਸ ਦਾ ਕੁਐਸਚਨ ਹੁੰਦਾ ਕਿ ਅੱਜ ਸਾਰੇ ਦੇਸ਼ਾਂ ਵਿੱਚ ਅੱਤਵਾਦ ਪਹੁੰਚ ਚੁੱਕਿਆ ਹੈ। ਸਾਰੇ ਦੇਸ਼ਾਂ ਵਿੱਚ ਆਤੰਕਵਾਦੀ ਘਟਨਾਵਾਂ ਹੁੰਦੀਆਂ ਨੇ, ਔਰ ਅਮਰੀਕਾ ਵੀ ਅੱਤਵਾਦੀਆਂ ਤੋਂ ਬਚਿਆ ਨਹੀਂ ਆ, ਕਿਉਂਕਿ ਪਿੱਛੇ ਜੇ ਅਮਰੀਕਾ ਉੱਤੇ ਵੀ ਅੱਤਵਾਦੀਆਂ ਨੇ ਬਹੁਤ ਵੱਡੇ ਵੱਡੇ, ਜਿਸ ਤਰ੍ਹਾਂ ਵਾਈਟ ਹਾਊਸ ਤੇ ਹਮਲਾ ਕੀਤਾ, ਇਸ ਤਰ੍ਹਾਂ ਦੇ ਹਮਲੇ ਕੀਤੇ ਆ। ਔਰ ਅਮਰੀਕਾ ਨੇ ਅੱਤਵਾਦੀਆਂ ਨੂੰ ਰੋਕਣ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ, ਜਿਵੇਂ ਅਫਗਾਨਿਸਤਾਨ ਵਿੱਚ ਹਮਲਾ ਕੀਤਾ। ਔਰ ਕਹਿੰਦਾ ਕਿ ਅੱਤਵਾਦ ਦਾ ਵਿਸ਼ਵੀਕਰਨ ਇਸ ਕਰਕੇ ਹੋ ਗਿਆ, ਟੈਕਨੀਕ ਕਰਕੇ। ਹੁਣ ਦੂਰ ਦੁਰਾਡੇ ਬੈਠੇ ਜਿਹੜੇ ਅੱਤਵਾਦੀ ਨੇ ਉਹ ਵੀਡੀਓ ਕਾਲ ਰਾਹੀਂ ਇੱਕ ਦੂਜੇ ਨਾਲ ਮੀਟਿੰਗਾਂ ਕਰ ਲੈਂਦੇ ਨੇ, ਔਰ ਆਪਣੇ ਜਿਹੜੇ ਆਤੰਕ ਫੈਲਾਉਣ ਵਾਲੇ ਸਾਧਨ ਆ ਉਹ ਇੱਕ ਦੂਜੇ ਨਾਲ ਸ਼ੇਅਰ ਕਰ ਲੈਂਦੇ ਕਿ ਕਿੱਥੇ ਕਿੱਥੇ ਕਿਸ ਤਰ੍ਹਾਂ ਅੱਤਵਾਦ ਫੈਲਾਉਣਾ ਵਾ। ਉਹ ਸਾਰਾ ਟੈਕਨੀਕ ਦਾ ਮਤਲਬ ਕਿ ਵਿਸ਼ਵੀਕਰਨ ਇਸ ਕਰਕੇ ਹੋ ਗਿਆ ਕਿ ਦੂਰ ਦੇਸ਼ਾਂ 'ਚ ਬੈਠੇ ਅੱਤਵਾਦੀ ਆਪਸ ਵਿੱਚ ਗੱਲਬਾਤ ਕਰ ਲੈਂਦੇ, ਉਹਨੂੰ ਕਹਿੰਦੇ ਵਿਸ਼ਵੀਕਰਨ। ਜਿਸ ਤਰ੍ਹਾਂ ਕਹਿੰਦਾ ਕਿ ਸੀਰੀਆ ਦੇ ਵਿੱਚ ਸਭ ਤੋਂ ਵੱਡਾ ਅੱਤਵਾਦੀ ਗਰੋਹ ਆ ISIS, ਔਰ ਕਹਿੰਦਾ ਕਿ ਜਿਵੇਂ ਕਿ ਇਹਨਾਂ ਨੇ ਬਹੁਤ ਸਾਰੇ ਟਿਕਾਣਿਆਂ, ਹਵਾਈ ਜਹਾਜ਼ਾਂ ਦਾ ਅਪਹਰਨ ਕੀਤਾ, ਹੱਤਿਆਵਾਂ ਕੀਤੀਆਂ, ਬੰਬ ਧਮਾਕੇ ਕੀਤੇ, ਅਮਰੀਕਾ ਉੱਤੇ ਹਮਲਾ ਕੀਤਾ। 11 ਸਤੰਬਰ 2001 ਨੂੰ ਅਮਰੀਕੀ ਵਿਸ਼ਵ ਵਪਾਰ ਕੇਂਦਰ
ਕਰੋੜਾਂ ਦੀ ਸੰਪਤੀ ਤਬਾਹ ਹੋ ਗਈ। ਮਾਸਕੋ ਦੇ ਸਿਨੇਮਾ ਘਰ ਵਿੱਚ ਦਰਸ਼ਕਾਂ ਨੂੰ ਬੰਦੀ ਬਣਾਇਆ, ਭਾਰਤ ਦੀ ਸੰਸਦ ਤੇ ਹਮਲਾ ਕੀਤਾ, ਚੇਚਨੀਆ ਦੇ ਰਾਸ਼ਟਰਪਤੀ ਦੀ ਹੱਤਿਆ ਕੀਤੀ। ਇਹ ਸਾਰੇ ਕੰਮ ਜਿਹੜੇ ਇਹਨਾਂ ਨੂੰ ਕਰਨੇ ਸੌਖੇ ਹੋ ਗਏ ਆ। ਇਹਨੂੰ ਕਹਿੰਦੇ ਆ ਆਤੰਕਵਾਦ ਦਾ ਵਿਸ਼ਵੀਕਰਨ, ਕਿ ਸਾਰੇ ਵਿਸ਼ਵ ਵਿੱਚ ਅੱਤਵਾਦੀ ਫੈਲ ਗਏ ਆ ਬੜੀ ਆਸਾਨੀ ਨਾਲ, ਔਰ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਵੀ ਬੜੀ ਆਸਾਨੀ ਨਾਲ ਉੱਥੇ ਬੈਠੇ ਬੈਠੇ ਹੀ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਲੈਂਦੇ। ਇਹਦਾ ਮਤਲਬ ਇਹ ਹੈ। ਬਸ ਇਹਦੇ ਵਿੱਚ ਇੱਕ ਹੀ ਇਹੀ ਕੁਐਸਚਨ ਆਉਣਾ ਸੀਗਾ, ਅੰਤਰ ਔਰ 2 ਮਾਰਕਸ ਦੇ ਇਹਦੇ ਵਿੱਚ ਕੁਐਸਚਨ 3 ਮਾਰਕਸ ਦਾ, ਹੋਰ ਕੋਈ ਹੈ ਨਹੀਂ ਆ। ਅਮਰੀਕਾ ਦੀ ਸਰਦਾਰੀ ਅੱਤਵਾਦ ਦਾ ਵਿਸ਼ਵੀਕਰਨ, ਔਰ ਕੁਐਸਚਨ ਇਹ ਵੀ ਆਉਂਦਾ ਹੁੰਦਾ ਉਦਾਰੀਕਰਨ, ਨਿੱਜੀਕਰਨ ਤੇ ਵਿਸ਼ਵੀਕਰਨ ਤੋਂ ਕੀ ਭਾਵ ਹੈ। ਨਿੱਜੀਕਰਨ ਦਾ ਤੇ ਮਤਲਬ ਹੁੰਦਾ ਕਿ ਇਨਸਾਨ ਨੂੰ ਆਪਣੇ ਵਿਚਾਰ ਜਿਹੜੇ ਨੇ, ਪਰਸਨਲ ਵਿਚਾਰ ਪੇਸ਼ ਕਰਨ ਤੇ ਆਪਣਾ ਵੱਧ ਤੋਂ ਵੱਧ ਆਰਥਿਕ ਵਿਕਾਸ ਕਰਨ ਦਾ ਪੂਰਾ ਮੌਕਾ ਦਿੱਤਾ ਜਾਂਦਾ। ਔਰ ਉਹਦੇ ਵਾਸਤੇ ਉਦਾਰੀਕਰਨ, ਨਿੱਜੀਕਰਨ ਤੇ ਵਿਸ਼ਵੀਕਰਨ ਜਿਹੜਾ ਉਹ ਕਾਇਮ ਕੀਤਾ ਗਿਆ। ਇਨਸਾਨ ਆਪਣਾ ਨਿੱਜੀ ਖੇਤਰ ਵਿੱਚ ਆਪਣੀ ਸਰਦਾਰੀ ਕਾਇਮ ਕਰ ਸਕਦਾ ਵਾ। ਆਯਾਤ ਤੇ ਨਿਰਯਾਤ ਨੂੰ ਵਧੇਰੇ ਉਦਾਰ ਬਣਾਇਆ ਗਿਆ ਹੈ, ਜਾਣੀ ਕਿ ਖੁੱਲੇ ਵਪਾਰ ਦੀ ਨੀਤੀ ਅਪਣਾਈ ਗਈ ਆ। ਬਹੁਰਾਸ਼ਟਰੀ ਕੰਪਨੀਆਂ ਦੀ ਭੂਮਿਕਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਵਾ। ਸਾਰੇ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਸਾਂਝੀ ਮੰਡੀ ਵਿੱਚ ਤਬਦੀਲ ਕਰ ਦਿੱਤਾ ਗਿਆ ਵਾ। ਹੁਣ ਜਿਹੜਾ ਵਿਸ਼ਵ ਹੈ ਇੱਕ ਪਿੰਡ ਵਿੱਚ ਤਬਦੀਲ ਹੋ ਗਿਆ। ਹਰ ਦੇਸ਼ ਦੀ ਆਰਥਿਕ ਦੂਜੇ ਦੇਸ਼ ਦੀ ਅਰਥ ਵਿਵਸਥਾ ਨਾਲ ਜੁੜੀ ਹੋਈ ਆ, ਕਿਉਂਕਿ ਕੋਈ ਦੇਸ਼ ਕਿਸੇ ਦੇਸ਼ ਕੋਲ ਕੱਚਾ ਮਾਲ ਮੰਗਾਉਂਦਾ ਤੇ ਕੋਈ ਦੇਸ਼ ਕਿਸੇ ਦੇਸ਼ ਕੋਲੋਂ ਬਣਿਆ ਹੋਇਆ ਮਾਲ ਮੰਗਾਉਂਦਾ। ਜਿਵੇਂ ਕਿ ਬ੍ਰਾਂਡਡ ਕੱਪੜੇ ਜੇਕਰ ਆਪਾਂ ਲੈਣੇ ਹੋਣ ਅਮਰੀਕਾ ਦੇ, ਇੰਗਲੈਂਡ ਦੇ ਬਣੇ, ਤੇ ਸਾਨੂੰ ਸਾਰੀਆਂ ਕੰਟਰੀ ਵਿੱਚ ਅਵੇਲੇਬਲ ਹੈਗੇ ਨੇ, ਜਾਣੀ ਕਿ ਉੱਧਰ ਦੇ ਕੱਪੜੇ ਇੱਧਰ ਦੇ ਸ਼ੋਰੂਮਾਂ 'ਚ ਮਿਲਦੇ ਆ, ਔਰ ਇੱਧਰ ਦਾ ਇੰਡੀਆ ਦਾ ਸਮਾਨ ਜਾਂ ਹੋਰ ਕਿਸੇ ਦੇਸ਼ਾਂ ਦਾ ਸਮਾਨ ਦੂਸਰੇ ਦੇਸ਼ਾਂ ਵਿੱਚ ਆਸਾਨੀ ਨਾਲ ਮਿਲ ਜਾਂਦਾ। ਉਹਨੂੰ ਆਪਾਂ ਕਹਾਂਗੇ ਉਦਾਰੀਕਰਨ, ਨਿੱਜੀਕਰਨ ਔਰ ਵਿਸ਼ਵੀਕਰਨ। ਕਿਉਂਕਿ ਉਦਾਰੀਕਰਨ ਦਾ ਮਤਲਬ ਹੁੰਦਾ ਕਿ ਢਿੱਲ ਦੇਣੀ ਬਿਜ਼ਨਸ ਵਿੱਚ, ਵਪਾਰ ਵਿੱਚ, ਔਰ ਨਿੱਜੀਕਰਨ ਕੇ ਵੱਧ ਤੋਂ ਵੱਧ ਵਿਅਕਤੀ ਆਪਣਾ ਵਿਕਾਸ, ਆਰਥਿਕ ਵਿਕਾਸ ਕਰ ਲੈਂਦਾ। ਔਰ ਵਿਸ਼ਵੀਕਰਨ ਦਾ ਮਤਲਬ ਕਿ ਆਪਣੀਆਂ ਚੀਜ਼ਾਂ ਨੂੰ ਕਿਸੇ ਵੀ ਕੰਟਰੀ ਵਿੱਚੋਂ ਆਯਾਤ ਨਿਰਯਾਤ ਕਰਵਾ ਸਕਦਾ।